ਸੜਕ ਤੇ ਜਿਹੜਾ ਬੰਦਾ ਪਿਆ ਉਸ ਨੂੰ ਮੈਂ ਆਪਣੇ ਲਈ ਚੱਕ ਰਿਹਾ ਕਿਉਂਕਿ ਮੇਰੇ ਅੰਦਰੋਂ ਆਵਾਜ਼ ਹੈ, ਮੇਰੇ ਕ੍ਰੀਏਟਰ ਦੀ ਆਵਾਜ਼ ਹੈ ਕਿ ਨਹੀਂ ਤੇਰਾ ਆਪਣਾ ਰੋਲ ਰਿਹਾ, ਤੇਰੀ ਉਹ ਫੀਲਿੰਗ ਹੈ ਕਿ ਨਹੀਂ ਉਹਦੀ ਹੈਲਪ ਹੈ ਨਾ। ਹਸਪੀਟਲ ਦੀ ਤੁਸੀਂ ਗੱਲ ਕਰਦੇ ਸੀ ਕਿ ਲੋੜ ਪਈ, ਹਸਪੀਟਲ ਤੋਂ ਬਿਨਾਂ, ਡਾਕਟਰ ਤੋਂ ਬਿਨਾਂ, ਇਲਾਜ ਤੋਂ ਬਿਨਾਂ ਗੁਜ਼ਾਰਾ ਕਿੱਥੇ, ਕਿਉਂਕਿ ਜਿਹੜੇ ਪਹਿਲਾਂ ਹੀ ਪੀੜਤ ਇਨਸਾਨ ਹੈ ਸਾਡੇ ਦੇਸ਼ ਦੇ ਨਾਗਰਿਕ ਹੈ ਉਹਨਾਂ ਨੂੰ ਇਲਾਜ ਤਾਂ ਚਾਹੀਦਾ ਹੀ ਹੈ ਨਾ। ਤੇ ਉਹਦੇ ਵਿੱਚ ਫਿਰ ਸਾਡੇ ਹੋਰ ਬਹੁਤ ਆਰਥਿਕ ਪੱਖੋਂ ਕਮਜ਼ੋਰ ਲੋਕ ਸਾਡੇ ਕੋਲ ਪਹੁੰਚਦੇ ਆ, ਗੇਟ ਦੇ ਅੱਗੇ ਆ ਜਾਂਦੇ ਆ ਤੇ ਫਿਰ ਉਹਨਾਂ ਨੂੰ ਇਲਾਜ ਉਹਦੇ ਵਿੱਚ ਹੀ ਆਪਰੇਟ ਕਰਨਾ, ਮਾਈਨਰ ਜਿਹੜੀ ਜਿਸ ਤਰ੍ਹਾਂ ਮਾਈਨੋਰਿਟੀ ਉੱਥੇ ਵੀ ਬਣਾਈ ਹੋਈ ਹੈ। ਉਧਰ ਵਾਇਰਸ ਅਟੈਕ ਕਰ ਰਿਹਾ ਤੇ ਉਧਰ ਜਿਹੜੇ ਅਟੈਕ ਤੋਂ ਡਾਕਟਰਾਂ ਨੇ ਬਚਾਉਣਾ ਉਹ ਦਰਵਾਜ਼ੇ ਬੰਦ ਕਰਕੇ ਬੈਠ ਗਏ। ਪੀਜੀਆਈ 'ਚ ਜਾਂਦੇ ਉਹ ਕਹਿੰਦੇ ਤੁਸੀਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਾਓ, ਰਜਿਸਟ੍ਰੇਸ਼ਨ ਤੇ 2 ਘੰਟੇ ਖੁੱਲ੍ਹਦੀ ਉਹਦੇ ਪਰ ਨਹੀਂ ਰਜਿਸਟ੍ਰੇਸ਼ਨ ਹੁੰਦੀ, ਬੱਚਾ ਸੀਰੀਅਸਲੀ ਵੇਟ ਥੋੜ੍ਹਾ ਕਰ ਸਕਦਾ। ਐਮਰਜੈਂਸੀ ਹਾਲਾਤ ਜਿਹੜੇ ਹੈਗੇ ਸਹਿਯੋਗ ਹੁਣ ਜਿਨ੍ਹਾਂ ਤੱਕ ਗੱਲ ਤੁਸੀਂ ਪਹੁੰਚਾ ਰਹੇ ਹੋ ਉਹਨਾਂ ਦਾ ਹੀ ਸਹਿਯੋਗ ਹੈ। ਜੇ ਤੁਸੀਂ ਕਹੋ ਵੀ ਕੋਈ ਸਰਕਾਰ ਦੇ ਲੈਵਲ 'ਤੇ ਜਾਂ ਧਾਰਮਿਕ ਕੇਂਦਰਾਂ ਦੇ ਲੈਵਲ 'ਤੇ ਸਹਿਯੋਗ ਹੋਵੇ, ਉਹ ਤੇ ਜਿਵੇਂ ਬਜ਼ੁਰਗ ਸਾਨੂੰ ਅਕਸਰ ਜਿਹੜੇ ਮਿਲਦੇ ਆ, ਕਈਆਂ ਬਜ਼ੁਰਗਾਂ ਦੀਆਂ ਇਹੀ ਭਾਵਨਾਵਾਂ ਤੇ ਖਾਸ ਕਰਕੇ ਬੀਬੀਆਂ ਦੀਆਂ ਵੀ ਕਿ ਇਹ ਪਰਮਾਤਮਾ ਤੇਰੇ ਨਾਂ ਤੇ ਘਰ ਤਾਂ ਰੋਜ਼ ਨਵੇਂ ਨਵੇਂ ਬਣਦੇ ਆ, ਪਰ ਤੇਰੇ ਬੰਦੇ ਨੇ ਆਸਰੇ ਰੋ ਰੋ ਕੇ ਮਰ ਰਹੇ ਆ, ਤੇਰੇ ਘਰਾਂ ਨੂੰ ਤਾਂ ਹੁਣ ਸੋਨਾ ਲਾ ਲਾ ਕੇ ਸ਼ਿੰਗਾਰਿਆ ਜਾ ਰਿਹਾ। 80 ਸਾਲ ਦੀਆਂ ਔਰਤਾਂ ਰੇਪ ਤੋਂ ਪੀੜਤ ਆ ਰਹੀਆਂ, 10 ਸਾਲ ਦੀਆਂ ਬੱਚੀਆਂ ਨੂੰ ਜਨਮ ਦੇ ਰਹੀਆਂ, ਤੇ ਇਸ ਤੋਂ ਵੱਡਾ ਜ਼ੁਲਮ ਔਰ ਇਸ ਤੋਂ ਵੱਡਾ ਇੰਨਾ ਸਭ ਕੁਝ ਦੇਖਣ ਤੋਂ ਬਾਅਦ ਵੀ ਜੇਕਰ ਇਸ ਦੇ ਉੱਤੇ ਮੈਨੀਫੈਸਟੋ ਵਿੱਚ ਵੀ ਐਡ ਨਹੀਂ ਹੋ ਰਿਹਾ ਤੇ ਫਿਰ ਇਹ ਨਾਗਰਿਕਾਂ ਨੂੰ ਹਨੇਰਾ ਹੀ ਹਨੇਰਾ ਦਿਖ ਰਿਹਾ ਵੀ ਉੱਥੇ ਫਿਰ ਕਹਿੰਦੇ ਨੇ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਜਿਹੀ ਸੇਵਾ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨਿਭਾ ਰਹੀਆਂ ਨੇ ਤੇ ਇਸੇ ਤਰ੍ਹਾਂ ਕੁਰਾਲੀ ਸਥਿਤ ਪ੍ਰਭ ਆਸਰਾ ਸੰਸਥਾ ਦੇ ਵੱਲੋਂ ਵੀ ਪਿਛਲੇ ਲੰਬੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਅਸੀਂ ਅੱਜ ਪਹੁੰਚੇ ਹੋਏ ਹਾਂ ਜੀ ਕੁਰਾਲੀ ਪ੍ਰਭ ਆਸਰਾ ਸੰਸਥਾ ਦੇ ਵਿੱਚ, ਜਿੱਥੇ ਪ੍ਰਭ ਆਸਰਾ ਸੰਸਥਾ ਦੇ ਵੱਲੋਂ ਇੱਕ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਵੀ ਸ਼ੁਰੂ ਕੀਤਾ ਗਿਆ, ਜਿੱਥੇ ਮੈਡੀਕਲ ਸਹੂਲਤਾਂ ਵੀ ਹੁਣ ਦਿੱਤੀਆਂ ਜਾ ਰਹੀਆਂ ਨੇ। ਸੋ ਅੰਦਰ ਚੱਲਦੇ ਹਾਂ ਕਿ ਦੇਖਦੇ ਹਾਂ ਕਿਸ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਕੁਲਵਿੰਦਰ ਸਿੰਘ, ਸਰਪੰਚ, ਸਾਬਕਾ ਸਰਪੰਚ ਝਿੰਗੜਾ ਕੌਲੀ ਪੰਚਾਇਤ, ਜੋ ਕਿ ਮੈਂ ਕਾਫੀ ਦੇਰ ਤੋਂ ਸਨੀਅਨ ਕਲੇਵੀ 'ਚ ਰਹਿ ਰਿਹਾ ਹਾਂ, ਜੋ ਕਿ ਮੈਂ ਉਰੇ ਦੇ ਇਸ ਸੰਸਥਾ ਨੂੰ ਚੰਗੀ ਤਰ੍ਹਾਂ ਜਾਣਦਾ ਅਤੇ ਜੁੜਿਆ ਹੋਇਆ ਹਾਂ। ਜਿੱਦਣ ਦਾ ਇਹ ਹਸਪੀਟਲ ਖੁੱਲ੍ਹਿਆ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ, ਇਹਨਾਂ ਦਾ ਪੇਪਰ ਹੀ ਦੇਖਿਆ, ਕਿਉਂਕਿ ਮੈਨੂੰ ਹਾਰਟ ਦੀ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀ, ਉਹਦੇ ਵਾਸਤੇ ਫਿਰ ਮੈਂ ਚੈੱਕਅਪ ਕਰਾਉਣ ਆਇਆ। ਜੋ ਇਹ ਡਾਕਟਰ ਸਾਹਿਬ ਬਾਹਰੋਂ ਆਏ ਹੋਏ, ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਆਪਰੇਟ ਕਰਿਆ ਅਤੇ ਵਧੀਆ ਕੋਆਪਰੇਟ ਨਾਲ ਬਹੁਤ ਡੂੰਘੀ ਅਤੇ ਤਸੱਲੀ ਨਾਲ ਸਮਝਾਇਆ। ਸੋ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਔਰ ਇਹ ਹਸਪੀਟਲ ਖੁੱਲ੍ਹਣ ਨਾਲ ਇਲਾਕਾ ਨਿਵਾਸੀਆਂ ਨੂੰ ਅਤੇ ਹੋਰ ਜੋ ਮਹਿੰਗਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਬਹੁਤ ਬੜੀ ਇੱਕ ਇਹ ਦੇਣ ਹੈ ਇਸ ਸੰਸਥਾ ਦੀ। ਸੋ ਅਸੀਂ ਇਹਨਾਂ ਵੱਲੋਂ ਅਤੇ ਮੈਂ ਆਪਣੇ ਵੱਲੋਂ ਸਾਰੇ TV ਚੈਨਲ 'ਤੇ ਧੰਨਵਾਦ ਕਰਦਾ ਅਤੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ, ਚੰਗਾ ਉਪਰਾਲਾ, ਸਮਾਜ ਸੇਵੀ ਉਪਰਾਲਾ, ਜੋ ਕਿ ਇੱਕ ਮੈਡੀਕਲ ਲੈਣ ਲਈ ਸਭ ਤੋਂ ਵੱਡੀ ਦੇਣ ਹੈ। ਬਹੁਤ ਬਹੁਤ ਧੰਨਵਾਦ ਜੀ। ਸੋ ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਅਸੀਂ ਪੁੱਜੇ ਹੋਏ ਹਾਂ, ਜਿੱਥੇ TMT ਜਿਹੜੀ ਲੈਬ ਹੈ ਉਹ ਬਣਾਈ ਗਈ ਹੈ। ਸਟਾਫ ਨਰਸ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਕੀ ਇਲਾਜ ਜਿਹੜੇ ਹੈਗੇ ਨੇ ਇਸ ਲੈਬ ਤੋਂ ਕੀਤੇ ਜਾ ਸਕਦੇ ਨੇ। ਕੀ ਨਾਮ ਹੈ? ਸੁਰਿੰਦਰ ਕੌਰ। ਸੁਰਿੰਦਰ ਜੀ, ਲੈਬ ਬਣੀ ਹੈ TMT, ਕਿਸ ਚੀਜ਼ ਦੇ ਲਈ ਇਹ ਬਣਾਈ ਗਈ ਹੈ? ਮੇਨਲੀ ਆਪਣੀ ਇਹ ਕਾਰਡੀਓ ਪੇਸ਼ੈਂਟ ਹੁੰਦੇ ਨੇ, ਜਿੱਦਾਂ ਕਿ ਉਹ ਕਹਿੰਦੇ ਕਿ ਸਾਨੂੰ ਚੈਸਟ ਪੇਨ ਹੋ ਰਹੀ ਹੈ ਔਰ ਸਟੇਅਰਸ ਚੜ੍ਹਦੇ ਨੇ, ਦੈਨ ਆਪਾਂ ਨੂੰ ਉਸ ਟਾਈਮ ਬਰੀਥਿੰਗ ਡਿਫਿਕਲਟੀ ਆ ਰਹੀ ਹੈ, ਸਾਤੇ ਨਹੀਂ ਚੜ੍ਹਿਆ ਜਾਂਦਾ, ਸਾਤੇ ਹੈਵੀ ਕੰਮ ਨਹੀਂ ਕਰ ਹੁੰਦਾ ਹੈਗਾ, ਦੈਨ ਉਸ ਦੇ ਲਈ ਆਪਾਂ ਡਿਫਾਈਨ ਕਰ ਲਈ ਉਹਨਾਂ ਨੂੰ ਕੀ ਪ੍ਰੋਬਲਮਸ ਹੋ ਰਹੀਆਂ ਨੇ, ਦੈਨ ਕੀ ਨਹੀਂ ਹੈ, ਉਸ ਦੇ ਲਈ ਆਪਾਂ ਨੇ ਆਹ ਟ੍ਰੀਟਮੈਂਟ ਆਪਾਂ ਕਰੀ ਹੈ ਸਟਾਰਟ। ਅਤੇ ਕਿਸ ਤਰ੍ਹਾਂ ਮਤਲਬ ਕਿ ਇੱਥੇ ਕਿਹੜੀ ਜਿਹੜੀ ਮਸ਼ੀਨਾਂ ਜ਼ਿਆਦਾ ਵਰਤੀਆਂ ਨੇ ਜਿਹਦੇ ਨਾਲ ਟੈਸਟ ਕੀਤੇ ਜਾਂਦੇ? ਆਪਣੇ ਕੋਲ ਉਰੇ ਟ੍ਰੇਡਮਿਲ ਲੈਬ ਹੈ ਜੋ ਆਪਾਂ ਨੇ ਕਰੀ ਹੈ ਸਟਾਰਟ, ਉਸ ਦੇ ਵਿੱਚ ਆਪਣੀ ਟ੍ਰੇਡਮਿਲ ਮਸ਼ੀਨ ਹੈਗੀ ਹੈ। ਦੈਨ ਉਸ ਤੋਂ ਬਾਅਦ ਆਪਣੇ ਕੋਲ ਇਹ ਸਾਰਾ ਮੋਨੀਟਰ ਹੈ, ਜਿਸ ਦੇ ਰਿਗਾਰਡ ਨਾਲ ਹੀ ਆਪਾਂ ਪੇਸ਼ੈਂਟ ਦੀ ਜੋ ਪੋਜੀਸ਼ਨ ਹੁੰਦੀ ਹੈ ਉਹ ਆਪਾਂ ਸਾਰੀ ਮੈਂਸ਼ਨ ਕਰਦੇ, ਇਹਦੇ ਵਿੱਚ ਮੋਨੀਟਰ ਹੁੰਦੇ ਰਹਿੰਦੇ ਨੇ ਰੈਗੂਲਰ ਬੇਸ 'ਤੇ, ਇਹਦੇ ਵਿੱਚ ਪ੍ਰਿੰਟਸ ਆਉਂਦੇ ਰਹਿੰਦੇ ਨੇ, ਐਂਡ ਦੈਨ BP ਆਪਾਂ ਮੈਂਸ਼ਨ ਕਰਦੇ ਹਾਂ, ਇਹਦੇ ਵਿੱਚ ਹਾਰਟ ਰੇਟ ਬਿਲਕੁਲ ਸ਼ੋ ਹੋ ਜਾਂਦੀਆਂ ਨੇ, ਅਤੇ ਡਿਊਰਿੰਗ ਟ੍ਰੇਡਮਿਲ ਅਗਰ ਉਸ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਦੈਨ ਉਹ ਆਪਣੇ ਕੋਲ ਇੱਥੇ ਮੋਨੀਟਰ ਵਿੱਚ ਸ਼ੋ ਹੋ ਜਾਂਦੀਆਂ ਨੇ। ਮੈਮ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਇਸ ਟਾਈਮ ਆ ਰਹੇ ਨੇ?
ਬੇਸਿਕਲੀ ਆਪਣੇ ਕੋਲ ਰੈਗੂਲਰ ਬੇਸ ਤੇ ਪੇਸ਼ੈਂਟ ਆਉਂਦੇ ਰਹਿੰਦੇ ਨੇ, ਜਿੱਦਾਂ ਡੇਲੀ ਜਿੱਦਾਂ ਪੇਸ਼ੈਂਟ ਨੂੰ ਨੌਲੇਜ ਹੁੰਦੀ ਹੈ ਕਿ ਹਾਂਜੀ ਸਾਡੇ ਕੋਲ ਇੱਥੇ ਟ੍ਰੀਟਮੈਂਟ ਟੈਸਟ ਹੋਣ ਲੱਗ ਗਏ ਆਪਣੇ, ਉੱਦਾਂ ਪੇਸ਼ੈਂਟ ਆਪਣੇ ਕੋਲ ਵਿਜ਼ਿਟ ਕਰਦੇ ਰਹਿੰਦੇ ਨੇ। ਲੋਕਲ ਆਉਂਦੇ ਨੇ ਜਾਂ ਦੂਰੋਂ ਵੀ ਕੋਈ ਆ ਰਿਹਾ? ਨਹੀਂ, ਦੂਰੋਂ ਵੀ ਆਉਂਦੇ ਨੇ, ਜਿੱਦਾਂ ਖਰੜ ਤੋਂ ਆ ਜਾਂਦੇ ਆ, ਰੋਪੜ ਸਾਈਡ ਤੋਂ ਆ ਜਾਂਦੇ, ਹੁਣ ਜਿੱਦਾਂ ਨੌਲੇਜ ਹੁੰਦੀ ਹੈ ਉੱਦਾਂ ਪੇਸ਼ੈਂਟ ਵਿਜ਼ਿਟ ਕਰ ਰਹੇ ਨੇ। ਕਿੰਨਾ ਟਾਈਮ ਜਿਹੜੀ ਇਹ ਵੀਕ ਦੇ ਵਿੱਚ, ਹਫਤੇ ਦੇ ਵਿੱਚ ਖੁੱਲੀ ਹੁੰਦੀ ਹੈ ਲੈਬ? ਇਹ ਆਪਣੀ TMT ਡੇਲੀ ਓਪਨ ਹੁੰਦੀ ਹੈ ਤੇ ਆਪਾਂ ਡੇਲੀ ਹੀ ਡਾਕਟਰ ਨਾਲ ਗੱਲ ਕਰਕੇ, ਡਾਕਟਰ ਰეკਮੈਂਡ ਕਰਦੇ ਹਾਂ TMT ਕਰਨੀ ਆਪਾਂ ਪੇਸ਼ੈਂਟ ਦੀ, ਦੈਨ ਆਪਾਂ ਫਿਰ ਸਟਾਰਟ ਕਰ ਦਿੰਦੇ ਹਾਂ ਇੱਧਰ। ਸੋ ਪ੍ਰਭ ਆਸਰਾ ਮੈਡੀਕਲ ਸੇਵਾ ਸੈਂਟਰ ਅਸੀਂ ਪੁੱਜੇ ਹੋਏ ਹਾਂ ਜੀ। ਬਹੁਤ ਸਾਰੇ ਲੋਕਾਂ ਦੇ ਵੱਲੋਂ ਇੱਥੋਂ ਸੇਵਾ ਵੀ ਨਿਭਾਈ ਜਾ ਰਹੀ ਹੈ। ਸਾਡੇ ਨਾਲ ਇੱਕ ਸੇਵਾਦਾਰ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਚਾਂਦਰਾਣਾ SDO ਮੈਂ ਹੈਗਾ ਜੀ, ਰਿਟਾਇਰਡ, ਤੇ ਪ੍ਰਭ ਆਸਰਾ ਸੇ ਸੇਵਾ ਦੇ ਰਿਹਾ ਇੱਥੇ ਜੀ। ਕਿੰਨਾ ਸਮਾਂ ਹੋ ਗਿਆ ਸੇਵਾ ਦਿੰਦੇ ਨੂੰ ਤੁਹਾਨੂੰ? ਬਸ ਜਦੋਂ ਦੇ ਸਮਝੋ ਪ੍ਰਭ ਆਸਰਾ ਸ਼ੁਰੂ ਹੋਇਆ ਉਸੇ ਟਾਈਮ ਦੇ ਵੀਰ ਜੀ ਦੇ ਨਾਲ ਹੈ। ਕੀ ਸੇਵਾ ਜਿਹੜੀ ਤੁਹਾਡੇ ਵੱਲੋਂ ਇੱਥੇ ਨਿਭਾਈ ਜਾ ਰਹੀ ਹੈ? ਪਹਿਲਾਂ ਜ਼ਿਆਦਾ ਕਰਕੇ ਕੰਸਟਰਕਸ਼ਨ ਦਾ ਕੰਮ ਮੈਂ ਕਰਵਾਉਂਦਾ ਸੀਗਾ। ਕੰਸਟਰਕਸ਼ਨ ਕੋਈ ਵੀ ਨਵੀਂ ਬਣਦੀ ਸੀ ਉਹਦੀ ਅਸੀਂ ਪਲੈਨਿੰਗ ਜਾਂ ਕਿਵੇਂ ਕੰਸਟਰਕਸ਼ਨ ਕਰਨੀ ਹੈ, ਪਰ ਹੁਣ ਕੰਮ ਵਧਣ ਨਾਲ ਹਸਪੀਟਲ ਬਣ ਗਿਆ ਤੇ ਹੁਣ ਇੱਥੇ ਹਸਪੀਟਲ 'ਚ ਵੀ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਨਾਲ। ਤੁਸੀਂ ਬੜੀਆਂ ਸਾਰੀਆਂ ਸੇਵਾਵਾਂ ਤੁਸੀਂ ਦੇਖ ਰੇਖ ਵੀ ਕਰਦੇ ਹੋਵੋਗੇ, ਕਿੰਨੇ ਕੁ ਚਹਿਲ ਪਹਿਲ ਲੱਗਦੇ ਹੋ, ਕਿੰਨੇ ਕੁ ਮਰੀਜ਼ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਹਸਪਤਾਲ 'ਚ? ਤਕਰੀਬਨ 150 ਦੇ 200 ਤੱਕ ਮਰੀਜ਼ ਰੋਜ਼ ਇੱਥੇ ਆਉਂਦਾ ਜੀ। ਹੱਸ ਕੇ ਜਾਂਦੇ ਨੇ ਮਰੀਜ਼, ਕੀ ਕਹਿੰਦੇ ਨੇ ਫਿਰ? ਖੁਸ਼ ਹੁੰਦੇ ਆ ਜੀ, ਕਿਉਂਕਿ ਉਹਨਾਂ ਨੂੰ ਘਰ ਵਰਗਾ ਹੀ ਮਾਹੌਲ ਮਿਲਦਾ ਹੈ ਤੇ ਦਵਾਈਆਂ ਸਸਤੀਆਂ, ਟੈਸਟ ਸਸਤੇ, ਤੇ ਉਹਨਾਂ ਦੀ ਪੁੱਛਗਿੱਛ ਹੁੰਦੀ ਹੈ ਇੱਥੇ, ਤੇ ਉਹ ਸਾਰੇ ਆ ਰਹੇ, ਬੜੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਖੁਸ਼ ਹੋ ਕੇ ਖੁਸ਼ ਹੁੰਦਿਆਂ ਦੇਖ ਕੇ। ਸੇਵਾ ਤੁਸੀਂ ਬੜੇ ਕਹਿ ਰਹੇ ਹੋ, ਬੜੇ ਦਿਨਾਂ ਤੋਂ ਨਿਭਾ ਰਹੇ ਹੋ, ਬੜੇ ਲੰਬੇ ਸਮੇਂ ਤੋਂ ਨਿਭਾ ਰਹੇ ਹੋ। ਘਰੇ ਕਿਵੇਂ ਫਿਰ ਸੈਟਿੰਗ ਹੋ ਜਾਂਦੀ, ਕਿਉਂਕਿ ਸਾਰਾ ਦਿਨ ਤੁਹਾਡਾ ਇੱਥੇ ਲੰਘ ਜਾਂਦਾ ਹੋਵੇਗਾ? ਹਾਂਜੀ, ਰਾਤ ਦਿਨ ਕਈ ਪਤਾ ਰਾਤ ਵੀ ਲੱਗਦੀ ਹੈ ਜੀ, ਤੇ ਘਰ ਵੱਲੋਂ ਕੋਈ ਦਿੱਕਤ ਨਹੀਂ ਹੈਗੀ ਹੈ ਜੀ। ਹਾਂ, ਕਦੇ ਨਹੀਂ ਉਹਨਾਂ ਨੇ ਰੋਕਿਆ ਟੋਕਿਆ, ਤੇ ਆਪਣਾ ਚੱਲ ਰਿਹਾ ਠੀਕ ਹੈ ਜੀ। ਪਰਮਾਤਮਾ ਕਰੇ ਇੱਦਾਂ ਹੀ ਸਾਡਾ ਟਾਈਮ ਲੰਘ ਜਾਏ। ਮੀਂਹ ਹਨੇਰੀ ਗਰਮੀ ਸਰਦੀ ਸੇਵਾ ਚੱਲਦੀ ਹੈ? ਹਾਂਜੀ, ਉਹ ਤਾਂ ਕਰਨਾ ਹੀ ਕਰਨਾ ਜੀ। ਜਦੋਂ ਵੀ ਫੋਨ ਆਇਆ ਜਾਂ ਕੋਈ ਆਣਾ ਹੀ ਆਣਾ, ਕਰਨਾ ਹੀ ਕਰਨਾ ਹੈ। ਹੋਰ ਵੀ ਕਿਤੇ ਜਾਣਾ ਪਿਆ ਅਸੀਂ ਤਿਆਰ ਹੈ ਜੀ। ਬਸ ਬਾਰੇ ਕੀ ਕਹੋਗੇ? ਬੜੀ ਵੱਡੀ ਸੇਵਾ ਜਿਹੜੀ ਹੈ ਸ਼ਮਸ਼ੇਰ ਜੀ ਵੱਲੋਂ ਨਿਭਾਈ ਜਾ ਰਹੀ ਹੈ। ਹਾਂਜੀ, ਇੱਕ ਰੀਅਲ ਵਰਡ 'ਚ ਜੇ ਆਪਾਂ ਮਾਨਵਤਾ ਦੀ ਸੇਵਾ ਦੇ ਬਾਰੇ ਗੱਲ ਕਰੀਏ ਤੇ ਇਹ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ ਜੀ। ਜਿਹੜਾ ਇੱਕ ਨਿਆਸਰਿਆਂ ਨੂੰ ਤੇ ਔਰਫੈਨ ਡੈਸਟੀਟਿਊਟ ਨੂੰ, ਭੁੱਖਿਆਂ ਨੂੰ ਰੋਟੀ ਖਵਾ ਰਿਹਾ, ਰਿਹੈਬਿਲਿਟੇਟ ਕਰ ਰਿਹਾ, ਮਿਲਾ ਰਿਹਾ, ਇਹ ਤੋਂ ਵੱਡੀ ਸੇਵਾ ਹੋਰ ਕਿਆ ਹੋਣੀ ਜੀ, ਜਿਨ੍ਹਾਂ ਦਾ ਕੋਈ ਨਹੀਂ ਹੈ। ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਵੀ ਜਦੋਂ ਇਹ ਸੇਵਾ ਕਰਦੇ ਨੇ। ਸਾਡਾ ਆਪਣੇ ਆਪ ਮਨ ਕਰਦਾ ਵੀ ਅਸੀਂ ਵੀ ਇਹਨਾਂ ਦਾ ਸਹਿਯੋਗ ਵੱਧ ਤੋਂ ਵੱਧ ਕਰੀਏ। ਸੋ ਅਸੀਂ ਵੇਖਿਆ ਪ੍ਰਭ ਆਸਰਾ ਮੈਡੀਕਲ ਸੇਵਾ ਸੈਂਟਰ ਦੇ ਵਿੱਚ ਵੱਖ-ਵੱਖ ਵਾਰਡ ਬਣੇ ਹੋਏ ਨੇ। ਇਸੇ ਤਰ੍ਹਾਂ ਇੱਕ ਡੈਂਟਲ ਵਾਰਡ ਵੀ ਜਿਹੜਾ ਹੈ ਪ੍ਰਭ ਆਸਰਾ ਮੈਡੀਕਲ ਸੇਵਾ ਸੈਂਟਰ ਦੇ ਵਿੱਚ ਵੀ ਬਣਿਆ ਹੋਇਆ ਹੈ। ਡਾਕਟਰ ਦਿਲਮੋਹਿਤ ਜੀ ਸਾਡੇ ਨਾਲ ਮੌਜੂਦ ਨੇ। ਸਰ, ਕਿੱਦਾਂ ਦੀ ਜਿਹੜੀ ਆ ਪੇਸ਼ੈਂਟ ਨੂੰ ਜਿਹੜੀ ਸਰਵਿਸਿਜ਼ ਦਿੱਤੀ ਜਾ ਰਹੀ ਹੈ ਇੱਥੇ? ਇੱਧਰ ਹਰ ਤਰੀਕੇ ਦੀ ਸਰਵਿਸ ਦਿੱਤੀ ਜਾ ਰਹੀ ਹੈ। ਡੇ 1 ਤੋਂ ਅਸੀਂ ਮਤਲਬ ਇੱਕ ਤਾਂ ਜਨਰਲ ਸਰਵਿਸ ਹੁੰਦੀ ਆ, ਉਹਦੇ ਨਾਲ ਅਸੀਂ ਸਾਰੇ ਤਰੀਕੇ ਦੀ ਸਪੈਸ਼ਲਾਈਜ਼ ਸਰਵਿਸ ਵੀ ਦੇ ਰਹੇ ਹਾਂ, ਜਿਵੇਂ ਕਿ ਮਤਲਬ ਦੰਦ ਕੱਢਣਾ, RCT ਤੇ ਇੰਪਲਾਂਟਸ, ਬੱਚਿਆਂ ਦਾ ਸਪੈਸ਼ਲਾਈਜ਼ਡ ਟ੍ਰੀਟਮੈਂਟ, ਤੇ ਹਰ ਤਰੀਕੇ ਦੀ ਸਰਵਿਸ ਇੱਧਰ ਅਸੀਂ ਮਰੀਜ਼ਾਂ ਨੂੰ ਦੇ ਰਹੇ ਹਾਂ ਜੀ। ਡਾਕਟਰ ਸਾਹਿਬ, ਕਿੰਨਾ ਸਮਾਂ ਜਿਹੜਾ ਆਪਣਾ ਵਾਰਡ ਖੁੱਲ੍ਹਦਾ ਰਹਿੰਦਾ ਹਫਤੇ 'ਚ ਜੇ ਗੱਲ ਕਰੀਏ ਤਾਂ? ਆਪਣੀ ਇੱਧਰ ਦੀ ਸਰਵਿਸ ਰੋਜ਼ ਹੈ ਜੀ, ਸਵੇਰੇ 9 ਤੋਂ ਲੈ ਕੇ 2 ਵਜੇ ਤੱਕ, ਮੰਡੇ ਤੋਂ ਸੈਟਰਡੇ ਰੋਜ਼ ਆਪਣਾ ਡੈਂਟਲ ਸਰਵਿਸਿਜ਼ ਚਾਲੂ ਹੈ ਜੀ। ਆਪਰੇਟ ਵਗੈਰਾ ਕਰਨਾ ਹੋਵੇ, ਜਿਵੇਂ ਸਰਜਰੀ ਵਗੈਰਾ ਕਰਨੀ ਹੋਵੇ, ਉਹ ਵੀ ਪ੍ਰੋਪਰ ਜਾਂ ਕੋਈ ਦਿਨ ਬੰਨਿਆ ਹੁੰਦਾ? ਨਹੀਂ ਜੀ, ਹਰ ਚੀਜ਼ ਮਤਲਬ ਅਜੇ ਅਸੀਂ ਜਦੋਂ ਵੀ ਪੇਸ਼ੈਂਟ ਆ ਜਾਈਦਾ, ਜੇ ਕੋਈ ਲੰਬਾ ਪ੍ਰੋਸੈਸ ਹੈਗਾ ਆ ਤੇ ਉਹਨਾਂ ਨੂੰ ਅਸੀਂ ਬਾਅਦ ਵਿੱਚ ਅਪਾਇੰਟਮੈਂਟਸ ਦੇ ਦਿੱਤੀਆਂ ਆ, ਤੇ ਬਾਕੀ ਰੂਟੀਨ ਬੇਸਿਸ ਤੇ ਜਿੱਦਾਂ ਜਦੋਂ ਰਸ਼ ਘੱਟ ਹੁੰਦਾ ਹੈ, ਜਿਹੜਾ ਨਾਰਮਲ ਪ੍ਰੋਸੀਜਰ ਹੈ ਉਹ ਤਾਂ ਅਸੀਂ ਨਾਲ ਦੇ ਨਾਲ ਕਰ ਦਈਦੇ ਆ। ਜਿਨ੍ਹਾਂ ਨੂੰ ਟਾਈਮ ਲੱਗ ਸਕਦਾ ਉਹ ਫਿਰ ਅਸੀਂ ਅੱਗੇ ਸ਼ਡਿਊਲ ਕਰ ਦਈਦੇ, ਅਪਾਇੰਟਮੈਂਟ ਦੇ ਦਿੱਤੀ ਹੈ ਜੀ। ਡਾਕਟਰ ਸਾਹਿਬ, ਕੋਈ ਮੈਡੀਸਨ ਜਾਂ ਕੋਈ ਐਕਸਟਰਾ ਵਗੈਰਾ ਦੀ ਲੋੜ ਹੁੰਦੀ ਉਹ ਸਭ ਹੈ ਅਵੇਲੇਬਲ? ਹਾਂਜੀ, ਸਾਰਾ ਕੁਝ ਹੈਗਾ ਜੀ। ਐਕਸ-ਰੇ, ਡਿਜੀਟਲ ਐਕਸ-ਰੇ ਹੈਗੇ ਆ ਇੱਥੇ, ਤੇ ਮੈਡੀਸਨਸ ਵਗੈਰਾ ਵੀ ਸਾਰਾ ਕੁਝ ਆਪਣੀ ਫਾਰਮੇਸੀ ਤੇ ਸਾਰਾ ਕੁਝ ਹੀ ਅਵੇਲੇਬਲ ਹੈ। ਇਸ ਕਰਕੇ ਕੰਪਲੀਟ ਸੈਟਅਪ ਹੈ ਇਹਦੇ ਵਿੱਚ। ਸਾਨੂੰ ਕੋਈ ਮਤਲਬ ਜੋ ਕਿ ਅੱਛਾ ਇੱਕ ਵਧੀਆ ਪ੍ਰਾਈਵੇਟ ਕਲੀਨਿਕ ਵਿੱਚ ਅਸੀਂ ਦੇਖਣ ਨੂੰ ਮਿਲਦਾ, ਸੇਮ ਫੈਸਿਲਿਟੀਜ਼ ਬਸ ਇੱਧਰ ਅਸੀਂ ਲੋਕਾਂ ਨੂੰ ਚੈਰੀਟੇਬਲ ਰੇਟ ਤੇ ਦੇ ਰਹੇ ਹਾਂ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵੱਲ ਸੁਵਿਧਾ ਪਹੁੰਚ ਸਕੇ। ਪੇਸ਼ੈਂਟ ਕਿੰਨੇ ਕੁ ਆ ਜਾਂਦੇ ਦਿਨ ਭਰ ਦੇ ਵਿੱਚ ਜੇ ਆਪਾਂ ਗੱਲ ਕਰੀਏ? ਵਿੱਚ ਐਵਰੇਜ ਪੇਸ਼ੈਂਟਸ ਜਿੱਦਾਂ 10 ਤੋਂ 15 ਤੱਕ ਰੋਜ਼ ਪੇਸ਼ੈਂਟਸ ਆ ਜਾਂਦੇ ਆ, ਜ਼ਿਆਦਾ ਵੀ ਹੋ ਜਾਂਦੇ ਆ, 20 ਤੱਕ ਵੀ ਆ ਜਾਂਦੇ ਆ। ਬਟ ਕਿਉਂਕਿ ਇੱਕ ਡੈਂਟਲ ਟ੍ਰੀਟਮੈਂਟ ਥੋੜਾ ਸਾਨੂੰ ਕੰਸਟ੍ਰੇਂਟ ਰਹਿੰਦਾ ਹੈ, ਇਹਦੇ ਵਿੱਚ ਟਾਈਮ ਕੰਜ਼ੂਮਿੰਗ ਜ਼ਿਆਦਾ ਹੁੰਦਾ ਹੈ, ਤੇ ਸਾਡੀ ਇੱਕ ਲਿਮਿਟ ਹੁੰਦੀ ਹੈ, ਇੱਕ ਤੋਂ ਜ਼ਿਆਦਾ ਉਸ ਤੋਂ ਜ਼ਿਆਦਾ ਨਹੀਂ ਕਰ ਸਕਦੇ, ਤੇ ਨਾ ਹੀ ਕਰਨਾ ਚਾਹੀਦਾ ਮੈਂ ਸੋਚਦਾ, ਕਿਉਂਕਿ ਉਹਦੇ ਵਿੱਚ ਫਿਰ ਕੁਆਲਿਟੀ ਆਫ ਕੇਅਰ ਘਟਦਾ ਆ। ਸਾਡਾ ਬਰੀਕੀ ਵਾਲਾ ਕੰਮ ਆ, ਹੌਲੀ ਹੌਲੀ ਹੁੰਦਾ ਹੈ, ਤੇ ਜਿੰਨਾ
ਕਿਸੇ ਟ੍ਰੀਟਮੈਂਟ ਨੂੰ ਟਾਈਮ ਲੱਗਣਾ ਉਹ ਤਾਂ ਲੱਗਣਾ ਹੀ ਹੈ ਜੀ। ਸਭ ਇੱਕ ਮਿੰਟ ਸਾਰੀ ਹੈ ਮਸ਼ੀਨਾਂ ਵਗੈਰਾ ਜਿਹੜੀ ਵੀ ਲੋੜ ਪੈਂਦੀ ਹੈ ਇੱਕ ਡੈਂਟਿਸਟ ਨੂੰ, ਉਹ ਸਭ ਹੈ ਅਵੇਲੇਬਲ? ਸਾਰਾ ਕੁਝ ਅਵੇਲੇਬਲ ਹੈ ਜੀ, ਹਰ ਮਸ਼ੀਨ ਇੱਧਰ ਅਵੇਲੇਬਲ ਹੈ। ਹਾਂਜੀ। ਇੱਥੋਂ ਦੇ ਸਥਾਨਕ ਲੋਕ ਹੀ ਹੁੰਦੇ ਨੇ ਜਾਂ ਕੋਈ ਬਾਹਰੋਂ ਵੀ ਆ ਰਹੇ ਨੇ ਮਰੀਜ਼? ਨਹੀਂ, ਬਾਹਰੋਂ ਵੀ ਆ ਰਹੇ ਜੀ, ਖਰੜ ਤੋਂ ਆ ਰਹੇ, ਇੱਥੋਂ ਆ ਰਹੇ, ਰੋਪੜ ਤੋਂ ਵੀ ਆ ਰਹੇ ਆ। ਤੇ ਅਜੇ ਅਵੇਅਰਨੈਸ ਜਿੱਦਾਂ ਜਿੱਦਾਂ ਲੋਕਾਂ ਵੱਲ ਵੱਧ ਰਹੀ ਆ ਉਸ ਤਰ੍ਹਾਂ ਲੋਕਾਂ ਦਾ ਫੁੱਟਫਾਲ ਵੀ ਵੱਧ ਰਿਹਾ, ਆਉਣਾ ਸ਼ੁਰੂ ਕਰ ਰਿਹਾ ਜੀ ਹੌਲੀ ਹੌਲੀ। ਹਾਂਜੀ। ਸਰ ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਬਾਰੇ ਕੀ ਕਹੋਗੇ? ਬੜੀ ਵੱਡੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ। ਆ ਤਾਂ ਹੈ ਹੀ ਜੀ, ਇਹਦਾ ਜਿੰਨਾ ਅਸੀਂ ਕਹਿ ਸਕੀਏ ਉਨਾ ਹੀ ਘੱਟ ਹੈ ਜੀ। ਇਹਦਾ ਤੇ ਜਿੰਨਾ ਮਤਲਬ ਇਹਦੀ ਤਾਰੀਫ ਵਿੱਚ ਕਹਿ ਸਕੀਏ ਉਨਾ ਹੀ ਘੱਟ ਹੈ, ਕਿਉਂਕਿ ਇੰਨੇ ਘੱਟ ਰੇਟਸ ਤੇ ਆਪਾਂ ਸੋਚ ਵੀ ਨਹੀਂ ਸਕਦੇ ਜਿੰਨਾ ਟ੍ਰੀਟਮੈਂਟ ਮਿਲਦਾ ਹੈ। ਓਬਵੀਅਸਲੀ ਜਿੰਨੇ ਕੁ ਮਤਲਬ ਲੋਡ ਬਿਲਕੁਲ ਮਿਨੀਮਮ ਖਰਚੇ ਨਿਕਲ ਰਹੇ ਆ, ਬਸ ਇੰਨਾ ਕੁ ਹੈ। ਬਾਕੀ ਉੱਪਰ ਦਾ ਮਾਰਜਿਨ ਵਗੈਰਾ ਕੋਈ ਇਦਾਂ ਨਹੀਂ ਹੈਗਾ ਕਿ ਪੇਸ਼ੈਂਟਸ ਨੂੰ ਜਿੰਨਾ ਮਿਨੀਮਮ ਵਿੱਚ ਮੈਕਸਿਮਮ ਉਹਨਾਂ ਦਾ ਬੈਨੀਫਿਟ ਹੋ ਸਕਦਾ ਉਹ ਕਰ ਰਹੇ ਆ ਜੀ। ਹੁਣ ਕੋਈ ਚੀਜ਼ ਦੀ ਕੁਝ ਹੁਣ ਇਸ ਟਾਈਮ ਮਸ਼ੀਨ ਦੀ ਲੋੜ ਹੈ ਜਿਹੜੀ ਇਸ ਟਾਈਮ ਤੁਹਾਡੇ ਨੂੰ ਜ਼ਰੂਰਤ ਹੋਵੇ? ਅਸੀਂ ਡੇ 1 ਤੋਂ ਸਾਰਾ ਆਪਣੇ ਵੱਲੋਂ ਪ੍ਰੋਵੀਜ਼ਨ ਲੈ ਕੇ ਚੱਲੇ ਆ, ਸਾਰਾ ਕੁਝ ਹੈਗਾ ਜੀ ਇਹਦੇ ਵਿੱਚ। ਸਾਨੂੰ ਫਿਲਹਾਲ ਕੋਈ ਮਸ਼ੀਨ ਦੀ ਲੋੜ ਨਹੀਂ ਲੱਗਦੀ। ਅਗਰ ਕੋਈ ਐਮਰਜੈਂਸੀ ਕੋਈ ਪੇਸ਼ੈਂਟ ਆਉਂਦਾ ਤਾਂ ਤੁਸੀਂ ਉਹਦਾ ਇਲਾਜ ਕਰੋਗੇ? ਬਿਲਕੁਲ ਜੀ, ਕਰਦੇ ਆ, ਕਰ ਵੀ ਰਹੇ ਆ ਜੀ, ਅੱਗੇ ਵੀ ਕਰਾਂਗੇ। ਹਾਂਜੀ। ਸੋ ਬੜੀ ਵੱਡੀ ਜਿਹੜੀ ਹੈ ਇਹ ਸੇਵਾ ਨਿਭਾਈ ਜਾ ਰਹੀ ਹੈ ਪ੍ਰਭ ਆਸਰਾ ਮੈਡੀਕਲ ਸੇਵਾ ਸੈਂਟਰ ਦੇ ਵੱਲੋਂ। ਸੋ ਮਾਨਸਿਕ ਤਣਾਅ ਅੱਜ ਕੱਲ੍ਹ ਬਹੁਤ ਵੱਧ ਰਿਹਾ ਹੈ। ਕਿਸੇ ਵੀ ਅਸੀਂ ਇਨਸਾਨ ਦੀ ਗੱਲ ਕਰੀਏ 10 ਦੇ ਵਿੱਚੋਂ 9 ਜਿਹੜੇ ਇਨਸਾਨ ਸਾਨੂੰ ਵਿਅਕਤੀ ਇੱਦਾਂ ਦੇ ਮਿਲਣਗੇ ਜਿਹੜੇ ਮਾਨਸਿਕ ਤਣਾਅ ਤੋਂ ਜੂਝ ਰਹੇ ਨੇ। ਸੋ ਸਾਡੇ ਨਾਲ ਮਾਨਸਿਕ ਰੋਗਾਂ ਦੇ ਮਾਹਰ MD ਅਰਜੁਨ ਆਰੀਆ ਜੀ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਡਾਕਟਰ ਅਰਜੁਨ ਆਰੀਆ ਪ੍ਰਭ ਆਸਰਾ ਦੇ ਨਾਲ ਪਿਛਲੇ 15 ਤੋਂ 16 ਸਾਲ ਤੋਂ ਜੁੜਿਆ ਹੋਇਆ ਹਾਂ। ਤਾਂ ਮੈਂ ਇਹੀ ਸੰਦੇਸ਼ਾ ਦਵਾਂਗਾ ਕਿ ਮਾਨਸਿਕ ਬਿਮਾਰੀਆਂ ਹੁਣ ਵੱਧਦੀ ਜਾ ਰਹੀਆਂ। ਜਿਵੇਂ ਦੇਖੋ ਕਰੋਨਾ ਸੰਕਰਮਣ ਕਰਕੇ ਸਾਨੂੰ ਜੂਝਣਾ ਪੈ ਰਿਹਾ ਹੈ, ਸਾਡੀ ਸਾਰੀ ਲਾਈਫ ਅਪਸੈਟ ਹੋਈ ਹੈ। ਤਾਂ ਇਹਦੇ ਕਰਕੇ ਜਿੰਨਾ ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਸਟ੍ਰੈਸ ਹੈ, ਸਾਰਾ ਵੱਧਦਾ ਜਾ ਰਿਹਾ। ਤਾਂ ਸਾਨੂੰ ਬੇਸਿਕਲੀ ਦੇਖੋ ਬਿਮਾਰੀ ਦੇ ਨਾਲ ਤਾਂ ਲੜਨਾ ਹੀ ਲੜਨਾ ਹੈ, ਸਟ੍ਰੈਸ ਨਾਲ ਵੀ ਜੋ ਸਾਡਾ ਮੈਂਟਲ ਸਿਸਟਮ ਹੈ ਉਹ ਵੀ ਅਫੈਕਟ ਹੋ ਰਿਹਾ ਫਿਜ਼ੀਕਲ ਸਿਸਟਮ ਦੇ ਨਾਲ। ਇੱਕ ਤਾਂ ਸਾਨੂੰ ਬਿਮਾਰੀਆਂ ਆ ਰਹੀਆਂ ਜੋ ਬੈਠੇ ਸਾਨੂੰ ਆ ਰਹੀਆਂ, ਜਿਵੇਂ ਐਕਸਰਸਾਈਜ਼ ਨਹੀਂ ਕਰ ਰਹੇ, ਹਾਈਪਰਟੈਂਸ਼ਨ, ਡਾਇਬੀਟੀਜ਼। ਨਾਲ ਦੇ ਨਾਲ ਇਹ ਕਰੋਨਾ ਕਰਕੇ ਸਾਨੂੰ ਆਰਥਿਕ ਤੰਗੀ ਵੀ ਹੋ ਰਹੀ ਹੈ, ਨਾਲ ਪੇਸ਼ੈਂਟਸ ਨੂੰ ਸਟ੍ਰੈਸ ਦੀ ਪ੍ਰੋਬਲਮ ਵੀ ਹੋ ਰਹੀ ਹੈ, ਔਰ ਮਾਨਸਿਕ ਬਿਮਾਰੀਆਂ ਸਾਡੀ ਸੁਸਾਇਟੀ 'ਚ ਬਹੁਤ ਜ਼ਿਆਦਾ ਫੈਲ ਰਹੀਆਂ ਨੇ। ਕੀ ਕਵਾਂਗੇ ਜਿਵੇਂ ਕਰੋਨਾ 'ਚ ਕੀ ਲੋਕਾਂ ਨੂੰ ਡਰ ਹੈ ਕਿ ਅਸੀਂ ਬਿਮਾਰ ਨਾ ਹੋ ਜੀ ਜਾਂ ਸਾਨੂੰ ਨਾ ਕੁਝ ਹੋ ਜੀ, ਇਹ ਡਿਪਰੈਸ਼ਨ ਕਹਿ ਸਕਦੇ ਆਪਾਂ? ਦੇਖੋ ਭੈਣ ਜੀ, ਸਭ ਤੋਂ ਪਹਿਲਾਂ ਤਾਂ ਦੇਖੋ ਸਾਨੂੰ ਇਹ ਦੂਜਾ ਸਾਲ ਹੈ ਜਿਹਦੇ ਨਾਲ ਆਪਾਂ ਕਰੋਨਾ ਨਾਲ ਅਫੈਕਟਡ ਹੈ। ਪਹਿਲੇ ਸਾਲ ਤਾਂ ਸਾਡੇ ਕੋਲ ਜ਼ਿਆਦਾ ਪੇਸ਼ੈਂਟਸ ਆ ਰਹੇ ਸੀ ਵੀ ਜਿਵੇਂ ਲੋਕਾਂ ਨੂੰ ਇਹ ਸੋਚਿਆ ਸੀ ਕਿ ਵੀ ਇਹ ਪਤਾ ਨਹੀਂ ਮਹਾਮਾਰੀ ਖਤਮ ਵੀ ਹੋਣੀ ਹੈ ਕਿ ਨਹੀਂ, ਵੀ ਜੋ ਇਹ ਐਂਗਜ਼ਾਇਟੀ ਲੋਕਾਂ ਨੂੰ ਹੋ ਰਹੀ ਹੈ ਕਿ ਵੀ ਇਹ ਸ਼ਾਇਦ ਕਦੀ ਖਤਮ ਹੋਏਗੀ ਜਾਂ ਪਤਾ ਨਹੀਂ ਸ਼ਾਇਦ ਪੂਰਾ ਦੇਸ਼ ਹੀ ਖਤਮ ਹੋ ਜਾਊਗਾ ਇਸ ਬਿਮਾਰੀ ਕਰਕੇ। ਪਰ ਹੁਣ ਥੋੜ੍ਹਾ ਬਹੁਤ ਵੈਕਸੀਨ ਕਰਕੇ ਥੋੜ੍ਹਾ ਜਿਹਾ ਵੈਕਸੀਨ ਜਿਵੇਂ ਸਰਕਾਰ ਲਾ ਰਹੀ ਹੈ, ਪੰਜਾਬ ਸਰਕਾਰ ਬਹੁਤ ਇਨੀਸ਼ੀਏਟਿਵ ਲੈ ਰਹੀ ਵੀ ਮੈਕਸਿਮਮ ਲੋਕਾਂ ਨੂੰ ਵੈਕਸੀਨ ਲੱਗੇ ਤਾਂ ਕਿ ਜੋ ਮੌਤਾਂ ਆਪਾਂ ਰੋਕ ਪਾਈਏ, ਇਹ ਮੌਤਾਂ ਨੂੰ ਰੋਕ ਪਾਈਏ, ਨੰਬਰ 1। ਦੂਜੀ ਗੱਲ ਇਹ ਹੈ ਕਿ ਹੁਣ ਸਾਡੇ ਕੋਲ ਪੇਸ਼ੈਂਟ ਜੋ ਆ ਰਹੇ ਹੈ ਉਹ ਕਰੋਨਾ ਕਰਕੇ ਜੋ ਹਸਪਤਾਲ 'ਚ ਦਾਖਲ ਹੋ ਰਹੇ ਹੈ, ਜੋ ਵਧੀਆ ਤੋਂ ਵਧੀਆ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਸਰਕਾਰੀ ਹਸਪਤਾਲਾਂ 'ਚ, ਸਿਵਲ ਹਸਪਤਾਲਾਂ 'ਚ, ਉਹਦੇ ਕਰਕੇ ਜਦ ਪੇਸ਼ੈਂਟਾਂ ਨੂੰ ਰਹਿਣਾ ਪੈਂਦਾ ਹਸਪਤਾਲ 'ਚ, ਇਹੋ ਜਿਹੀ ਸਥਿਤੀ 'ਚ ਰਹਿਣਾ ਪੈਂਦਾ 5-10 ਦਿਨ, ਉਹਦੇ ਕਰਕੇ ਉਹ ਆਪਣਾ ਮਾਨਸਿਕ ਸੰਤੁਲਨ ਖੋਈ ਬੈਠੇ। ਹੁਣ ਜਿਵੇਂ ਮੈਂ ਕਈ ਪੇਸ਼ੈਂਟਸ ਦੇਖੇ ਹੈ ਹੁਣੇ ਪਿਛਲੇ ਹਫਤੇ 'ਚ ਜੋ ਡਿਪਰੈਸ਼ਨ, ਐਂਗਜ਼ਾਇਟੀ ਨਹੀਂ, ਜੋ ਜਿਨ੍ਹਾਂ ਨੂੰ ਪਾਗਲਪਨ ਦਾ ਦੌਰਾ ਪੈ ਚੁੱਕਿਆ ਵੀ ਹੁਣ ਸਾਨੂੰ ਹਸਪੀਟਲ 'ਚ ਰਹਿਣਾ ਪਊਗਾ, ਕੋਈ ਘਰ ਵਾਲਾ ਨਾਲ ਨਹੀਂ ਹੋਊਗਾ, ਤਾਂ ਉਹ ਉਹਨਾਂ ਨੂੰ ਉਸ ਚੀਜ਼ ਦਾ ਡਰ ਲੱਗਣ ਲੱਗ ਗਿਆ। ਤਾਂ ਇਹ ਬਿਮਾਰੀ ਦਾ ਹੁਣ ਇੱਕ ਬੁਰਾ ਰੂਪ ਨਿਕਲਣ ਲੱਗ ਗਿਆ। ਸਾਨੂੰ ਬੇਸਿਕਲੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਬਹੁਤ ਜ਼ਰੂਰਤ ਹੈ। ਕਰੋਨਾ ਤੋਂ ਬਾਅਦ ਅਸੀਂ ਵੈਸੇ ਆਪਾਂ ਗੱਲ ਕਰੀਏ ਸਰ ਵੀ ਹੁਣ ਵੀ ਵੈਸੇ ਵੀ ਲੋਕਾਂ ਦੇ ਵਿੱਚ ਜੋ ਪਰਿਵਾਰ ਦੀ ਗੱਲ ਕਰੀਏ ਬੜਾ ਸਟ੍ਰੈਸ ਵੱਧ ਰਿਹਾ, ਕੀ ਕਾਰਨ ਮੰਨੀਏ, ਕਿਉਂ ਜ਼ਿਆਦਾ ਇੰਨਾ ਮਾਨਸਿਕ ਤਣਾਅ ਲੈ ਰਹੇ ਨੇ ਲੋਕ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਵੀ ਸਾਰੀ ਚੀਜ਼ਾਂ ਬੰਦ ਹੈ, ਸਰਕਾਰ ਸਾਰੀ ਚੀਜ਼ਾਂ ਬੰਦ ਕਰੀ ਜਾ ਰਹੀ ਹੈ, ਕਰਫਿਊ ਲੱਗੀ ਜਾ ਰਹੇ, ਕਿਉਂਕਿ ਬੇਸਿਕਲੀ ਜੇ ਹਿਊਮਨ ਇੰਟਰੈਕਸ਼ਨ ਨਹੀਂ ਹੋਗਾ, ਜੇ ਲੋਕੀ ਆਪਸ 'ਚ ਮਿਲਣਗੇ ਨਹੀਂ, ਜੇ ਪਿੰਡ 'ਚ ਲੋਕੀ ਜਿਵੇਂ ਆਪਸ 'ਚ ਮਿਲਦੇ ਹੈ, ਖੁਸ਼ ਰਹਿੰਦੇ ਹੈ, ਕੰਮ ਕਰਦੇ ਹੈ, ਜੇ ਲੋਕੀ ਆਪਸ 'ਚ ਮਿਲਣਗੇ ਨਹੀਂ ਤਾਂ ਇੱਕ ਦੂਜੇ ਦੀ ਗੱਲਬਾਤ ਨਹੀਂ ਹੋ ਪਾਊਗੀ, ਔਰ ਬੰਦਾ ਅੰਦਰ ਹੀ ਅੰਦਰ ਬੈਠਾ ਰਹੂਗਾ ਆਪਣੇ ਕਮਰੇ ਦੇ ਵਿੱਚ, ਆਪਣਾ ਬੰਦਾ ਕੰਮ ਨਹੀਂ ਕਰ ਸਕਦਾ। ਹੁਣ ਦੇਖੋ ਨਾਈਟ ਕਰਫਿਊ ਪੰਜਾਬ 'ਚ ਵੀ ਲੱਗਿਆ ਹੋਇਆ, ਚੰਡੀਗੜ੍ਹ 'ਚ ਵੀ ਲੱਗਿਆ ਹੋਇਆ, ਮਹਾਰਾਸ਼ਟਰ ਜਿਹੇ ਸ਼ਹਿਰਾਂ 'ਚ ਤੁਸੀਂ ਦੇਖੋ ਕਿ ਵੀ ਇਹਨਾਂ ਨੇ ਫਰਾਈਡੇ, ਸੈਟਰਡੇ, ਸੰਡੇ ਬੰਦ ਕਰਤਾ, ਔਰ ਹੁਣ ਪਰਸੋਂ ਇਹਨਾਂ ਨੇ ਕਾਲ ਲੈਣਾ ਕਿ ਵੀ ਸ਼ਾਇਦ ਮਹਾਰਾਸ਼ਟਰ ਲੋਕਡਾਊਨ ਹੀ ਲੱਗ ਜਾਏ ਪੂਰਾ।
ਤਾਂ ਬੇਸਿਕ ਕਰਕੇ ਇਹ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਵੀ ਜੇ ਇਨਸਾਨ ਦੂਜੇ ਇਨਸਾਨ ਨੂੰ ਨਹੀਂ ਮਿਲੂਗਾ, ਆਪਣੀ ਅੰਦਰ ਦੀ ਗੱਲ ਨਹੀਂ ਕੱਢੂਗਾ, ਤਾਂ ਉਹਨੂੰ ਜੋ ਅੰਦਰ ਦੀ ਗੱਲ ਹੈ ਉਹ ਸਟ੍ਰੈਸ ਪੈਦਾ ਕਰੂਗੀ। ਪ੍ਰਭ ਅਸਲ 'ਚ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਤੇ ਕਿੰਨੇ ਕੁ ਮਰੀਜ਼ ਜਿਹੜੇ ਡੇਲੀ ਤੁਹਾਡੇ ਕੋਲ ਆ ਰਹੇ ਨੇ? ਦੇਖੋ ਜੀ, ਮੈਨੂੰ 15-16 ਸਾਲ ਹੋ ਗਏ ਇਹਨਾਂ ਨਾਲ ਜੁੜੇ ਹੋਏ। ਇਹ ਸਾਡੇ ਕੋਲ ਸੈਂਟਰ ਜੋ ਹੈ, ਜੋ ਕੁਰਾਲੀ ਜੋ ਪਟਿਆਲੇ ਪਿੰਡ 'ਚ ਹੈ, ਇਹ 'ਚ ਸਾਡੇ ਕੋਲ ਲੇਡੀਜ਼ ਹਨ ਜੋ ਬਾਹਰ ਲਾਵਾਰਸ ਮਿਲਦੀਆਂ, ਜਿਨ੍ਹਾਂ ਨੂੰ ਆਪਾਂ ਫ੍ਰੀ ਟ੍ਰੀਟਮੈਂਟ ਇੱਥੇ ਦਿੰਦੇ ਹਾਂ। ਵੀਰ ਜੀ ਸ਼ਮਸ਼ੇਰ ਸਿੰਘ ਜੀ ਔਰ ਰਜਿੰਦਰ ਕੌਰ ਜੀ ਦੀ ਮਦਦ ਨਾਲ ਆਪਾਂ ਜਦ ਟਰੇਸ ਕਰਦੇ ਹਾਂ ਤਾਂ ਇਹਨਾਂ ਦਾ ਪਤਾ ਲੱਗਦਾ ਵੀ ਕੋਈ ਪੰਜਾਬ ਤੋਂ ਹੈ, ਕੋਈ ਮਹਾਰਾਸ਼ਟਰ ਤੋਂ ਹੈ। ਆਪਾਂ ਨੂੰ ਮਿਲਾਪ ਮਿਸ਼ਨ ਕਰਕੇ ਹੈ, ਜੋ ਆਪਾਂ ਕਈ ਬੰਦਿਆਂ ਨੂੰ, ਕਈ ਜਨਾਨੀਆਂ ਨੂੰ ਆਪਾਂ ਵਾਪਸ ਪਰਿਵਾਰਾਂ 'ਚ ਠੀਕ ਕਰਕੇ ਇਹਨਾਂ ਨੂੰ ਵਾਪਸ ਭੇਜਿਆ ਵੀ ਹੈ। ਔਰ ਆਪਾਂ ਇਹੀ ਮੈਸੇਜ ਦੇਣੇ ਚਾਹੁੰਦੇ ਹਾਂ ਆਪਣੀ ਸੁਸਾਇਟੀ ਨੂੰ ਕਿ ਮਾਨਸਿਕ ਬਿਮਾਰੀਆਂ ਅੱਜ ਕੱਲ੍ਹ ਟ੍ਰੀਟੇਬਲ ਹੈ। ਜੇ ਪ੍ਰੋਪਰ ਟ੍ਰੀਟਮੈਂਟ ਬੰਦੇ ਨੂੰ ਮਿਲਦਾ ਹੈ ਤਾਂ ਉਹਦੀ ਬਿਮਾਰੀ ਬਿਲਕੁਲ ਠੀਕ ਹੋ ਸਕਦੀ ਹੈ। ਇਹੋ ਜਿਹੀ ਕੋਈ ਗੱਲ ਨਹੀਂ ਕਿ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੈ ਉਹ ਠੀਕ ਨਹੀਂ ਹੋ ਸਕਦਾ। ਕਿਸ ਤਰ੍ਹਾਂ ਇਲਾਜ ਕਰਦੇ ਹੋ ਅਗਰ ਕੋਈ ਪੇਸ਼ੈਂਟ ਤੁਹਾਡੇ ਕੋਲ ਆਉਂਦਾ? ਕੋਈ ਕਾਉਂਸਲਿੰਗ ਵਗੈਰਾ ਹੁੰਦੀ ਹੈ ਜਾਂ ਕੋਈ ਮੈਡੀਸਨ ਵਗੈਰਾ ਨਾਲ? ਅਸੀਂ ਜੀ ਪਹਿਲਾਂ ਇੱਕ ਫਾਰਮਲ ਇਵੈਲੂਏਸ਼ਨ ਕਰਦੇ ਹਾਂ। ਜਿਵੇਂ ਪੇਸ਼ੈਂਟ ਪੁਲਿਸ ਲੈ ਕੇ ਆਂਦੀ ਹੈ ਇੱਥੇ, ਜਾਂ ਲਾਵਾਰਿਸ ਆਪਣੇ ਆਪ ਆ ਜਾਂਦੇ ਹੈ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਵੀ ਇੱਥੇ ਇੱਕ ਘਰ ਹੈ ਜਿੱਥੇ ਰੋਟੀ ਵੀ ਮਿਲਣੀ ਹੈ, ਇੱਕ ਗੁਰੂ ਦਾ ਇੱਥੇ ਸਭ ਕੁਝ ਮਿਲਣਾ ਤੁਹਾਨੂੰ ਇੱਥੇ ਸੇਫਟੀ ਨਾਲ। ਤਾਂ ਜਿਵੇਂ ਪੇਸ਼ੈਂਟ ਆਉਂਦਾ ਹੈ ਉਹਦਾ ਅਸੀਂ ਜੋ ਵੀ ਰਿਕੁਆਇਰਡ ਮੈਡੀਕਲ ਟੈਸਟ ਹੈ ਉਹ ਕਰਕੇ, ਜਾਂਚ ਕਰਕੇ ਆਪਾਂ ਫਾਈਂਡ ਆਊਟ ਕਰਦੇ ਹਾਂ ਵੀ ਕੋਈ ਗਹਿਰੀ ਬਿਮਾਰੀ ਤਾਂ ਨਹੀਂ ਹੈ, ਕੋਈ ਸਕਿਜ਼ੋਫਰੇਨੀਆ ਤਾਂ ਨਹੀਂ ਹੈ, ਕੋਈ ਬਾਈਪੋਲਰ ਤਾਂ ਨਹੀਂ ਹੈ। ਜੇ ਉਹ ਨਹੀਂ ਨਿਕਲਦੀ, ਅਸੀਂ ਇਹ ਵੀ ਦੇਖਦੇ ਹਾਂ ਕਈਆਂ ਨੂੰ ਰੋਟੀ ਨਹੀਂ ਮਿਲੀ ਹੋਈ ਜਾਂ ਉਹਨਾਂ ਦੀ ਡਾਈਟ ਇੰਨੀ ਪੂਅਰ ਹੋ ਚੁੱਕੀ ਹੈ ਕਿ ਜਦੋਂ ਉਹ ਥੋੜ੍ਹਾ ਜਿਹਾ ਠੀਕ ਹੁੰਦੇ ਉਹ ਆਪਣੇ ਬਾਰੇ ਦੱਸਦੇ, ਅਸੀਂ ਕਾਉਂਸਲਿੰਗ ਨਾਲ ਹੀ ਉਹਨਾਂ ਨੂੰ ਬਾਹਰ ਕੱਢ ਲੈਂਦੇ ਔਰ ਉਹ ਆਪਣੇ ਘਰ ਦਾ ਰਸਤਾ ਦੱਸ ਦਿੰਦੇ ਹੈ ਔਰ ਉਹਨਾਂ ਦੇ ਘਰ ਵਾਲੇ ਆ ਜਾਂਦੇ ਔਰ ਉਹ ਪਹੁੰਚ ਜਾਂਦੇ। ਮੈਂ ਚਾਹੂੰਗੀ ਸਰ ਦਰਸ਼ਕ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਉਹਨਾਂ ਨੂੰ ਜ਼ਰੂਰ ਕਹੋ, ਕਿਉਂਕਿ ਬਹੁਤ ਸਾਰੇ ਇਸ ਸਮੇਂ ਫਰਸਟ੍ਰੇਟ ਚੱਲ ਰਹੇ ਨੇ, ਮਾਨਸਿਕ ਤਣਾਅ ਦੇ ਨਾਲ ਜੂਝ ਰਹੇ ਨੇ, ਲੜਾਈ ਝਗੜੇ ਵੱਧ ਰਹੇ ਨੇ। ਮੈਨੂੰ ਲੱਗਦਾ ਵੀ ਲੋਕਾਂ ਨੂੰ ਵੀ ਥੋੜ੍ਹੀ, ਦਰਸ਼ਕਾਂ ਨੂੰ ਵੀ ਤੁਹਾਨੂੰ ਜਾਗਰੂਕ ਕਰਨ ਦੀ ਲੋੜ ਹੈ। ਕੀ ਸੰਦੇਸ਼ ਦਿਓਗੇ ਉਹਨਾਂ ਨੂੰ? ਦੇਖੋ ਜੀ, ਇਹ ਜੇ ਕਰੰਟ ਟਾਈਮਸ 'ਚ ਸਾਨੂੰ ਆਪਣਾ ਇੱਕ ਤਾਂ ਮਾਨਸਿਕ ਸਥਿਤੀ ਨੂੰ ਖੋਣਾ ਨਹੀਂ ਹੈ। ਨੰਬਰ 1 ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਯੋਗਾ ਕਰਨਾ ਹੈ, ਘਰ 'ਚ ਰਹਿਣਾ ਹੈ, ਤਾਂ ਉੱਥੇ ਹੀ ਬਾਹਰ ਨਿਕਲਣਾ ਜਿੱਥੇ ਸਾਨੂੰ ਬਹੁਤ ਜ਼ਰੂਰਤ ਹੋਏ, ਕਿਉਂਕਿ ਜੇ ਸਾਨੂੰ ਬਿਮਾਰੀ ਹੁੰਦੀ ਹੈ ਸਾਰੇ ਘਰ ਵਾਲੇ ਟ੍ਰੀਟਮੈਂਟ ਕਰ ਪਾਉਣਗੇ, ਨਹੀਂ ਕਰ ਪਾਉਣਗੇ, ਉਹ ਇੱਕ ਵੱਡੀ ਗੱਲ ਹੈ। ਦੂਜਾ, ਹੁਣ ਤੁਸੀਂ ਦੇਖੋ ਜੋ ਅਖਬਾਰਾਂ 'ਚ ਨਿਊਜ਼ ਆ ਰਹੀ ਹੈ ਕਿ ਵੀ ਸਾਰੇ ਬੈੱਡ ਭਰੇ ਹੋਏ ਹੈ, ਤਾਂ ਸਾਨੂੰ ਇਹ ਵੀ ਦੇਖਣਾ ਹੈ, ਸਰਕਾਰ ਇਹ ਵੀ ਚਾਹੁੰਦੀ ਹੈ ਕਿ ਬਜ਼ੁਰਗ ਬੰਦੇ ਨੂੰ ਬੈੱਡ ਪਹਿਲਾਂ ਮਿਲੇ, ਜਿਹੜਾ ਜਵਾਨ ਬੰਦਾ ਉਹ ਘਰ ਰਹੇ। ਤਾਂ ਇਹ ਜ਼ਰੂਰੀ ਹੈ ਵੀ ਆਪਣੇ ਲਈ ਜਿੰਨੇ ਤੋਂ ਜ਼ਿਆਦਾ ਹੈ ਵਰਕ ਫਰੋਮ ਹੋਮ ਕਰੋ, ਆਪਣੇ ਕੰਮ ਘਰ ਤੋਂ ਕਰੋ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਾ ਮਿਲੋ ਔਰ ਆਪਣਾ ਸੁਰੱਖਿਅਤ ਰੱਖੋ, ਆਪਣੇ ਆਪ ਨੂੰ ਸਾਫ਼ ਰੱਖੋ, ਆਪਣੀ ਚੰਗੀ ਰੋਟੀ ਖਾਓ ਔਰ ਇਹ ਜਲਦੀ ਹੀ ਆਪਾਂ ਜਿਵੇਂ ਵੈਕਸੀਨੇਸ਼ਨ ਲੱਗਦੀ ਜਾਊਗੀ ਆਪਾਂ ਇਹ ਖਤਰੇ ਤੋਂ ਬਾਹਰ ਹੁੰਦੇ ਜਾਵਾਂਗੇ। ਸੋ ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ 'ਚ ਅਸੀਂ ਪਹੁੰਚੇ ਹੋਏ ਹਾਂ। ਪ੍ਰਭ ਆਸਰਾ ਸੰਸਥਾ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ। ਸਰ ਅਸੀਂ ਪ੍ਰਭ ਆਸਰਾ ਸੰਸਥਾ ਅਸੀਂ ਵਿਜ਼ਿਟ ਕੀਤਾ ਸੀ। ਬਹੁਤ ਤੁਸੀਂ ਬੇਸਹਾਰਿਆਂ ਦਾ ਸਹਾਰਾ ਬਣ ਰਹੇ ਹੋ, ਬਹੁਤ ਸਾਰੀਆਂ ਜਾਨਾਂ ਜਿਹੜੀਆਂ ਰੋਲ ਰਹੀਆਂ ਉਹਨਾਂ ਦਾ ਸਹਾਰਾ ਬਣ ਰਹੇ ਹੋ। ਬੜੀ ਮਾਨਵਤਾ ਦੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ। ਇੱਕ ਮੈਡੀਕਲ ਸੇਵਾ ਸੈਂਟਰ, ਕੀ ਖਿਆਲ ਹੈ ਮਨ ਦੇ ਵਿੱਚ ਵੀ ਇੱਦਾਂ ਦਾ ਵੀ ਹੋਣਾ ਚਾਹੀਦਾ ਕੋਈ ਮੈਡੀਕਲ ਸੇਵਾ ਸੈਂਟਰ ਚੈਰੀਟੇਬਲ? ਪਹਿਲੀ ਗੱਲ ਤਾਂ ਮੈਂ ਆਪਣੀ ਫੀਲਿੰਗ ਸ਼ੇਅਰ ਕਰਾਂ ਤੁਹਾਡੇ ਨਾਲ। ਕਿਸੇ ਨੂੰ ਸਹਾਰਾ ਨਹੀਂ, ਆਪਣੇ ਸਹਾਰੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅੰਦਰਲੀ ਆਵਾਜ਼, ਜਿਹੜੀ ਸਾਡੀ ਜ਼ਮੀਰ ਦੀ ਆਵਾਜ਼, ਜਿਹੜੀ ਸਾਡੀ ਆਤਮਾ ਦੀ ਆਵਾਜ਼, ਜਿਹੜੀ ਗੁਰੂ ਦੀ ਆਵਾਜ਼ ਹੈ ਨਾ, ਉਸ ਨੂੰ ਮਤਲਬ ਆਪਣੇ ਭਲੇ ਲਈ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦਾ ਸਹਾਰਾ ਸਾਨੂੰ ਮਿਲਦਾ ਹੈ ਨਾ, ਸ਼ਾਂਤੀ ਮਿਲਦੀ ਹੈ। ਅਤੇ ਉਹ ਮਤਲਬ ਦੂਜੇ ਦੀ ਜਿਹੜੀ ਤੁਸੀਂ ਕਹਿੰਦੇ ਦੂਜੇ ਦੀ ਹੈਲਪ ਹੋ ਗਈ, ਉਹ ਇੱਕ ਅਲੱਗ ਚੀਜ਼ ਹੈ ਵੀ ਸ਼ਾਇਦ ਹੋ ਜਾਂਦੀ, ਪਰ ਅਸੀਂ ਆਪਣੀ ਹੈਲਪ ਲਈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਨਾਲ ਵਾਕਈ ਹੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਜਿਹੜੇ ਸਾਡੇ ਸਾਥੀ ਹੈਗੇ, ਸਮਾਜਿਕ ਪਰਿਵਾਰ ਦੇ ਮੈਂਬਰ ਹੈ, ਉਸੇ ਮਾਲਕ ਦੇ ਬੰਦੇ ਹਨ। ਇਹ ਮੈਂ ਸਰ ਤਾਂ ਗੱਲ ਕੀਤੀ ਕਿਉਂਕਿ ਅਸੀਂ ਅੱਜ ਦੇਖੀ ਨਾ ਦੁਨੀਆ ਦੇ ਵਿੱਚ ਹਰ ਕੋਈ ਆਪਣੇ ਬਾਰੇ ਸੋਚਦਾ। ਅਸੀਂ ਦੇਖਦੇ ਹਾਂ ਕੋਈ ਸੜਕ ਦੇ ਉੱਪਰ ਕੋਈ ਜ਼ਖਮੀ ਪਿਆ ਹੋਵੇ ਜਾਂ ਕੋਈ ਬੇਸਹਾਰਾ ਪਿਆ ਹੋਵੇ, ਕੋਈ ਹੱਥ ਨਹੀਂ ਪਾਉਣ ਦਾ ਡਰਦਾ। ਤੁਹਾਡੇ ਵੱਲੋਂ ਬਹੁਤ ਵੱਡੀ ਸੇਵਾ ਕੀਤੀ ਜਾਏ, ਇਸ ਕਰਕੇ ਮੈਂ ਮੇਰੇ ਮਨ 'ਚ ਇਹ ਚੀਜ਼ ਆਈ। ਹੁਣ ਮੈਂ ਫਿਰ ਦੁਬਾਰਾ ਉਹੀ ਗੱਲ ਦਾ ਜਵਾਬ ਦੇ ਰਿਹਾ। ਸੜਕ 'ਤੇ ਜਿਹੜਾ ਬੰਦਾ ਪਿਆ ਉਸ ਨੂੰ ਮੈਂ ਆਪਣੇ ਲਈ ਚੱਕ ਰਿਹਾ, ਕਿਉਂਕਿ ਮੇਰੇ ਅੰਦਰੋਂ ਆਵਾਜ਼ ਹੈ, ਮੇਰੇ ਕ੍ਰੀਏਟਰ ਦੀ ਆਵਾਜ਼ ਹੈ, ਮੇਰੀ ਆਤਮਾ ਦੀ ਆਵਾਜ਼ ਹੈ। ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਕਿ ਨਹੀਂ ਤੇਰਾ ਆਪਣਾ ਰੋਲ ਰਿਹਾ, ਤੇਰੀ ਉਹ ਫੀਲਿੰਗ ਹੈ ਕਿ ਨਹੀਂ ਉਹਦੀ ਹੈਲਪ ਹੈ ਨਾ। ਉਹ ਮੈਨੂੰ ਜਿਵੇਂ ਸਾਰੇ ਸਿੱਖ ਨੂੰ ਬਿਲੋਂਗ ਕਰਦੇ ਥੋੜ੍ਹਾ ਫੀਲ ਹੋਇਆ ਨਾ,
ਉਹਨੂੰ ਨਜ਼ਰਅੰਦਾਜ਼ ਕਰਕੇ ਡਿਸਟਰਬ ਹੋ ਰਹੇ ਹਾਂ, ਬਹੁਤ ਡਿਸਟਰਬ ਹੋ ਜਾਂਦਾ ਕਈ ਵਾਰ ਕੋਈ ਨਜ਼ਰਅੰਦਾਜ਼, ਤੇ ਉੱਪਰ ਨਜ਼ਰਅੰਦਾਜ਼ ਜਦੋਂ ਗੱਡੀ 'ਚ ਜਾ ਰਹੇ ਹਾਂ, ਕਈ ਵਾਰ ਹਾਲਾਤ ਇੱਦਾਂ ਦੇ ਦੇਖੇ, ਕੁਛ ਵੀ ਇੱਦਾਂ ਦਾ ਹੋ ਗਿਆ, ਤੇ ਕਿਸੇ ਵੇਲੇ ਜਿਹੜੇ ਬੰਦੇ ਇੱਦਾਂ ਨਜ਼ਰਅੰਦਾਜ਼ ਹੁੰਦੇ ਆ, ਪਰ ਉਹ ਇੰਨੀ ਦੇਰ ਰੀਲ ਚੱਲਦੀ ਹੈ ਤੇ ਰਾਤ ਨੂੰ ਵੀ ਨੀਂਦ ਨਹੀਂ ਆਉਣ ਦਿੰਦੀ। ਮਤਲਬ ਆਪਣੇ ਭਲੇ ਦੇ ਲਈ, ਆਪਣੇ ਮਨ ਦੀ ਸ਼ਾਂਤੀ ਲਈ, ਤੇ ਉਹ ਸੜਕ 'ਤੇ ਪਏ ਤੜਫ ਰਹੇ ਨੂੰ ਇਗਨੋਰ ਕਰਨਾ, ਜਾਂ ਕਿਸੇ ਵੀ ਨਾਗਰਿਕ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਇਗਨੋਰ ਕਰ ਦੇਣਾ, ਉਹਦੇ ਲਈ ਨਹੀਂ ਹੈਗਾ ਉਹ ਹੈਲਪਫੁਲ। ਉਹ ਮੇਰੇ ਲਈ ਹੈਲਪਫੁਲ ਹੈ ਕਿ ਮੈਂ ਆਪਣੇ ਲਈ ਉਹਨੂੰ ਚੱਕ ਰਿਹਾ, ਜੋ ਮੈਨੂੰ ਮੇਰੇ ਕ੍ਰੀਏਟਰ ਦੀ ਕਾਲ ਆ ਰਹੀ, ਮੈਂ ਉਹਦੇ ਲਈ ਉਹਨੂੰ ਚੱਕ ਰਿਹਾ। ਇਸ ਕਰਕੇ ਮੇਰਾ ਭਲਾ ਉਹਦੇ ਵਿੱਚ, ਉਸ ਤੋਂ ਬਿਨਾਂ ਮੇਰਾ ਭਲਾ ਨਹੀਂ ਹੈਗਾ। ਮੇਰੇ ਮਨ ਨੂੰ ਸ਼ਾਂਤੀ ਦੇਣ ਵਾਲੀ ਕੋਈ ਚੀਜ਼ ਨਹੀਂ, ਕੋਈ ਤਖਤ ਨਹੀਂ ਹੈ ਅਤੇ ਕੋਈ ਤਾਜ ਨਹੀਂ ਹੈ ਜਿਹੜਾ ਮੇਰੇ ਮਨ ਨੂੰ ਸ਼ਾਂਤੀ ਦੇ ਸਕੇ ਅਤੇ ਮੈਨੂੰ ਸੈਟਿਸਫਾਈਡ ਕਰ ਸਕੇ, ਅਤੇ ਸਿਰਫ ਉਹੀ ਚੀਜ਼ ਹੈ। ਇਸ ਕਰਕੇ ਉਹ ਮੇਰਾ ਸਹਾਰਾ ਹੈ, ਜਿਹੜੇ ਕਿ ਮੈਨੂੰ ਇੱਕ ਮੇਰੇ ਅੰਦਰਲੇ ਇਨਸਾਨ ਨੂੰ ਜ਼ਿੰਦਾ ਰੱਖਣ ਲਈ ਹੈ ਨਾ, ਅਤੇ ਮੈਨੂੰ ਉਹ ਮੌਕਾ ਮਿਲਦਾ ਹੈਗਾ ਹੈ ਨਾ। ਅਤੇ ਵਾਕਈ ਇਹ ਹਾਲਾਤ ਇੱਦਾਂ ਦੇ ਹੀ ਆ। ਉੱਥੇ ਬਹੁਤ ਸਾਰੇ, ਜਿਵੇਂ ਕਹਿ ਲਓ ਵੀ ਹਮਦਰਦ ਦੀ ਸਮੁੱਚੀ ਟੀਮ ਤੁਹਾਡੀ ਅਤੇ ਮੈਨੇਜਮੈਂਟ ਦਾ, ਅਸੀਂ ਸ਼ੁਰੂ ਤੋਂ ਹੀ ਮਹਿਸੂਸ ਕਰ ਰਹੇ ਹਾਂ ਤੁਹਾਡਾ ਬਹੁਤ ਇਹ ਵੋਇਸਲੈਸ ਦੀ ਵੋਇਸ ਬਣ ਕੇ ਬਹੁਤ ਵੱਡਾ ਯੋਗਦਾਨ ਰਿਹਾ ਇਸ ਮਿਸ਼ਨ ਦੇ ਵਿੱਚ, ਜਿਹਦੇ ਵਿੱਚ ਬਹੁਤ ਸਾਰੇ ਬੇਵਸ ਤੇ ਲਾਚਾਰ, ਕੋਈ ਡਿਪਰੈਸ਼ਨ ਚਲੇ ਗਿਆ, ਕੋਈ ਡਿਮੈਂਸ਼ੀਆ ਕਰਕੇ, ਕੋਈ ਇੰਟੈਲੈਕਚੁਅਲ ਪ੍ਰੋਬਲਮਸ ਕਰਕੇ, ਕੋਈ ਟ੍ਰੈਜਡੀ, ਕੋਈ ਇੰਜਸਟਿਸ, ਕੋਈ ਟੌਰਚ, ਬਹੁਤ ਸਾਰੇ ਕਈਆਂ ਦੇ ਔਲਾਦ ਹੀ ਨਹੀਂ ਹੋਈ, ਕਈ ਵਿਚਾਰੇ ਇੱਦਾਂ ਦੇ ਹਾਲਾਤ ਸੀ ਵੀ ਮਤਲਬ ਉਹਨੇ ਕੋਈ ਸ਼ਾਦੀ ਵੀ ਨਹੀਂ ਕਰਾਈ, ਜਾਂ ਕਈ ਆਪਣੇ ਘਰ ਦੇ ਰਸਤੇ ਭੁੱਲ ਗਏ। ਕਈਆਂ ਨੂੰ ਆਪਣਿਆਂ ਨੇ ਹੀ ਵੀਰਾਨ ਥਾਵਾਂ 'ਤੇ ਛੱਡ ਦਿੱਤਾ, ਪਰਿਵਾਰਾਂ ਦੇ ਹੁੰਦੇ, ਸਮਾਜ ਦੇ ਹੁੰਦੇ, ਸਰਕਾਰ ਦੇ ਹੁੰਦੇ, ਬੇਬਸ ਤੇ ਲਾਚਾਰ ਹੋ ਗਏ, ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ। ਉਹਨਾਂ ਦੀ ਸੰਭਾਲ, ਇਲਾਜ ਅਤੇ ਪੁਨਰਵਾਸ ਲਈ ਇਹ ਪ੍ਰਭ ਆਸਰਾ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰਦੀ ਆ ਰਹੀ ਹੈ। ਅਤੇ ਹੁਣ ਕੋਵਿਡ-19 ਦੌਰਾਨ ਬੜਾ ਇਲਾਜ ਦੀ ਸਮੱਸਿਆ ਬੜੀ ਵਧੀ ਹੈ, ਜਿਹਦੇ ਵਿੱਚ ਕਹਿ ਲਓ ਵੀ OPD ਵੀ ਬੰਦ ਅਤੇ OT ਵੀ ਬੰਦ, ਇੰਨੇ ਸੀਰੀਅਸ ਕੇਸ ਆਉਂਦੇ ਆ। ਰਾਤ ਨੂੰ ਹਨੇਰੀ ਚੱਲ ਰਹੀ, ਝੱਖੜ ਚੱਲ ਰਹੇ ਆ, ਰਾਤ ਨੂੰ ਕੋਈ ਔਰਤ ਨਾਲ ਛੋਟੇ ਜਿਹੇ ਬੱਚੇ ਦੇ, ਹੁਣ ਜਿਵੇਂ 3-4 ਦਿਨ ਦੀ ਗੱਲ ਹੈ, ਉਹ ਪਹਿਲਾਂ ਸਵੇਰੇ ਅਸੀਂ ਦੁਪਹਿਰੇ ਇੱਕ ਬਜ਼ੁਰਗ ਨੂੰ ਦਾਖਲ ਕੀਤਾ, ਉਸ ਤੋਂ ਬਾਅਦ ਰਾਤ ਨੂੰ ਕੋਈ ਉਤਾਰ ਕੇ ਚਲੇ ਗਿਆ। ਉਹ ਇਹੋ ਜਿਹਾ ਮੌਸਮ, ਉਹਦੇ ਵਿੱਚ ਸੰਬੰਧਿਤ ਜਿਹੜੇ ਡਿਪਾਰਟਮੈਂਟ ਹੈਗੇ ਆ, ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ। ਅਤੇ ਫਿਰ ਉਸ ਵੇਲੇ ਸਾਡੇ ਸਾਥੀ ਜਿਹੜੇ ਹੈਗੇ ਆ, ਭਾਵੇਂ ਸਾਡੇ ਕੋਲ ਮਤਲਬ ਜੇ ਆਪਾਂ ਗੱਲ ਕਰਦੇ ਹਾਂ ਲੇਡੀਜ਼ ਦੀ ਅਤੇ ਬੱਚਿਆਂ ਦੀ, ਉਹ ਲੇਡੀ ਸੀ ਜਿਹੜੀ, ਉਹਦੀ ਉਮਰ ਲਗਭਗ 30 ਸਾਲ ਹੋਣੀ ਹੈ। ਬੱਚੀ ਸੀ ਜਿਹੜੀ, ਉਹਦੇ ਕੋਲ ਕੋਈ ਲਗਭਗ 10 ਕੁ ਸਾਲ ਦੇ ਕਰੀਬ ਹੋਣੀ ਹੈ। ਅਤੇ ਇੰਨੇ ਸਹਿਮੇ ਹੋਏ ਸੀ, 10 ਕੁਛ ਪਾ ਨਹੀਂ ਸੀ ਰਹੇ ਉਹ। ਅਤੇ ਉਸ ਵੇਲੇ ਹਾਲਾਤ ਕੁਛ ਵੀ ਨਹੀਂ ਸੀ ਦਿਖ ਰਿਹਾ, ਕੀ ਕਰੀਏ। ਅਤੇ ਉਹਨਾਂ ਨੂੰ ਦਾਖਲ ਕਰਨਾ, ਪਰ ਨਾ ਕੋਈ ਕੋਵਿਡ ਦੇ ਟੈਸਟ ਹੈ, ਨਾ ਕੋਈ ਕੰਟੇਜੀਅਸ ਡਿਜ਼ੀਜ਼ ਦੇ ਟੈਸਟ ਹੈ ਨਾ। ਅਤੇ ਉੱਥੇ ਅਸੀਂ ਵਾਕਈ ਹੀ ਅਜੇ, ਭਾਵੇਂ ਅਸੀਂ ਉੱਥੇ ਬੱਚਿਆਂ ਨੂੰ, ਲੜਕੀਆਂ ਨੂੰ ਅਤੇ ਲੜਕਿਆਂ ਨੂੰ ਅਲੱਗ ਕੀਤਾ, ਅਤੇ ਅਸੀਂ ਸਪੈਸ਼ਲ ਬੱਚਿਆਂ ਨੂੰ ਉਹਦੇ ਵਿੱਚ ਕੁਛ ਅਲੱਗ ਵਾਤਾਵਰਨ 'ਚ ਰੱਖਿਆ, ਅਲੱਗ ਕੀਤਾ। ਫਿਰ ਉਸ ਤੋਂ ਬਾਅਦ ਆ ਗਏ ਅਡਲਟ ਦੇ ਵਿੱਚ ਮੇਲ ਅਤੇ ਫੀਮੇਲ ਨੂੰ ਅਲੱਗ ਕੀਤਾ। ਬਜ਼ੁਰਗ ਆ ਗਏ ਹਨ, ਭਾਵੇਂ ਉਹਦੇ ਵਿੱਚ ਹੁਣ ਬਲਾਈਂਡ ਵੀ ਹੈ, ਡੈਫ ਐਂਡ ਡੰਮ ਵੀ ਹੈ। ਉਹਨਾਂ ਦੀ ਮਾਨਸਿਕ ਅਤੇ ਸਰੀਰਕ ਹਾਲਤ ਮੁਤਾਬਕ ਅਸੀਂ ਅਲੱਗ-ਅਲੱਗ ਜੇ ਵਿੰਗ ਪ੍ਰੋਪਰ ਬਣਾ ਨਹੀਂ ਸਕੇ, ਭਾਵੇਂ ਕਾਫੀ ਕੁਛ ਬਣਾਉਣ ਤੋਂ ਬਾਅਦ ਵੀ ਅਜੇ ਬਹੁਤ ਕੁਛ ਹੈ ਜਿਹੜਾ ਸਾਨੂੰ ਉਹਨਾਂ ਦੀ ਕੰਟੇਜੀਅਸ ਡਿਜ਼ੀਜ਼ ਦੇ ਆਧਾਰ 'ਤੇ ਅਸੀਂ ਉਹਦੇ ਵਿੱਚ ਹੀ ਕਿੱਦਾਂ ਉਹਨਾਂ ਨੂੰ ਆਈਸੋਲੇਟ ਕਰ ਰਹੇ ਹਾਂ, ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਟਾਫ ਨੂੰ, ਕਿਉਂਕਿ ਉਹ ਨਾ ਤਾਂ ਵਿਚਾਰੇ ਡਿਪਰੈਸ਼ਨ 'ਚ ਵੀ ਹੈਗੇ ਹੈ, ਅਤੇ ਕੰਟੇਜੀਅਸ ਡਿਜ਼ੀਜ਼ ਜਿਹੜੀ ਹੈ ਉਸ ਤੋਂ ਵੀ ਪੀੜਤ ਹੈਗੇ ਹੈ। ਅਤੇ ਉਹਨਾਂ ਨੂੰ ਮਤਲਬ ਉਹੋ ਜਿਹੇ ਰਸ਼ ਦੇ ਵਿੱਚ ਰੱਖਣਾ ਅਤੇ ਉਹ ਇਨਵਾਇਰਮੈਂਟ ਦੇਣਾ ਰੀਹੈਬਲੀਟੇਸ਼ਨ ਦਾ, ਇਹ ਵੀ ਇੱਕ ਸੰਘਰਸ਼ ਹੈ। ਅਤੇ ਇਹ ਜਿਹੜਾ ਕਿ ਅਸੀਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ, ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਖੀਰਲੇ ਸਮੇਂ ਤੱਕ, ਜਿੰਨੀ ਦੇਰ ਤੱਕ ਸਾਡੇ ਸਾਥੀਆਂ ਲਈ ਸਰਕਾਰਾਂ ਵੱਲੋਂ ਜਾਂ ਧਾਰਮਿਕ ਕੇਂਦਰਾਂ ਵੱਲੋਂ ਅੱਗੇ ਆ ਕੇ ਲੋੜੀਂਦਾ ਪ੍ਰਬੰਧ ਨਹੀਂ ਹੁੰਦਾ, ਉਨੀ ਦੇਰ ਤੱਕ ਅਸੀਂ ਇਹਦੇ ਲਈ ਆਪਣਾ 100% ਦੇ ਸਕੀਏ, ਯਤਨਸ਼ੀਲ ਰਹੀਏ। ਪਰਮਾਤਮਾ ਅੱਗੇ ਸਾਡੀ ਸਦਾ ਇਹੀ ਅਰਦਾਸ ਹੈ। ਇਹਨਾਂ ਹਾਲਾਤਾਂ ਵਿੱਚ ਹੌਸਪੀਟਲ ਦੀ ਤੁਸੀਂ ਗੱਲ ਕਰਦੇ ਸੀ ਕੀ ਲੋੜ ਪਈ, ਹੌਸਪੀਟਲ ਤੋਂ ਬਿਨਾਂ, ਡਾਕਟਰ ਤੋਂ ਬਿਨਾਂ, ਇਲਾਜ ਤੋਂ ਬਿਨਾਂ ਗੁਜ਼ਾਰਾ ਕਿੱਥੇ। ਕਿਉਂਕਿ ਜਿਹੜੇ ਪਹਿਲਾਂ ਹੀ ਪੀੜਤ ਇਨਸਾਨ ਹੈ, ਸਾਡੇ ਦੇਸ਼ ਦੇ ਨਾਗਰਿਕ ਹੈ, ਉਹਨਾਂ ਨੂੰ ਇਲਾਜ ਤਾਂ ਚਾਹੀਦਾ ਹੀ ਹੈ ਨਾ। ਅਤੇ ਉਹਦੇ ਵਿੱਚ ਫਿਰ ਸਾਡੇ ਹੋਰ ਬਹੁਤ ਆਰਥਿਕ ਪੱਖੋਂ ਕਮਜ਼ੋਰ ਲੋਕ ਸਾਡੇ ਕੋਲ ਪਹੁੰਚਦੇ ਆ, ਗੇਟ ਦੇ ਅੱਗੇ ਆ ਜਾਂਦੇ ਆ, ਅਤੇ ਫਿਰ ਉਹਨਾਂ ਨੂੰ ਇਲਾਜ ਉਹਦੇ ਵਿੱਚ ਹੀ ਓਪਰੇਟ ਕਰਨਾ, ਮਾਈਨਰ ਜਿਹੜੀ ਜਿਸ ਤਰ੍ਹਾਂ ਮਾਈਨਰ OT ਉੱਥੇ ਵੀ ਬਣਾਈ ਹੋਈ ਹੈ, ਅਤੇ ਉਹ ਡਾਕਟਰ ਵਿੱਚ ਫਿਰ ਬੜਾ ਮੁਸ਼ਕਿਲ ਆਉਂਦਾ ਸੀ, ਹੈ ਨਾ। ਕੋਵਿਡ ਦਾ ਵੀ ਵਿੱਚ ਨਾਲ ਇਹ ਸਾਰਾ ਕੁਛ, ਉਹ ਹੈ ਵੀ ਬੜੇ ਸੈਂਸਿਟਿਵ ਹੈ, ਬਜ਼ੁਰਗ ਹੈ, ਚੂਲੇ ਟੁੱਟੇ ਹੈ, ਇੰਨੇ ਇਮਿਊਨਿਟੀ ਇੰਨੀ ਘੱਟ ਹੁੰਦੀ ਹੈ ਵਿੱਚੇ, ਹੈ ਨਾ। ਉਹ ਲਿੰਕ ਅੱਗੇ ਫਿਰ ਬੱਚਿਆਂ ਤੱਕ ਚਲਾ ਜਾਂਦਾ, ਅਤੇ ਇਸ ਕਰਕੇ ਫਿਰ ਮਤਲਬ ਜਦੋਂ ਦਰਵਾਜ਼ੇ ਸਾਨੂੰ ਬਿਲਕੁਲ ਹੀ ਬੰਦ ਦਿਖੇ, ਭਾਵੇਂ ਅਲੱਗ ਇੱਕ ਪੰਜਾਬ ਨੇ ਅਲੱਗ ਸੈਂਟਰ ਵੀ ਬਣਾ ਲਿਆ ਕੋਵਿਡ ਦਾ, ਪਰ ਫਿਰ ਵੀ ਸਾਡੀਆਂ OPDs ਜਿਹੜੀਆਂ ਹੈਗੀਆਂ ਜਾਂ OT ਸਾਡੇ ਖੁੱਲ੍ਹੇ ਨਹੀਂ ਹੈਗੇ, ਬੰਦ ਹੈ। ਉੱਧਰ ਵਾਇਰਸ ਅਟੈਕ ਕਰ ਰਿਹਾ, ਅਤੇ ਉੱਧਰ ਜਿਹੜੇ ਅਟੈਕ ਤੋਂ ਡਾਕਟਰਾਂ ਨੇ ਬਚਾਉਣਾ, ਉਹ ਦਰਵਾਜ਼ੇ ਬੰਦ ਕਰਕੇ ਬੈਠ ਗਏ। ਅਤੇ ਇਹ ਸਾਡਾ ਦੇਸ਼ ਹੈ, ਮੈਂ ਆਪਣੇ ਦੇਸ਼ ਦੇ ਲਾਈਕ ਨਾਗਰਿਕਾਂ ਦੀ ਗੱਲ ਕਰ ਰਿਹਾ ਹੈਗਾ, ਆਪਣੀ ਗੱਲ ਕਰ ਰਿਹਾ ਵੀ ਸਾਡੇ ਸਾਥੀ ਜਿਹੜੇ ਹੈਗੇ ਆ ਉਹ ਜਾਣ ਕਿੱਥੇ ਹੁਣ। ਉਹ ਤਾਂ ਡਾਕਟਰ ਨੇ ਬਚਾਉਣੇ ਆ ਨਾ, ਅਤੇ ਡਾਕਟਰ OPD ਦੇ ਵਿੱਚ ਮਤਲਬ ਕਹਿੰਦੇ ਵੀ ਨਹੀਂ ਅੱਜ OPD ਬੰਦ ਹੈਗੀਆਂ ਸਾਡੀਆਂ, ਅਤੇ ਜਾਣਗੇ ਕਿੱਥੇ ਹੁਣ।
ਇਹ ਇੰਨਾ ਮਜਬੂਰ ਅਸੀਂ ਫਿਰ ਇੰਨੇ ਸੀਰੀਅਸ ਕੇਸ ਉਧਰ ਬੱਚੇ ਬਾਹਰ ਨਾ ਉਧਰ ਰਜਿਸਟ੍ਰੇਸ਼ਨ ਦਾ ਮਤਲਬ ਹੈ ਨਾ ਜੋ ਪੀਜੀਆਈ 'ਚ ਜਾਂਦੇ ਉਹ ਕਹਿੰਦੇ ਤੁਸੀਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਾਓ, ਰਜਿਸਟ੍ਰੇਸ਼ਨ ਤੇ 2 ਘੰਟੇ ਖੁੱਲ੍ਹਦੀ ਹੈ, ਉਹਦੇ ਫਿਰ ਨਹੀਂ ਰਜਿਸਟ੍ਰੇਸ਼ਨ ਹੁੰਦੀ, ਬੱਚਾ ਸੀਰੀਅਸ ਵੇਟ ਥੋੜ੍ਹਾ ਕਰ ਸਕਦਾ। ਐਮਰਜੈਂਸੀ ਹਾਲਾਤ ਜਿਹੜੇ ਹੈਗੇ ਮਤਲਬ ਇੰਨਾ ਮਜਬੂਰ ਕਰਤਾ ਸਾਨੂੰ, ਮਤਲਬ ਇਹਦੇ ਵਿੱਚ ਫੋਰਸ ਕੀਤਾ ਹਾਲਾਤਾਂ ਨੇ ਕਿ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਮੈਡੀਕਲ ਸਕੂਲ, ਭਾਵੇਂ ਹਾਲਾਤ ਨਹੀਂ ਇਜਾਜ਼ਤ ਦੇ ਰਹੇ, ਹਾਲਾਤ ਕਹਿੰਦੇ ਪਹਿਲਾਂ ਬਜ਼ੁਰਗਾਂ ਲਈ ਹੋਮ ਹੈ, ਇਸ ਤਰ੍ਹਾਂ ਦੇ ਬਜ਼ੁਰਗਾਂ ਲਈ ਇਸ ਤਰ੍ਹਾਂ ਹੋਮ ਨਾ, ਕਿਉਂਕਿ ਇੰਟੈਲੈਕਚੁਅਲ ਡਿਸੇਬਿਲਿਟੀ ਵਾਲੇ ਬਜ਼ੁਰਗ ਵੀ ਹੈਗੇ ਹੈ ਨਾ, ਡਿਮੈਂਸ਼ੀਆ ਵਾਲੇ ਵੀ ਹੈ, ਕੁਛ ਜਿਹਨਾਂ ਦਾ ਕੋਈ ਹੈ ਹੀ ਨਹੀਂ ਬਜ਼ੁਰਗ, ਬਹੁਤ ਅਖੀਰਲੇ ਸਮੇਂ 'ਚ ਜਿਵੇਂ 90 ਸਾਲ ਦਾ, ਕੋਈ 80 ਸਾਲ ਦਾ, ਉਹਨਾਂ ਨੂੰ ਸਹਾਰੇ ਦੀ ਲੋੜ ਹੈ, ਕੋਈ ਨਹੀਂ ਹੈਗਾ। ਅਤੇ ਉਹਨਾਂ ਬਜ਼ੁਰਗਾਂ ਨੂੰ ਅਲੱਗ-ਅਲੱਗ ਬਜ਼ੁਰਗਾਂ ਲਈ ਹੋਮ ਵੀ ਕਈ ਤਰ੍ਹਾਂ ਦੇ ਚਾਹੀਦੇ ਆ, ਬੱਚਿਆਂ ਲਈ ਹੋਮ ਜਿਹੜੇ ਸਪੈਸ਼ਲ ਹੈ, ਸੈਰੀਬਰਲ ਪਲਸੀ ਵਾਲੇ ਬੱਚੇ ਹੈਗੇ ਹੈ ਜਾਂ ਇੰਟੈਲੈਕਚੁਅਲ ਡਿਸੇਬਿਲਿਟੀ ਕਈ ਤਰ੍ਹਾਂ ਦੀ ਹੈਗੀ ਹੈ, ਮਾਈਨਰ ਹੈਗੀ ਹੈ, ਮੋਡਰੇਟ ਹੈਗੀ ਹੈ, ਸੀਵੀਅਰ ਹੈਗੀ ਹੈ, ਪ੍ਰੋਫਾਊਂਡ ਹੈਗੀ ਹੈ, ਉਹਨਾਂ ਲਈ ਅਲੱਗ-ਅਲੱਗ ਉਹਨਾਂ ਦੀਆਂ ਨੀਡਸ ਹੈਗੀਆਂ। ਅਜੇ ਫਿਲਹਾਲ ਇਕੱਠੇ ਰਹਿ ਰਹੇ ਨੇ ਸਾਰੇ, ਕਿਉਂਕਿ ਕਰੋਨਾ ਦਾ ਟਾਈਮ ਹੈ, ਅੱਗੇ ਆਪਾਂ ਇੰਨਾ ਨਹੀਂ ਰੱਖ ਸਕਦੇ, ਇਕੱਠ ਵੀ ਨਹੀਂ ਕਰ ਸਕਦੇ। ਸੜਕ 'ਤੇ ਵੀ ਨਹੀਂ ਛੱਡ ਸਕਦੇ, ਕੀ ਕਰੀਏ। ਜੀ ਬਹੁਤ ਲੋੜ ਹੈ ਅਲੱਗ-ਅਲੱਗ ਵਾਰਡ ਦੀ, ਅਲੱਗ-ਅਲੱਗ ਵੀ ਬਜ਼ੁਰਗਾਂ ਨੂੰ, ਬੱਚਿਆਂ ਨੂੰ ਅਲੱਗ ਰੱਖ। ਵੀ ਲੜਕੇ ਲੜਕੀਆਂ ਅਲੱਗ-ਅਲੱਗ ਕੀਤੇ, ਹੁਣ ਲੜਕੀਆਂ ਦੇ ਵਿੱਚ ਹੀ ਇੰਨੇ ਤਰ੍ਹਾਂ ਦੀਆਂ ਲੜਕੀਆਂ ਹੈ, ਇੱਕ ਕ੍ਰੈਡਲ 'ਚ ਪਏ ਹੈ ਬੱਚੇ, ਸੀਪੀ ਬੱਚੇ ਹੈ, ਸੈਰੀਬਰਲ ਪਲਸੀ ਵਾਲੇ ਬੱਚੇ ਹੈ, ਇੱਕ ਇਨਫੈਂਟਸ ਜਿਹੜੇ ਹੈਗੇ ਹੈ, ਇੱਕ ਹਾਈਪਰ ਬੱਚੀ ਹੈਗੀ ਹੈ, ਉਹਦੀ ਬਿਹੇਵੀਅਰ ਪ੍ਰੋਬਲਮ ਹੈਗੀ ਹੈ ਨਾਲ, ਉਹਦੇ ਲਾਗੇ ਨਹੀਂ ਪਾ ਸਕਦੇ, ਨਾਰਮਲ ਬੱਚੀਆਂ ਹੈਗੀਆਂ, ਡੈਸਟੀਟਿਊਟ ਬੱਚੀਆਂ ਹੈਗੀਆਂ, ਪੁਲਿਸ ਜਾਂ ਚਾਈਲਡ ਵੈਲਫੇਅਰ ਕਮੇਟੀ ਦੇ ਥਰੂ ਆਈਆਂ। ਅੱਗੇ ਲੜਕੀਆਂ ਨੂੰ ਤਾਂ ਅਲੱਗ ਕਰ ਦਿੱਤਾ, ਪਰ ਲੜਕੀਆਂ ਦੀਆਂ ਕੈਟਾਗਰੀਜ਼ ਬਹੁਤ ਹੈ, ਲੜਕਿਆਂ ਨੂੰ ਅਲੱਗ ਕਰ ਦਿੱਤਾ, ਉਹਨਾਂ ਦੀਆਂ ਕੈਟਾਗਰੀਜ਼ ਬਹੁਤ ਹੈ ਨਾ। ਹੁਣ ਜਿਹੜਾ 6 ਸਾਲ, ਹੁਣ 3 ਬੱਚੇ ਆਏ ਸਾਡੇ ਕੋਲ ਹੈ ਨਾ, ਮਤਲਬ ਪਿਛਲੇ ਹਫਤੇ, ਅਤੇ 4 ਬੱਚੇ ਆਏ, ਅਤੇ ਉਹਨਾਂ ਨੂੰ ਮਤਲਬ ਅਸੀਂ ਹੁਣ ਬੱਚੇ ਦੀ ਉਮਰ 'ਚ ਲੜਕੀਆਂ ਵੀ ਹੈ ਅਤੇ ਲੜਕੇ ਵੀ ਹੈਗੇ ਹੈ ਨਾ, ਉਹਨੂੰ ਕਿਸ ਕੈਟਾਗਰੀ 'ਚ ਹੈ ਨਾ, ਉਹ ਲੜਕੀਆਂ ਤੱਕ ਰੱਖਣੇ ਹੈ, ਫਿਰ ਉਸ ਤੋਂ ਬਾਅਦ ਵੱਡਾ ਹੋ ਗਿਆ ਉਹਨੂੰ ਲੜਕਿਆਂ 'ਚ ਰੱਖਣਾ, ਉਹ ਵੀ ਕਿਸ ਟਾਈਪ ਦੇ ਲੜਕਿਆਂ 'ਚ ਰੱਖਣਾ, ਉਹਨਾਂ ਦੀ ਉਮਰ ਕਿੰਨੀ, ਅੱਗੇ ਕੈਟਾਗਰੀਜ਼ ਕਾਫੀ ਬਣ ਰਹੀਆਂ, ਇੱਦਾਂ ਹੀ ਅਡਲਟ 'ਚ ਬਣ ਰਹੀਆਂ, ਅਡਲਟ ਮੇਲ 'ਚ ਵੀ ਬਣ ਰਹੀਆਂ, ਫੀਮੇਲ 'ਚ ਵੀ ਬਣ ਰਹੀਆਂ, ਇੱਦਾਂ ਹੀ ਬਜ਼ੁਰਗਾਂ 'ਚ ਬਣ ਰਹੀਆਂ। ਭਾਵੇਂ ਅਸੀਂ ਇੰਨੇ ਕੁ ਤਾਂ ਅਲੱਗ ਕਰਤੇ, ਔਰਤਾਂ ਅਤੇ ਮੇਲ ਅਲੱਗ ਕਰ ਦਿੱਤੇ, ਬੱਚੇ ਲੜਕੀਆਂ ਅਤੇ ਲੜਕੇ ਅਲੱਗ ਕਰ ਦਿੱਤੇ ਹੈ ਨਾ, ਭਾਵੇਂ ਉਧਰ ਕੁਛ ਸਪੈਸ਼ਲ ਬੱਚੇ ਅਲੱਗ ਕਰ ਦਿੱਤੇ, ਇੰਨੇ ਕੁ ਤਾਂ ਅਲੱਗ ਇੱਦਾਂ ਕਰ ਹੀ ਰਹੇ ਹੈ। ਕੰਟੇਜਸ ਡਿਜ਼ੀਜ਼ ਵਾਲੇ ਥੋੜ੍ਹੇ ਅਲੱਗ ਕੀਤੇ ਹੈਗੇ ਜਿੰਨੀ ਕੁ ਮਤਲਬ ਹੈ ਨਾ, ਜਿਵੇਂ ਡਾਕਟਰ ਸਾਨੂੰ ਗਾਈਡ ਕਰਦੇ ਆ, ਪਰ ਇੰਨਾ ਅਲੱਗ ਇਨਵਾਇਰਮੈਂਟ ਨਹੀਂ ਹੈਗਾ ਜਿਹਦੇ ਵਿੱਚ ਉਹਨਾਂ ਦਾ ਮਤਲਬ ਗਰਾਊਂਡ ਵੀ ਅਲੱਗ ਹੋਵੇ, ਉਸ ਪ੍ਰੋਪਰ ਹੈ ਨਾ, ਉਹਦੀ ਰਿਹੈਬਲੀਟੇਸ਼ਨ ਨਾਲ ਸੰਬੰਧਿਤ ਫੈਸਿਲਿਟੀਜ਼ ਇੱਦਾਂ ਉਹਨਾਂ ਨੂੰ ਦੇ ਸਕੀਏ। ਅਤੇ ਮਤਲਬ ਇੰਨਾ ਕੁਛ ਕਰਨ ਵਾਲਾ ਪੈਂਡਿੰਗ ਪਿਆ, ਇੱਦਾਂ ਲੱਗਦਾ ਵੀ ਵੱਡਾ ਸਾਰਾ ਨਗਰ ਪਹਿਲਾਂ ਦਾ ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਨਾ, ਵੀ ਸਾਹਿਬਜ਼ਾਦਿਆਂ ਦੀ ਸੋਚ ਦੇ ਉੱਤੇ ਜਿਵੇਂ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਨੇ, ਵੀ ਤਾਂ ਕਿ ਸਮਾਜ ਬਚ ਸਕੇ, ਇਨਸਾਨੀਅਤ ਜਿੰਦਾ ਰਹਿ ਸਕੇ, ਇਨਸਾਨਾਂ ਨੂੰ ਆਦਰ ਸਤਿਕਾਰ ਨਾਲ ਜ਼ਿੰਦਗੀ ਜੀਣ ਦਾ ਮੌਕਾ ਮਿਲ ਸਕੇ, ਇਹ ਮਨੁੱਖੀ ਹੱਕਾਂ ਲਈ ਜਿਵੇਂ ਉਹਨਾਂ ਨੇ ਸਾਰਾ ਕੁਝ ਲਗਾ ਦਿੱਤਾ। ਅਤੇ ਜਿਵੇਂ ਨਗਰ ਤਾਂ ਬਣ ਗਏ ਉਹਨਾਂ ਦੇ ਨਾਂ 'ਤੇ, ਪਰ ਉਹਨਾਂ ਦੇ ਪ੍ਰਿੰਸੀਪਲ ਦਾ, ਉਹਨਾਂ ਦੇ ਸੁਪਨੇ ਦਾ ਸਮਾਜ ਨਹੀਂ ਦਿਖਦਾ, ਉਹਨਾਂ ਦੇ ਸੁਪਨਿਆਂ ਦੀ ਸਟੇਟ ਨਹੀਂ ਦਿਖਦੀ, ਉਹਨਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਦਿਖਦਾ ਜੀ, ਹੈ ਨਾ, ਕਿ ਦਿਖ ਰਿਹਾ ਨਹੀਂ ਦਿਖ ਰਿਹਾ। ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਇੰਨਾ ਇਹਨਾਂ ਦੇ ਅੰਦਰ ਦਰਦ ਹੈਗਾ, ਸਾਡੇ ਵੀਰਾਂ ਦਾ, ਭੈਣਾਂ ਦਾ, ਵਿਦੇਸ਼ਾਂ ਤੱਕ ਬੈਠੇ ਹਨ, ਦੇਸ਼ਾਂ ਵਿਦੇਸ਼ਾਂ ਤੱਕ, ਅਤੇ ਉਹਨਾਂ ਦਾ ਬੜਾ ਸਹਿਯੋਗ ਹੈ, ਜਿਹਦੇ ਕਰਕੇ ਹੁਣ ਤੱਕ ਕਿੰਨੇ ਲੋਕ, ਸੈਂਕੜੇ ਲੋਕਾਂ ਨੂੰ ਠੀਕ ਹੋਣ ਦਾ ਮੌਕਾ ਮਿਲਿਆ, ਦੁਬਾਰੇ ਆਦਰ ਸਤਿਕਾਰ ਜ਼ਿੰਦਗੀ ਦਾ ਮੌਕਾ ਮਿਲਿਆ ਹੈ ਨਾ। ਅਤੇ ਸਾਡੀ ਮਜਬੂਰੀ ਇਹ ਇਸ ਕਰਕੇ ਹੈ ਵੀ ਸਾਡੇ ਭਾਵੇਂ ਹਾਲਾਤ ਨਹੀਂ ਇਜਾਜ਼ਤ ਦੇ ਰਹੇ, ਪਰ ਫਿਰ ਵੀ ਬਹੁਤ ਸਾਰੇ ਨਾਗਰਿਕ ਹੈ, ਇੱਕ ਤਾਂ ਉਹ ਬੇਬਸ ਅਤੇ ਲਾਚਾਰ ਨਾਗਰਿਕ, ਅਤੇ ਜਿਨ੍ਹਾਂ ਦੇ ਕੋਲ ਨਾਈਬਲ ਬੋਡੀ, ਨਾ ਕੋਈ ਪਰਿਵਾਰਿਕ, ਨਾ ਕੋਈ ਸਮਾਜਿਕ, ਨਾ ਕੋਈ ਸਰਕਾਰ ਦਾ ਸਹਾਰਾ ਰਿਹਾ, ਠੀਕ ਹੋਣ ਦਾ ਮੌਕਾ ਨਹੀਂ ਮਿਲਦਾ ਉਹਨਾਂ ਵਾਸਤੇ। ਦੂਜੇ ਜਿਹੜੇ ਹੈਗੇ ਜਿਨ੍ਹਾਂ ਦੀ ਪਹੁੰਚ ਤੋਂ ਪਰੇ ਚਲਿਆ ਗਿਆ ਟਰੀਟਮੈਂਟ, ਜਿਨ੍ਹਾਂ ਦੀ ਲੁੱਟ ਖਸੁੱਟ ਵੱਡੇ ਪੱਧਰ 'ਤੇ ਹੋ ਰਹੀ ਹੈ ਨਾ, ਐਮਰਜੈਂਸੀ ਹਾਲਾਤਾਂ ਦੇ ਵਿੱਚ ਨਾਗਰਿਕ ਦੀ ਜਾਨ ਨੂੰ ਬਿਨਾਂ ਸ਼ਰਤ ਬਚਾਉਣ ਲਈ 24 ਘੰਟੇ ਐਂਬੂਲੈਂਸਾਂ ਇੱਥੇ, ਡਰਾਈਵਰ ਅਤੇ ਜਿੰਨਾ ਕੁ ਵੀ ਮਤਲਬ ਅਸੀਂ ਮਤਲਬ ਕਹਿ ਲਓ ਨਾਲ ਪੈਰਾਮੈਡੀਕਲ ਸਟਾਫ ਨਾਲ ਭੇਜ ਕੇ, ਉਹਦੀ ਪੂਰੀ ਕੋਸ਼ਿਸ਼ ਹੁੰਦੀ। ਸਾਡੇ ਡਾਕਟਰ ਇੱਥੇ ਹੁਣ ਡੇ ਕੇਅਰ ਤੱਕ ਸ਼ੁਰੂ ਹੈ, ਸਾਡਾ 7 ਵਜੇ ਤੱਕ ਹੈ ਸ਼ਾਮ ਨੂੰ, ਅਤੇ ਉਹਨਾਂ ਦੀ ਪੂਰੀ ਕੇਅਰ ਕਰਦੇ ਹਾਂ। ਪਰਮਾਤਮਾ ਦੀ ਕਿਰਪਾ ਨਾਲ, ਸੰਗਤ ਦੇ ਸਹਿਯੋਗ ਨਾਲ ਬਹੁਤ ਲੋਕ ਠੀਕ ਹੋ ਰਹੇ ਹੈ। ਅਤੇ 7 ਵਜੇ ਤੋਂ ਬਾਅਦ ਅਜੇ ਅਸੀਂ ਪਹਿਲਾ ਫੇਸ ਵੀ ਕੰਪਲੀਟ ਨਹੀਂ ਕਰ ਸਕੇ, ਕਿਉਂਕਿ ਜਿਵੇਂ ਜਿਵੇਂ ਸਾਡੇ ਕੋਲ ਸਹਿਯੋਗ ਆਉਂਦਾ ਜਾ ਰਿਹਾ ਸੰਗਤ ਦਾ, ਉਵੇਂ ਉਵੇਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਅਤੇ ਭਾਵੇਂ ਅਸੀਂ ਇਹਨਾਂ ਦੀਆਂ ਮਤਲਬ ਅਜੇ ਇਸ ਦੇ ਵੀ ਅਜੇ ਕਾਫੀ ਹੈ ਨਾ ਪੇਮੈਂਟਾਂ ਪੈਂਡਿੰਗ ਪਈਆਂ ਦੇਣੀਆਂ, ਪਰ ਫਿਰ ਵੀ ਮੇਰੇ ਮਨ 'ਚ ਇਹ ਜਦੋਂ ਮੈਂ ਅੰਦਰ ਆਈ ਸੀ ਸਵਾਲ ਆਏ ਸੀ, ਬੜਾ ਵੱਡਾ ਹਸਪੀਟਲ ਬਣਿਆ, ਹਰ ਇਕੱਲਾ ਵਾਰਡ ਬਣਿਆ, ਚਾਹੇ ਐਮਰਜੈਂਸੀ ਦੀ ਗੱਲ ਕਰੀਏ, OPD ਦੀ ਗੱਲ ਕਰ ਲਈਏ ਜਾਂ ਡੈਂਟਲ ਦੀ ਲੱਗੀਏ, ਬਹੁਤ ਵੱਡਾ ਖਰਚਾ ਵੀ ਆਇਆ ਹੋਣਾ ਬਿਲਡਿੰਗ ਦੇ ਵਿੱਚ, ਕੋਈ ਸਹਿਯੋਗ ਮਿਲਿਆ? ਸਹਿਯੋਗ ਹੁਣ ਜਿਨ੍ਹਾਂ ਤੱਕ ਗੱਲ ਤੁਸੀਂ ਪਹੁੰਚਾ ਰਹੇ ਹੋ ਉਹਨਾਂ ਦਾ ਹੀ ਸਹਿਯੋਗ ਹੈ। ਜੇ ਤੁਸੀਂ ਕਹੋ ਵੀ ਕੋਈ ਸਰਕਾਰ ਦੇ ਲੈਵਲ 'ਤੇ ਜਾਂ ਧਾਰਮਿਕ ਕੇਂਦਰਾਂ ਦੇ ਲੈਵਲ 'ਤੇ ਸਹਿਯੋਗ ਹੋਵੇ, ਉਹ 'ਤੇ ਜਿਵੇਂ ਬਜ਼ੁਰਗ ਸਾਨੂੰ ਅਕਸਰ ਜਿਹੜੇ ਮਿਲਦੇ ਆ, ਕਈਆਂ ਬਜ਼ੁਰਗਾਂ ਦੀਆਂ ਇਹੀ ਭਾਵਨਾਵਾਂ, ਅਤੇ ਖਾਸ ਕਰਕੇ ਬੀਬੀਆਂ ਦੀਆਂ ਵੀ, ਕਿ ਇਹ ਪਰਮਾਤਮਾ ਤੇਰੇ ਨਾਂ 'ਤੇ ਘਰ ਤਾਂ ਰੋਜ਼ ਨਵੇਂ ਨਵੇਂ ਬਣਦੇ ਆ, ਪਰ ਤੇਰੇ ਬੰਦੇ ਨਿਆਸਰੇ ਰੋ ਰੋ ਕੇ ਮਰ ਰਹੇ ਆ, ਤੇਰੇ ਘਰਾਂ ਨੂੰ ਤਾਂ ਹੁਣ ਸੋਨਾ ਲਾ ਲਾ ਕੇ ਸ਼ਿੰਗਾਰਿਆ ਜਾ ਰਿਹਾ, ਪਰ ਹਰਮੰਦਰ ਇਹ ਸਰੀਰ ਹੈ ਜਿਸ ਅੰਦਰ ਸੱਚੀ ਕੀ ਵਿੱਚ ਜੋਤ, ਇਹ ਗਾਇਆ ਤਾਂ ਜਾ ਰਿਹਾ, ਪਰ ਇਹ ਜਿਹੜਾ ਬੇਵਸੇ ਲਾਚਾਰ ਨਿਆਸਰਾ ਨਾਗਰਿਕ ਉਹ ਰੋਲ ਕੇ ਮਰਦਾ ਜਾ ਰਿਹਾ। ਹੁਣ ਇਹ ਲੋਕਤੰਤਰ ਵੀ ਦੇਖ ਲਓ ਕੈਸਾ ਹੈ
ਵੀ ਲੋਕਤੰਤਰ ਦੇ ਵਿੱਚ ਇੱਕ ਪਾਸੇ ਪੈਸੇ ਪਦਾਰਥ ਦਾ ਅੰਤ ਹੀ ਕੋਈ ਨਹੀਂ ਹੈਗਾ, ਤੇ ਲੋਕਤੰਤਰ ਦੂਜੇ ਲੋਕ ਜਿਹੜੇ ਹੈਲਥ ਸਹੂਲਤਾਂ ਤੋਂ ਵੱਡੀ ਸਹੂਲਤ ਹੋਰ ਕਿਹੜੀ ਹੋ ਸਕਦੀ, ਹੋਰ ਵੱਡੀ ਲੋੜ ਕਿਹੜੀ ਹੋ ਸਕਦੀ ਹੈ, ਨੀਡ ਕਿਹੜੀ ਹੋ ਸਕਦੀ ਹੈ, ਇਸ ਤੋਂ ਬੇਸਿਕ ਹੋਰ ਕਿਹੜੀ ਨੀਡ ਹੋਊਗੀ। ਬੰਦਾ ਤੜਫ ਰਿਹਾ ਹੋਵੇ, ਉਹਨੂੰ ਇਲਾਜ ਦਾ ਮੌਕਾ ਵੀ ਨਾ ਮਿਲੇ ਕਿਉਂਕਿ ਉਹਦੇ ਕੋਲ ਪੈਸੇ ਨਾ ਹੋਣ, ਇਸ ਕਰਕੇ ਉਹਦੇ ਨਾਲ ਨਹੀਂ ਕੋਈ ਹੈ, ਇਸ ਕਰਕੇ ਘਰ ਦਾ ਰਸਤਾ ਭੁੱਲ ਗਿਆ, ਸੜਕ 'ਤੇ ਰੁਲ ਰਿਹਾ, ਇਸ ਕਰਕੇ ਕੋਠੀ ਦੇ ਵਿੱਚ ਇਕੱਲਾ ਪਿਆ, ਇਸ ਕਰਕੇ ਮਤਲਬ ਸੀਰੀਅਸ ਹੋ ਜਾਂਦਾ, ਮੌਤ ਦੇ ਮੂੰਹ 'ਚ ਪੈ ਜਾਂਦਾ। ਇਸ ਤੋਂ ਵੱਡੀ ਨਾਗਰਿਕ ਦੀ ਜਿਹੜੀ ਹੈ ਹੋਰ ਵੱਡੀ ਸਮੱਸਿਆ ਕੀ ਹੋ ਸਕਦੀ ਹੈ। ਉਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਮਤਲਬ ਇਹ ਸਾਡੀ ਇੱਕ ਐਡੀ ਵੱਡੀ ਲੋੜ ਮਹਿਸੂਸ, ਜਿਹਦੇ ਵਿੱਚ ਫਿਰ ਅਸੀਂ ਹੁਣ ਇੱਥੇ ਸਾਡਾ EMO ਐਮਰਜੈਂਸੀ ਜਿਹੜੇ ਜਿੰਨੇ ਕੁ ਹੈ ਨਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੰਦਰ ਸਾਰੇ ਕਾਰਡਿਕ ਮੋਨੀਟਰ ਵਗੈਰਾ ਜੋ ਵੀ ਚੀਜ਼ਾਂ ਦੀ ਲੋੜ ਹੈ, ECG ਮਸ਼ੀਨ, ਮਾਈਨਰ OT, ਇਹ ਪਹਿਲੇ ਫੇਜ਼ 'ਤੇ ਕੁਛ ਚੀਜ਼ਾਂ ਸ਼ੁਰੂ ਕੀਤੀਆਂ। ਉਹਦੇ ਵਿੱਚ ਜਿਵੇਂ ਹੁਣ ਸਾਈਕੈਟਰਿਸਟ ਬੈਠੇ ਹੈ, ਹਾਰਟ ਦੇ ਸਪੈਸ਼ਲਿਸਟ ਬੈਠੇ ਹੈਗੇ ਹਨ, MD ਮੈਡੀਸਨ ਡਾਕਟਰ ਸਾਡੇ ਕੋਲ ਬੈਠੇ ਹੈਗੇ ਆ, ਅਤੇ ਉਹਦੇ ਨਾਲ ਆਈ ਸਪੈਸ਼ਲਿਸਟ, ਡੈਂਟਿਸਟ, ਕਿਉਂਕਿ ਜਿਹੜੇ ਬਾਹਰੋਂ ਸਾਨੂੰ ਨਾਗਰਿਕ ਮਿਲਦੇ ਆ, ਇਹਨਾਂ ਨੂੰ ਹੁਣ ਬਾਹਰ ਟਰੀਟਮੈਂਟ ਕਰਾਉਣ ਲਈ ਲੈ ਕੇ ਜਾਂਦੇ ਆ, ਅਤੇ ਉੱਥੇ ਬਹੁਤ ਤਕਰੀਬਨ ਇਹ ਬੰਦ ਮਿਲਦੇ ਹੈ ਨਾ ਇਹ ਚੀਜ਼ਾਂ ਸਾਨੂੰ ਹਸਪੀਟਲਾਂ ਦੇ ਵਿੱਚ। ਪਰ ਇਹ ਸਿਹਤ ਜਿਹੜੀ ਹੈਗੀ ਇਹਨਾਂ ਦੀ ਇਹ ਵੇਟ ਨਹੀਂ ਕਰ ਸਕਦੀ, ਪਹਿਲਾਂ ਹੀ ਕਮਜ਼ੋਰ ਹੁੰਦੇ ਆ, ਅਤੇ ਇਲਾਕੇ ਦੇ ਜਿਹੜੇ ਹੋਰ ਲੋੜਵੰਦ ਨਾਗਰਿਕ ਹੈ ਉਹਨਾਂ ਨੂੰ ਵੀ ਵੱਡੇ ਪੱਧਰ 'ਤੇ ਫਿਰ ਇੱਥੇ ਇਸ ਵੇਲੇ ਹੁਣ ਸਾਡਾ ਜਿਵੇਂ ਫਿਜ਼ੀਓਥੈਰੇਪੀ ਵੀ ਇੱਥੇ ਸ਼ੁਰੂ ਹੋਈ ਹੈ, ਅਤੇ ਅਲੱਗ-ਅਲੱਗ ਜਿਹੜੇ ਸਾਡੇ ਡਾਕਟਰ ਹੈਗੇ ਹੈ ਮਤਲਬ ਗੈਨੀ ਵਾਲੇ ਜਾਂ ਦੂਜੇ, ਉਹਨਾਂ ਨਾਲ ਇੱਥੋਂ ਦੇ ਸਾਡੇ ਰਹਿਣ ਵਾਲੇ ਨਾਗਰਿਕ, ਬੇਬਸ, ਲਾਚਾਰ ਨਾਗਰਿਕ ਅਤੇ ਲੋੜਵੰਦ ਨਾਗਰਿਕਾਂ ਨੂੰ ਕਾਫੀ ਜ਼ਿਆਦਾ ਹੈਲਪ ਹੋਣੀ ਸ਼ੁਰੂ ਹੋ ਗਈ। ਜੇ ਪਹਿਲਾ ਫੇਸ ਅਸੀਂ ਕੰਪਲੀਟ ਨਹੀਂ ਕੀਤਾ, ਅਤੇ ਇਹਦੇ ਵਿੱਚ ਹੁਣ ਜਿਵੇਂ ਮਤਲਬ ਕਹਿ ਲਓ ਕਾਰਡੀਅਕ ਲੈਬ ਨੂੰ ਸੈਟਅਪ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਜੇ TMT ਮਸ਼ੀਨ ਨਾਲ ਟੈਸਟ ਕੀਤੇ ਜਾਂਦੇ ਆ, ਅਤੇ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਇਸ ਚੀਜ਼ ਦਾ ਬੜਾ ਡਾਕਟਰ ਵੱਲੋਂ ਸਪੋਰਟ ਹੁੰਦੀ ਹੈ, ਵੀ ਉਹ ਸਾਰਾ ਕੁਝ ਦੇਖ ਕੇ ਉਹਨਾਂ ਨੂੰ ਦੱਸ ਸਕਦੇ ਆ ਵੀ ਤੁਸੀਂ ਕਿਸ ਤਰੀਕੇ ਨਾਲ ਪਰਹੇਜ਼ ਕਰਨੇ ਆ ਅਤੇ ਆਪਣੇ ਆਪ ਨੂੰ ਫਿੱਟ ਕਿੱਦਾਂ ਰੱਖ ਸਕਦੇ ਆ। ਅਤੇ ਬਾਕੀ ਤਾਂ ਜਿਹੜੇ ਐਮਰਜੈਂਸੀ ਹਾਲਾਤਾਂ 'ਚ ਜਾਨ ਬਚਾਉਣ ਲਈ ਉਹ ਸਾਨੂੰ ਜਿਹੜੀ ਸਾਡੇ ਲਈ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ, ਉਹਦੇ ਉੱਤੇ ਸਾਡੇ ਦਿਨ ਰਾਤ ਐਂਬੂਲੈਂਸਾਂ ਲੱਗੀਆਂ ਹੋਈਆਂ ਹੀ ਹੈ, ਅਤੇ ਇਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦੇ ਲਈ OT ਆਉਣ ਵਾਲੇ ਸਮੇਂ 'ਚ ਜਿਹੜੀਆਂ ਨਾ ਮੈਨੇਜ ਹੋ ਜਾਂਦਾ ਸਾਰਾ, ਕਿਉਂਕਿ ਸਟਾਫ ਵੀ ਹੈ, ਤਨਖਾਹ ਵੀ ਕੁਝ ਤੁਸੀਂ ਰੱਖੇ ਹੋਗੇ, ਜਾਂ ਐਂਬੂਲੈਂਸ ਦਾ ਖਰਚਾ, ਤੇਲ ਪਾਣੀ ਦਾ ਖਰਚਾ ਕਿਵੇਂ ਨਿਕਲਦਾ ਸਾਰਾ? ਤੁਸੀਂ ਜੇ ਇਸ ਵੇਲੇ ਦੇ ਅੱਜ ਦੇ ਹਾਲਾਤ ਮੈਂ ਦੇਖਾਂ, ਕੱਲ੍ਹ ਅਸੀਂ ਕੋਸ਼ਿਸ਼ ਕਰ ਰਹੇ ਸੀ ਵੀ ਸਾਡਾ ਮਹੀਨੇ ਦਾ ਖਰਚਾ ਇੰਨਾ, ਸਾਡੇ ਕੋਲ 15 ਦਿਨ ਦਾ ਖਰਚਾ ਪੂਰਾ ਨਹੀਂ ਹੋ ਰਿਹਾ। ਅੱਜ ਦੀ ਸਾਡੀ ਹਾਲਤ ਜੇ ਤੁਸੀਂ ਪੁੱਛੋਗੇ ਵੀ ਤੁਹਾਡਾ ਮਹੀਨਾ ਨਿਕਲ ਜਾਊਗਾ ਇਸ ਵੇਲੇ, ਵੀ ਤੁਹਾਡੇ ਕੋਲ ਹੈਗੇ ਇੰਨੇ ਪੈਸੇ, ਇਹਨਾਂ ਦੀ ਇੰਸਟਾਲਮੈਂਟ ਦੇਣੀ ਤਾਂ ਦੂਰ ਦੀ ਗੱਲ ਹੈ, ਇਹ ਇੱਕ ਵੱਖਰਾ ਪੱਖ ਹੈ ਇਹ, ਹੈ ਨਾ। ਸੱਚਾਈ ਇਹੀ ਹੈ ਕਿ ਸਾਡੇ ਕੋਲ ਇੱਕ ਮਹੀਨੇ ਦਾ ਵੀ ਖਰਚਾ ਨਹੀਂ ਹੈ, ਪਰ ਜਿਵੇਂ ਅਸੀਂ ਆਪਣਾ ਘਰ ਚਲਾ ਰਹੇ ਹਾਂ, ਜਿਹੜੇ ਹੁਣ ਸਾਡੇ ਸੱਜਣ, ਸਾਡੇ ਸਾਥੀ ਹੋ ਰਹੇ ਨੇ, ਉਹਨਾਂ ਕੋਲ ਕਿਹੜਾ ਹੈਗਾ। ਆਮ ਆਪਣੇ ਘਰਾਂ ਦੇ ਵਿੱਚ ਦੇਖਦੇ ਹੀ ਅਸੀਂ, ਉੱਧਰ ਬਿਜਲੀ ਦਾ ਬਿੱਲ ਵੀ ਦੇਣਾ ਹੁੰਦਾ, ਅਤੇ ਉੱਧਰ ਕਈ ਵਾਰ ਮਕਾਨ ਦੀ ਕਿਸ਼ਤ ਵੀ ਦੇਣੀ ਹੁੰਦੀ ਹੈ, ਅਤੇ ਉੱਧਰ ਕੋਈ ਬੱਚਾ ਵੀ ਢਿੱਲਾ ਹੋ ਜਾਂਦਾ ਹੈ, ਉੱਧਰ ਬਜ਼ੁਰਗ ਢਿੱਲਾ ਹੋ ਗਿਆ ਕੋਈ, ਅਤੇ ਇਸ ਕਰਕੇ ਜਦੋਂ ਅਸੀਂ ਉਹਨਾਂ ਮਤਲਬ ਆਮ ਬੰਦਾ ਆਪਣੇ ਘਰ ਨੂੰ ਮੈਨੇਜ ਕਰਨ ਦੇ ਲਈ ਸੰਘਰਸ਼ ਕਰਦਾ ਹੈ, ਕੋਸ਼ਿਸ਼ ਕਰਦਾ ਹੈ, ਇਹ ਵੀ ਤਾਂ ਸਾਡਾ ਘਰ ਹੈ, ਇੱਦਾਂ ਹੀ ਅਸੀਂ ਇੱਥੇ ਕੋਸ਼ਿਸ਼ ਕਰਦੇ ਹਾਂ। ਅਤੇ ਇਸ ਤਰੀਕੇ ਨਾਲ ਜਿਵੇਂ ਜਿਹਨਾਂ ਕੋਲ ਵੀ ਆਵਾਜ਼ ਪਹੁੰਚਦੀ ਹੈ, ਉਹ ਬੜੇ ਸਮਾਜਦਾਰ ਦੀ ਸੱਜਣ ਸਤਿਕਾਰਯੋਗ ਸੱਜਣ ਆਉਂਦੇ ਆ, ਵਿਜ਼ਿਟ ਕਰਦੇ ਆ, ਦੇਖਦੇ ਆ, ਕੰਟਰੀਬਿਊਟ ਕਰਦੇ ਆ। ਇੱਦਾਂ ਹੀ ਬੜਾ ਹੁਣ ਜਿਵੇਂ ਹੁਣ ਵੀ ਸਾਡਾ ਮਤਲਬ ਜਿਹੜਾ ਵੀ ਬੜੀ ਵੱਡੀ ਅਮਾਊਂਟ ਹੈ ਜਿਹੜੀ ਅਸੀਂ ਪੇ ਕਰਨੀ ਹੈ, ਅਤੇ ਇੱਦਾਂ ਹੀ ਉਹਨਾਂ ਦੇ ਸਹਿਯੋਗ ਨਾਲ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ, ਅਤੇ ਆਈ ਜਾਂਦੇ ਅਤੇ ਜਾਈ ਜਾਂਦੇ, ਅਤੇ ਇਹਦੇ ਵਿੱਚ ਬਹੁਤ ਸਾਰੇ ਸੈਂਕੜੇ ਲੋਕਾਂ ਨੂੰ ਠੀਕ ਹੋਣ ਦਾ ਮੌਕਾ ਮਿਲ ਰਿਹਾ। ਉੱਧਰ ਅਸੀਂ ਰੀਹੈਬਲੀਟੇਸ਼ਨ ਵਾਸਤੇ ਲੋਕ ਰੋਜ਼ ਨਵੇਂ ਆ ਰਹੇ ਹਾਂ। ਪਹਿਲਾਂ ਜਿਹੜੀਆਂ ਸਾਡੇ ਕੋਲ ਜਿਵੇਂ ਇਸ ਵੇਲੇ ਲਾਈਕ ਉੱਧਰ ਔਰਤਾਂ ਪਹੁੰਚਦੀਆਂ ਜਿਨ੍ਹਾਂ ਨੂੰ ਕਿ ਅਸੀਂ ਰਾਤ ਨੂੰ ਨਜ਼ਰਅੰਦਾਜ਼ ਕਰ ਨਹੀਂ ਸਕਦੇ ਜੀ ਐਮਰਜੈਂਸੀ ਹਾਲਾਤਾਂ ਦੇ ਵਿੱਚ, ਜਦੋਂ ਸਰਕਾਰ ਦੇ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਦਾ ਅਤੇ ਫਿਰ ਜਾਣਗੀਆਂ ਕਿੱਥੇ ਉਹ। ਫੋਨ ਤਾਂ ਅਸੀਂ ਕਰਦੇ ਹਾਂ ਇੱਕ ਵਾਰ, ਸਾਰਾ ਕੁਛ ਐਮਰਜੈਂਸੀ ਹਾਲਾਤਾਂ 'ਚ ਆ ਕੇ ਹਸਪੀਟਲ ਸ਼ਿਫਟ ਕਰਦੇ ਹਾਂ, ਪਰ ਉਸ ਵੇਲੇ ਫਿਰ ਜਦੋਂ ਕੋਈ ਹੱਲ ਨਹੀਂ ਦਿਖਦਾ ਫਿਰ ਉਹਨੂੰ ਅਸੀਂ ਆਪਣੇ ਕੋਲ ਰੱਖਦੇ ਹਾਂ। ਪਿਛਲੇ ਹਫ਼ਤੇ ਦੇ ਵੀ ਤੁਹਾਨੂੰ ਮੈਂ ਕੇਸ ਜਿਵੇਂ ਦੱਸੇ ਹੀ ਹੈ, ਅਤੇ ਇਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਉੱਧਰ ਰੀਹੈਬਲੀਟੇਸ਼ਨ ਸੈਂਟਰ, ਉੱਧਰ ਸ਼ੈਲਟਰ ਹੋਮ ਜਿਹੜੇ ਹੈ ਉਹਨਾਂ ਦਾ ਕੰਮ ਚੱਲ ਰਿਹਾ, ਕਿਉਂਕਿ ਪਹਿਲਾਂ ਸਾਡੀਆਂ ਵਾਰਡਾਂ ਭਰੀਆਂ, ਫਿਰ ਸਾਡੇ ਵਰੈਂਡੇ ਭਰੇ, ਹੁਣ ਸ਼ੈਡਾਂ ਦੇ ਵਿੱਚ ਇੱਕ ਬੈੱਡ 'ਤੇ ਦੋ ਵੀ ਕਾਫੀ ਲੰਮੇ ਸਮੇਂ ਤੋਂ ਉਹਨਾਂ 'ਚ ਵੀ ਬਹੁਤ ਰਸ਼ ਹੋਇਆ। ਅਤੇ ਦੂਜੇ ਪਾਸੇ ਤੁਸੀਂ ਗੱਲ ਕਰੋਨਾ ਦੀ ਕਰਦੇ ਸੀ ਹੈ ਨਾ, ਸਰਕਾਰ ਦੀਆਂ ਹਦਾਇਤਾਂ ਹੈ। ਹੁਣ ਇੱਕ ਹਦਾਇਤ ਨੂੰ ਜਿਹੜਾ ਹੈਗਾ ਉਹਨੂੰ ਤਾਂ ਹੀ ਅਸੀਂ ਮਤਲਬ ਫੋਲੋ ਕਰ ਸਕਦੇ ਹਾਂ ਜੇਕਰ ਬਾਹਰ ਨਾਗਰਿਕ ਜਿਹੜਾ ਰੁਲ ਰਿਹਾ ਹੈਗਾ ਉਹਨੂੰ ਵੀ ਤਾਂ ਸੇਫ ਕਰਨਾ ਹੈ ਨਾਲ ਨਾ। ਉਹ ਸਾਰਾ ਕੁਛ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਨੂੰ ਧਿਆਨ 'ਚ ਰੱਖ ਕੇ ਹਦਾਇਤ ਕਰਾਂਗੇ, ਫਿਰ ਤਾਂ ਮਤਲਬ ਉਹ ਚੀਜ਼ ਕੋਈ ਵੈਲਿਡ ਬਣਦੀ ਹੈ। ਬਾਹਰ ਬੰਦਾ ਤੜਫ ਰਿਹਾ ਹੈ ਅਤੇ ਉਹ ਬੰਦਾ ਜਿਹੜਾ ਹੈਗਾ ਉਹਦਾ ਕੋਈ ਸਲਿਊਸ਼ਨ ਨਾ ਮਿਲੇ, ਅਤੇ ਉਸ ਦੇ ਵਿੱਚ ਫਿਰ ਬਹੁਤ ਵੱਡਾ ਸਵਾਲ ਹੁੰਦਾ ਹੈ ਵੀ ਇਹ ਹਦਾਇਤਾਂ ਦੀ ਪਾਲਣਾ ਕਰਨੀ ਚਾਹੁੰਦੇ ਹਾਂ ਅਸੀਂ ਅਤੇ ਕਿਵੇਂ ਕਰੀਏ। ਕੋਸ਼ਿਸ਼ ਕਰਦੇ ਹਾਂ ਅਸੀਂ ਟੈਸਟ, ਪਰ ਜਾਣੀ ਇਸ ਚੀਜ਼ ਦੇ ਵਿੱਚ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀ ਕਰੋਨਾ ਦੌਰਾਨ ਵਿਸ਼ੇਸ਼ ਤੌਰ 'ਤੇ ਜਿਹੜੇ
ਡਿਪਰੈਸ਼ਨ ਵਾਲੇ ਆ, ਡਿਮੈਂਸ਼ੀਆ ਵਾਲੇ ਆ, ਇੰਟੈਲੈਕਚੁਅਲ ਡਿਸੇਬਿਲਿਟੀ ਤੋਂ ਪੀੜਤ ਹੈ, ਜਾਂ ਸਾਡੇ ਬਜ਼ੁਰਗ ਘਰ ਦੇ ਰਸਤੇ ਭੁੱਲੇ ਹੋਏ ਆ, ਉਹਨਾਂ ਲਈ ਕੋਈ ਹਸਪੀਟਲ, ਉਹਨਾਂ ਲਈ ਕੋਈ ਸੈਂਟਰ ਤਾਂ ਚਾਹੀਦਾ ਹੀ ਹੈ ਨਾ। ਉਹਨਾਂ ਨੂੰ ਤਾਂ ਗਿਆਨ ਸਾਗਰ 'ਚ ਨਹੀਂ ਨਾ ਰੱਖਿਆ ਜਾ ਸਕਦਾ, ਕਿਉਂਕਿ ਉਹਨਾਂ ਦੀ ਹਾਲਤ, ਉਹਨਾਂ ਨੂੰ ਤਾਂ ਅਲੱਗ ਤਰ੍ਹਾਂ ਦੀ ਲੋੜ ਹੈ ਨਾ ਉਹਨਾਂ ਦੀ। ਅਤੇ ਉਹਨਾਂ ਨੂੰ ਜੇਕਰ ਉਹ ਕੈਰੀ ਕਰ ਰਹੇ ਆ ਕਰੋਨਾ, ਉਹ ਕਿੱਥੇ ਜਾਣਗੇ ਹੁਣ? ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਬਾਰ-ਬਾਰ ਵੀ ਉਹਨਾਂ ਬਾਰੇ ਕੌਣ ਸੋਚੇਗਾ? ਉਹ ਵੀ ਤਾਂ ਇਸ ਦੇਸ਼ ਦੇ ਨਾਗਰਿਕ ਹੈਗੇ ਆ, ਅਤੇ ਅਸੀਂ ਉਹਨਾਂ ਲਈ ਵੀ ਕੋਸ਼ਿਸ਼ ਕਰ ਰਹੇ ਹਾਂ ਨਾਲ ਦੀ ਨਾਲ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਇੱਕ ਅਲੱਗ ਕੋਈ ਪੋਰਸ਼ਨ ਖਾਲੀ ਕਰੀਏ, ਬਿਲਡਿੰਗ ਖਾਲੀ ਕਰੀਏ। ਪਰ ਬਿਲਡਿੰਗ ਖਾਲੀ ਤਾਂ ਕਰੀਏ। ਸ਼ੁਰੂ ਹੋਇਆ ਕੰਮ, ਤੁਸੀਂ ਪਾਰਟੀਸ਼ਨ ਦੀ ਗੱਲ ਕੀਤੀ ਹੈ ਕਿ ਅਸੀਂ ਅਲੱਗ-ਅਲੱਗ ਪਾਰਟੀਸ਼ਨ ਕਰਨੀ ਹੈ, ਅਲੱਗ-ਅਲੱਗ ਏਜ ਦੇ ਉਮਰ ਵਰਗ ਦੇ ਬੱਚਿਆਂ ਨੂੰ ਜਾਂ ਔਰਤਾਂ ਨੂੰ। ਕੁਛ ਕੰਮ ਸ਼ੁਰੂ ਹੋਇਆ ਇਹ ਚੀਜ਼ ਲਈ? ਨਹੀਂ, ਉਹ ਮੈਂ ਆਲਰੇਡੀ ਜਿਵੇਂ ਹੁਣ ਕਹਿ ਚੁੱਕਿਆ ਹੈ ਕਿ ਸਾਡੇ ਕੋਲ ਅਲੱਗ ਹੀ ਹੈ, ਲੜਕੀਆਂ ਅਲੱਗ ਹੈ, ਲੜਕੇ ਅਲੱਗ ਹੈ, ਪਰ ਲੜਕੀਆਂ 'ਚ ਕੈਟਾਗਰੀ ਅੱਗੇ ਬਹੁਤ ਹੈ। ਉਹੀ ਗੱਲ ਕਰੇ ਮੈਂ ਕੈਟਾਗਰੀ ਦੀ ਗੱਲ, ਜਿਵੇਂ ਚਾਹੇ ਆਪਾਂ ਕਰੋਨਾ ਵੀ ਕਹੀਏ, ਆਪਾਂ ਹੁਣ ਕਰੋਨਾ ਚਲੋ ਫੈਲ ਗਿਆ, ਨਹੀਂ ਪਤਾ ਲੱਗਦਾ ਕਦੋਂ ਕੁਛ ਬਿਮਾਰੀ ਹੈ ਜੀ, ਕਿਉਂਕਿ ਸਾਨੂੰ ਲੱਗਦਾ ਵੀ ਸਾਨੂੰ ਅਲੱਗ-ਅਲੱਗ ਰੱਖਣਾ ਪੈ ਸਕਦਾ। ਹਾਂਜੀ ਹਾਂਜੀ, ਪੈ ਸਕਦਾ ਹੈ, ਪਰ ਹਾਲਾਤ ਇਹ ਹੈ, ਕਹਿੰਦੇ ਵੀ ਜਦੋਂ ਪਊਗਾ ਉਦੋਂ ਦੇਖਾਂਗੇ। ਹੁਣ ਕੀ ਕਰੀਏ, ਇਹ ਸੋਚ ਕੇ ਅਸੀਂ ਫਿਰ ਕੋਸ਼ਿਸ਼ ਕਰਦੇ ਹੁੰਦੇ ਹਾਂ ਉਹਨੂੰ ਟੈਂਪਰੇਰੀ ਕੀਤੇ ਹੈ ਨਾ, ਟੈਂਪਰੇਰੀ ਫਟਾਫਟ ਸ਼ੈੱਡ ਬਣਾ ਕੇ ਫਿਰ ਉਹਨਾਂ 'ਚ ਸ਼ਿਫਟ ਕੀਤੇ ਹੋਏ ਸੀ ਜਿਵੇਂ ਹੈ ਨਾ। ਫਿਰ ਉੱਪਰਲੀ ਬਿਲਡਿੰਗ ਫੇਰ ਖਾਲੀ ਕਰਾ ਲਈ, 2 ਮੰਜ਼ਿਲਾਂ ਖਾਲੀ ਕਰਾ ਲਈਆਂ ਹੈ ਨਾ, ਸੇਵਾਦਾਰਾਂ ਨੂੰ ਕਿਤੇ ਵਿਚਾਰਿਆਂ ਨੂੰ ਹੋਰ ਐਡਜਸਟ ਕੀਤਾ। ਅਤੇ ਇੱਦਾਂ ਹੀ ਜਿਵੇਂ ਆਪਣੇ ਘਰ ਦੇ ਵਿੱਚ ਆਪਾਂ ਕੋਸ਼ਿਸ਼ਾਂ ਕਰਦੇ ਹਾਂ, ਇੱਦਾਂ ਹੀ ਇਸ ਘਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਅਲੱਗ-ਅਲੱਗ ਕਮਰਿਆਂ 'ਚ ਰੱਖਦੇ ਹਾਂ। ਉਹਨਾਂ ਲਈ 10 ਕਮਰੇ ਉੱਪਰ ਕੱਢੇ ਵੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਅਸੀਂ ਉਹਨਾਂ ਨੂੰ ਉੱਥੇ ਰੱਖਦੇ ਹਾਂ। ਫਿਰ ਡਾਕਟਰ ਨੇ ਪਹਿਲਾਂ 14 ਦਿਨ ਕਿਹਾ ਹੋਇਆ ਸੀ, ਹੁਣ ਕੁਛ ਹੋਰ ਤਰੀਕੇ ਦੀਆਂ ਇੰਸਟਰਕਸ਼ਨਸ ਹੈਗੀਆਂ। ਜਿਵੇਂ ਜਿਵੇਂ ਵੀ ਮਤਲਬ ਸਾਨੂੰ ਡਾਕਟਰ ਗਾਈਡ ਕਰਦੇ ਨੇ ਸਾਡੇ, ਉਸ ਤਰੀਕੇ ਨਾਲ ਅਸੀਂ ਕੋਸ਼ਿਸ਼ ਸਾਡੀ ਹੁੰਦੀ ਹੈ ਵੀ ਅਸੀਂ 100% ਦੇ ਕੇ ਆਪਣੇ ਦੇਸ਼ ਦੇ ਨਾਗਰਿਕ ਨੂੰ ਮਤਲਬ ਬਚਾ ਸਕੀਏ। ਪਰ ਫਿਰ ਵੀ ਅਸੀਂ ਹੈ ਤਾਂ ਇਨਸਾਨ ਹੀ ਹੈ ਨਾ, ਸਾਡੇ ਕੋਲ ਬਹੁਤ ਦੂਰੋਂ ਦੂਰੋਂ ਫੋਨ ਆਉਂਦੇ ਆ। ਹੁਣ ਵੀ 32 ਹਸਪੀਟਲ 'ਚੋਂ ਜਿਹੜੇ ਗੌਰਮੈਂਟ ਦਾ ਹਸਪੀਟਲ ਉਹ 'ਚੋਂ ਫੋਨ ਆ ਰਹੇ ਹੈ, ਅਲੱਗ-ਅਲੱਗ ਹਸਪੀਟਲ ਪੰਜਾਬ ਦੇ ਉਹਨਾਂ 'ਚੋਂ ਫੋਨ ਆ ਰਹੇ ਹੈ ਅਲੱਗ। ਅੱਜ ਮੈਨੂੰ ਕਿੰਨੇ ਫੋਨ ਮੈਂ ਦੱਸਾਂ ਵੀ ਪਿੰਡਾਂ 'ਚੋਂ ਆਏ ਕਿ ਫਲਾਣੀ ਜਗ੍ਹਾ 'ਤੇ ਬਜ਼ੁਰਗ ਰੁਲ ਰਿਹਾ ਜੀ, ਫਲਾਣੀ ਜਗ੍ਹਾ 'ਤੇ ਔਰਤ ਰੁਲ ਰਹੀ ਹੈਗੀ ਹੈ। ਹੁਣ ਨਵਾਂ ਸ਼ਹਿਰ ਤੋਂ ਫੋਨ ਆ ਰਿਹਾ, ਮੈਂ ਉਹਨੂੰ ਫਟਾਫਟ ਕਿਹਾ ਵੀ ਸੰਬੰਧਿਤ ਮਹਿਕਮੇ ਨਾਲ ਇੱਕ ਵਾਰ ਆਹ ਨੰਬਰ 'ਤੇ ਗੱਲ ਕਰ ਲਓ, ਜਾਂ ਸਾਡੀ ਹੈਲਪਲਾਈਨ ਹੈਗੀ ਹੈ 112 'ਤੇ ਫੋਨ ਕਰ ਲਓ ਵੀ ਸ਼ਾਇਦ ਲੋਕਲ ਹਸਪੀਟਲ ਜਿਹੜਾ ਉਹਨਾਂ ਨੂੰ ਫਸਟ ਏਡ ਦੇ ਕੇ ਅਤੇ ਇੱਦਾਂ ਕਰਕੇ, ਅਤੇ ਉਸ ਤੋਂ ਬਾਅਦ ਫਿਰ ਵੀ ਬੈੱਡ ਖਾਲੀ ਹੋਊਗਾ ਉੱਥੇ ਸ਼ਿਫਟ ਕਰ ਦੂਗਾ। ਸਾਡੀ ਹੈਲਪ ਦੀ ਲੋੜ ਹੋਏ ਤਾਂ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਵੀ ਤਿਆਰ ਹਾਂ। ਅਤੇ ਪਰ ਇੱਕ ਵਾਰ ਹਸਪਤਾਲ 'ਚੋਂ ਫੋਨ ਆਉਂਦੇ ਵੀ ਮਰੀਜ਼ ਨੂੰ ਲੈ ਜਾਓ ਤੁਹਾਨੂੰ? ਇੱਕ ਨਹੀਂ, 9 ਹੁਣ ਕਿੰਨੀਆਂ ਈਮੇਲਸ ਆਉਂਦੀਆਂ। ਇੱਕ ਪਾਸੇ ਅਸੀਂ ਗੱਲ ਕਰੀਏ ਸਰਕਾਰੀ ਹਸਪਤਾਲ ਬਣੇ ਨੇ ਜਿੱਥੇ ਕਹਿੰਦੇ ਨੇ ਫ੍ਰੀ ਇਲਾਜ ਹੁੰਦਾ ਹੈ, ਹਾਲਾਂਕਿ ਸਰਕਾਰਾਂ ਦਾ ਇਹ ਫਰਜ਼ ਬਣਦਾ ਕਿ ਹਰ ਇੱਕ ਨਾਗਰਿਕ ਨੂੰ ਸਹਾਰਾ ਦੇਵੇ, ਪਰ ਇੱਥੇ ਸਵਾਲ ਇਹ ਉੱਠਦਾ ਕਿ ਸਰਕਾਰਾਂ ਨੂੰ ਵੀ ਅਜਿਹੀਆਂ ਸੰਸਥਾਵਾਂ ਦੀ ਲੋੜ ਪੈ ਰਹੀ ਹੈ। ਸਰਕਾਰ ਨੂੰ ਸਹਾਰਾ ਦੇਣਾ ਪੈਂਦਾ ਹੈ ਵੀ ਤਾਂ ਕਿ ਨਾਗਰਿਕ ਨੂੰ ਬਚਾਇਆ ਜਾ ਸਕੇ। ਉਹਦੇ ਵਿੱਚ ਭਾਵੇਂ ਸਾਨੂੰ ਰਸੀਦ ਵੀ ਦਿੰਦੇ ਹੈ, ਅਤੇ ਪੰਜਾਬ ਹੀ ਨਹੀਂ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਵੀ ਗੱਲ ਹੈਗੀ ਹੈ ਨਾ। ਸਾਨੂੰ ਲੱਗਦਾ ਨਾ ਵੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਅਰੇਂਜਮੈਂਟ ਹੋਊਗਾ, ਉੱਥੇ ਵੀ ਮਤਲਬ ਵੱਡੀਆਂ ਸਮੱਸਿਆਵਾਂ ਫੇਸ ਕਰਨੀਆਂ ਪੈ ਰਹੀਆਂ ਨਾਗਰਿਕ ਨੂੰ। ਅਤੇ ਮੈਂ ਇਸ ਕਰਕੇ ਕਹਿ ਰਿਹਾ ਵੀ ਸਰਕਾਰ ਨੂੰ ਹੈਲਥ ਦੇ ਉੱਤੇ ਬਜਟ ਜਿਹੜਾ ਹੈਗਾ ਲੋੜ ਅਨੁਸਾਰ ਬਣਾਉਣਾ ਚਾਹੀਦਾ ਹੈ। ਖਾਸ ਕਰਕੇ ਮੈਂਟਲ ਹੈਲਥ ਜਿਹੜੀ ਹੈਗੀ ਹੈ, ਸਾਡੇ ਸੀਨੀਅਰ ਸਿਟੀਜ਼ਨ ਹੋਮ ਤੁਸੀਂ ਦੇਖੋ ਸੰਵਿਧਾਨ ਦੇ ਮੁਤਾਬਕ ਤਾਂ ਹਰ ਜ਼ਿਲ੍ਹੇ 'ਚ ਹੈਗੇ ਹੀ ਹੈ, ਪਰ ਸਾਡੇ ਤਾਂ ਮਤਲਬ ਇਹ ਵੀ ਨਹੀਂ ਪਤਾ ਵੀ ਕੋਈ 1 ਸਟਾਪ ਸੈਂਟਰ ਹੁੰਦਾ ਹੈ। 1 ਸਟਾਪ ਸੈਂਟਰ ਨੇ ਬਿਨਾਂ ਕਿਸੇ ਸ਼ਰਤ ਤੋਂ ਤੁਰੰਤ ਨਾਗਰਿਕ ਨੂੰ, ਭਾਵੇਂ ਉਹਨੂੰ ਸ਼ੈਲਟਰ ਚਾਹੀਦਾ ਹੈ, ਭਾਵੇਂ ਉਹਨੂੰ ਟ੍ਰੀਟਮੈਂਟ ਚਾਹੀਦਾ ਹੈ, ਭਾਵੇਂ ਉਹਨੂੰ ਕੋਈ ਜਸਟਿਸ ਚਾਹੀਦਾ ਹੈ, ਜੋ ਵੀ ਚਾਹੀਦਾ ਹੈ 1 ਸਟਾਪ ਸੈਂਟਰ ਨੇ ਦੇਣਾ ਹੁੰਦਾ। ਇੰਨਾ ਕੁਛ ਅਸੀਂ ਸੰਵਿਧਾਨ ਦੇ ਵਿੱਚ ਲਿਖ ਦਿੱਤਾ। ਸਾਡੇ ਫਿਰ ਉੱਤੇ ਮੈਂਟਲ ਹਸਪੀਟਲ ਵੀ ਬਣੇ ਹੋਏ ਆ, ਸਾਡੇ ਕਮਿਊਨਿਟੀ ਹੋਮ ਵੀ ਬਣੇ ਹੋਏ ਆ, ਸਾਡੇ ਇੰਨੀ ਐਕਟ ਹੈ ਵੀ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਹੈਗੀਆਂ, ਮੈਂਟਲ ਹੈਲਥ ਕੇਅਰ ਐਕਟ ਹੈਗਾ 2017 'ਚ ਫਿਰ ਅਮੈਂਡ ਹੋ ਗਿਆ, ਪਰਸਨ ਵਿਦ ਡਿਸੇਬਿਲਿਟੀ ਐਕਟ ਹੈਗਾ, ਅਤੇ ਮਤਲਬ ਇੰਨਾ ਜੁਵੈਨਾਈਲ ਜਸਟਿਸ ਐਕਟ ਹੈਗਾ, ਇੰਨੇ ਐਕਟ ਬਣਾਏ। ਪਰ ਉਹਦੇ ਲਈ ਟੀਮ ਜਿਹੜੀ ਹੈਗੀ ਆ ਐਮਰਜੈਂਸੀ ਹਾਲਾਤਾਂ 'ਚ ਉਹਨੂੰ ਆਪਣੇ ਉਹਦੇ ਘਰ 'ਚੋਂ ਕੱਢਣ ਲਈ, ਜਿਹੜਾ ਸੁਸਾਈਡ ਕਰਨ ਲਈ ਉਸ ਵੇਲੇ ਬਾਰ-ਬਾਰ ਆਈਡੇਸ਼ਨਸ ਹੈਗੀਆਂ ਕੋਸ਼ਿਸ਼ ਕਰਦਾ ਹੈ, ਅਤੇ ਉਹਨੂੰ ਸੜਕ ਤੋਂ ਚੱਕਣ ਲਈ ਕੋਈ ਸੇਮ ਟਾਈਮ ਮਤਲਬ ਉਹਨੂੰ ਸੰਭਾਲਿਆ ਜਾ ਸਕੇ ਨਾਗਰਿਕ ਨੂੰ, ਕੋਈ ਐਸੀ ਟੀਮ ਹੈਗੀ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੀ? ਨਹੀਂ ਹੋਣੀ। ਅਤੇ ਉਹਨੂੰ ਸੇਮ ਟਾਈਮ ਨਾ ਚੱਕਿਆ ਜਾ ਰਿਹਾ, ਅਤੇ ਨਾ ਉਹਦੇ ਲਈ ਇਨਫਰਾਸਟਰਕਚਰ ਲੋੜੀਂਦਾ ਜਿੱਥੇ ਮੈਡੀਕਲ ਸਹੂਲਤ ਹੋਵੇ ਉਹਨੂੰ ਤੁਰੰਤ। ਰਾਤ ਨੂੰ ਪੁਲਿਸ ਤਾਂ ਰੱਖ ਨਹੀਂ ਸਕਦੀ, ਪੁਲਿਸ ਤਾਂ ਉੱਥੇ ਹੀ ਲੈ ਕੇ ਜਾਏਗੀ। ਇਸ ਕਰਕੇ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਜ਼ਿਲ੍ਹਾ ਪੱਧਰ 'ਤੇ ਹੋਣੀ ਚਾਹੀਦੀ ਹੈ। ਉਹਦੇ ਲਈ ਅਸੀਂ ਕੱਲ੍ਹ ਵੀ ਲੈਟਰ ਲਿਖ ਰਹੇ ਸੀ, ਅਤੇ ਅੱਜ ਹੁਣ ਮੈਂ ਜਾ ਕੇ ਫਿਰ ਉਹਨੂੰ ਰਿਕੁਐਸਟ ਫਿਰ ਭੇਜਣੀ ਹੈਗੀ ਹੈ। ਸਾਡੇ ਜਿਹੜੇ ਸਤਿਕਾਰਯੋਗ ਹੈਲਥ ਮਿਨਿਸਟਰ ਹੈ ਉਹਨਾਂ ਨੂੰ, ਪ੍ਰਿੰਸੀਪਲ ਸੈਕਟਰੀ ਹੈਲਥ ਨੂੰ, ਫਿਰ ਅਸੀਂ ਜ਼ਿਲ੍ਹੇ ਦੇ DC ਨੂੰ ਅਤੇ SDM ਸਾਹਿਬ ਨੂੰ, ਕਿ ਆਪਣੇ ਏਰੀਏ ਆਪਣੇ ਲਾਈਕ ਲੈਵਲ 'ਤੇ ਕਮੇਟੀਆਂ ਬਣਾਈਆਂ ਜਾਣ ਜਿਹਦੇ ਵਿੱਚ ਪੁਲਿਸ ਅਧਿਕਾਰੀ ਹੋਵੇ, ਇੱਕ ਰਿਸਪੋਂਸੀਬਲ ਜਿਹੜੇ ਪੁਲਿਸ ਅਧਿਕਾਰੀ, ਕਿਉਂਕਿ ਪੁਲਿਸ ਤੋਂ ਬਿਨਾਂ ਕੋਈ ਚੱਕ ਨਹੀਂ ਸਕਦਾ, ਅਤੇ ਉਹਦੇ ਵਿੱਚ ਫਿਰ ਜਿਹੜਾ ਰਿਸਪੋਂਸੀਬਲ ਮੈਡੀਕਲ ਜਿਹੜੀ ਅਥਾਰਟੀ, ਫਿਰ ਜਿਹੜਾ ਮੈਜਿਸਟ੍ਰੇਟ ਹੈਗਾ ਜਿਹਦੇ ਆਰਡਰ ਦੇ ਨਾਲ ਉਹਨੂੰ ਦਾਖਲ ਕਰਾਇਆ ਜਾਣਾ ਹੈਗਾ, ਅਤੇ ਤਾਂ ਕਿ ਉਹਦੇ ਸੋਸ਼ਲ ਵਰਕਰ ਸਾਡਾ ਕੁਛ ਜਿਹੜਾ ਵੀ ਯੂਜ਼ ਕਰਨਾ, ਸਾਡੀਆਂ ਐਂਬੂਲੈਂਸਾਂ, ਅਤੇ ਉਹ ਯੂਜ਼ ਕਰਕੇ, ਪਰ ਸਾਡੇ ਕੋਲ ਅਥਾਰਟੀ ਤਾਂ ਕੋਈ ਨਹੀਂ ਹੈ ਨਾ
ਵੀ ਰਲ ਇੱਕ ਐਸੀ ਟੀਮ ਬਣਾਈ ਜਾਵੇ ਤਾਂ ਕਿ ਨਾਗਰਿਕ ਨੂੰ ਮੌਕੇ ਸਿਰ ਸੇਮ ਟਾਈਮ ਤੇ ਸਹੂਲਤ ਮਿਲ ਸਕੇ। ਇਹ ਨਾ ਹੋਵੇ ਵੀ ਲੇਡੀ ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਜਾਵੇ। ਮੈਂ ਜਿਵੇਂ ਤੁਹਾਨੂੰ ਦੱਸ ਰਿਹਾ 80 ਸਾਲ ਦੀਆਂ ਔਰਤਾਂ ਰੇਪ ਤੋਂ ਪੀੜਤ ਆ ਰਹੀਆਂ, 10 ਸਾਲ ਦੀਆਂ ਬੱਚਿਆਂ ਨੂੰ ਜਨਮ ਦੇ ਰਹੀਆਂ, ਤੇ ਇਸ ਤੋਂ ਵੱਡਾ ਜ਼ੁਲਮ ਔਰ ਇਸ ਤੋਂ ਵੱਡਾ ਇੰਨਾ ਸਭ ਕੁਝ ਦੇਖਣ ਤੋਂ ਬਾਅਦ ਵੀ ਜੇਕਰ ਇਸ ਦੇ ਉੱਤੇ ਮੈਨੀਫੈਸਟੋ ਵਿੱਚ ਵੀ ਐਡ ਨਹੀਂ ਹੋ ਰਿਹਾ ਤੇ ਫਿਰ ਇਹ ਨਾਗਰਿਕਾਂ ਨੂੰ ਹਨੇਰਾ ਹੀ ਹਨੇਰਾ ਦਿਖ ਰਿਹਾ ਵੀ ਉੱਥੇ ਫਿਰ ਲਾਈਕ ਕਿੱਥੇ ਜਾਣਗੇ, ਕਿਹਨੂੰ ਪੁਕਾਰ ਸੁਣਾਉਣਗੇ, ਕਿਹਨੂੰ ਮਤਲਬ ਇਹ ਆਪਣੇ ਜਿਹੜੇ ਦੁੱਖਾਂ ਦੀ ਪੀੜਾ ਇੰਨੀ ਝੱਲ ਰਹੇ ਹੈ ਤੇ ਇਹ ਕਿਸ ਨੂੰ ਆਪਣੇ ਦੁੱਖੜੇ ਸੁਣਾਉਣਗੇ, ਹੈ ਨਾ ਸਿਰ ਪ੍ਰਸ਼ਾਦ ਹੈ, ਨਾ ਕੋਈ ਸਹਾਰਾ ਹੈ, ਨਾ ਕੋਈ ਹਾਂ ਦਾ ਨਾਰਾ ਹੈ। ਤੇ ਜਿਸ ਵੇਲੇ ਵੀ ਆਪਣੀ ਸੰਭਾਲ ਤੋਂ ਮਥਾਜ ਹੋ ਗਏ, ਭਾਵੇਂ ਆਪਣੀ ਕਰੋੜਾਂ ਦੀ ਕੋਠੀ 'ਚ ਪਏ ਆ, ਉਹਨੂੰ ਕੋਠੀ 'ਚੋਂ ਕੱਢਣ ਵਾਸਤੇ ਕੋਈ ਹਸਪੀਟਲ ਲਿਜਾਣ ਵਾਸਤੇ ਰਿਸਪੌਂਸਿਬਿਲਟੀ ਕਿਹਦੀ ਹੈ? ਨਹੀਂ ਕੋਈ ਆ ਰਿਹਾ, ਫੋਨ ਕਰਦੇ ਆ ਉੱਥੋਂ ਕਹਿੰਦੇ ਕੌਣ ਚੱਕੇਗਾ, ਕੌਣ ਹਸਪੀਟਲ ਸੰਭਾਲੇਗਾ। ਮੈਂ ਕਿਹਾ ਇਹਦੀ ਪ੍ਰੋਪਰਟੀ ਲਿੰਕ ਕਰਕੇ ਤੇ ਇਹਨੂੰ ਲਾਈਕ ਮਤਲਬ ਠੀਕ ਹੋਣ ਦਾ ਮੌਕਾ ਤਾਂ ਮਿਲਣਾ ਚਾਹੀਦਾ, ਪਾਲਿਸੀ ਨਹੀਂ ਹੈਗੀ। ਬਲ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ, ਸਾਡਾ ਦੇਸ਼ ਹੈ, ਸਾਡੀ ਸਟੇਟ ਹੈ, ਅਸੀਂ ਸਟੇਟ ਦੇ ਨਾਗਰਿਕ ਹਾਂ ਤੇ ਇਸ ਕਰਕੇ ਮੈਂ ਆਪਣੇ ਨਾਗਰਿਕ ਜਿਹੜੇ ਮੇਰੇ ਸਾਥੀ ਹੈਗੇ ਆ, ਮੇਰੇ ਫੈਲੋ ਬੀਇੰਗ ਹੈ, ਮੈਂ ਉਹਨਾਂ ਲਈ ਕੋਸ਼ਿਸ਼ ਕਰਦਾ ਵੀ ਸਰਕਾਰ ਵੀ ਥੋੜ੍ਹਾ ਮਤਲਬ ਇਹਦੇ 'ਤੇ ਜਿਹੜਾ ਹੈਗਾ ਇੰਨਾ ਕੁ ਪ੍ਰਬੰਧ ਕਰੇ ਤਾਂ ਕਿ ਲਾਈਕ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਤਾਂ ਮਿਲ ਜੇ। ਤੁਸੀਂ ਗੱਲ ਕੀਤੀ ਸੀ ਕਿ ਸਰਕਾਰੀ ਹਸਪਤਾਲਾਂ 'ਚੋਂ ਫੋਨ ਆ ਜਾਂਦੇ ਨੇ, ਵੱਖ-ਵੱਖ ਥਾਵਾਂ ਤੋਂ ਆਉਂਦੇ ਨੇ, ਕੋਈ ਸਹੂਲਤ ਉਸ ਟਾਈਮ ਮਿਲਦੀ ਹੈ ਜਾਂ ਕੋਈ ਐਂਬੂਲੈਂਸ ਦੀ ਜਾਂ ਕੋਈ ਛੱਡ ਕੇ ਜਾਂਦੇ, ਕਈ ਵਾਰ ਇਹ ਵੀ ਹੁੰਦਾ ਵੀ ਤੁਹਾਨੂੰ ਆਪਣੀ ਵੀ ਲਿਜਾਣੀ ਪੈਂਦੀ ਹੈ। ਐਂਬੂਲੈਂਸਾਂ ਦਾ ਤਾਂ ਇਹ ਹਾਲ ਹੋਇਆ ਹੁਣ ਵੀ ਹਸਪਤਾਲ ਦੇ ਵਿੱਚ ਜਦੋਂ ਰੈਫਰ ਕਰਨਾ ਹੁੰਦਾ ਨਾ ਕੇਸ, ਸਿਵਲ ਹਸਪੀਟਲ ਨੇ ਰੈਫਰ ਕਰਨਾ ਚੰਡੀਗੜ੍ਹ ਕੇਸ ਕੋਈ ਹੈ ਨਾ ਹਾਇਰ ਇੰਸਟੀਚਿਊਟ ਦੇ ਵਿੱਚ, ਉੱਥੇ ਉਹ ਰੈਫਰ ਕਰ ਦਿੱਤਾ ਜਾਂਦਾ ਹੈ ਪਰ ਉੱਥੇ ਐਂਬੂਲੈਂਸ ਹੁੰਦੀ ਨਹੀਂ। ਸਾਡੇ ਕੋਲੋਂ ਨਹੀਂ ਗਿਆ ਹੋਇਆ ਕੇਸ, ਉਹ ਕੇਸ ਉਹਦਾ ਵਾਰਸ ਵੀ ਹੈਗਾ ਏ, ਉਹ ਬੰਦਾ ਸੀਰੀਅਸ ਹੈ, ਉਹਨੂੰ ਹਸਪੀਟਲ ਸ਼ਿਫਟ ਕਰਨਾ, ਉੱਥੋਂ ਹੀ ਫਿਰ ਹਸਪੀਟਲਾਂ ਦੇ ਵਿੱਚੋਂ ਫੋਨ ਆਉਂਦੇ ਆ ਕਿ 2 ਐਂਬੂਲੈਂਸਾਂ ਭੇਜ ਦਿਓ ਜੀ, ਕਈ ਵਾਰ 3 ਐਂਬੂਲੈਂਸਾਂ ਭੇਜ ਦਿਓ ਜੀ, ਇੱਥੇ ਬੰਦੇ ਜਿਹੜੇ ਇਹਨਾਂ ਨੂੰ ਸ਼ਿਫਟ ਕਰਨਾ, ਉਹ ਕਹਿੰਦਾ ਅਸੀਂ ਸ਼ਿਫਟ ਕਰਨੇ ਆ। ਐਂਬੂਲੈਂਸਾਂ ਦੀ ਘਾਟ ਤਾਂ ਵੱਡੇ ਪੱਧਰ 'ਤੇ ਹੈ ਹੀ। ਮੈਂ ਕਿਹਾ 108 ਕਹਿੰਦੇ ਨਹੀਂ ਜੀ, 108 ਨੂੰ ਤਾਂ ਬਹੁਤ ਟਾਈਮ ਲੱਗ ਜਾਣਾ, 108 ਉੱਥੇ ਅਵੇਲੇਬਲ ਨਹੀਂ ਹੈਗੀ। ਵੀ ਲੋੜਾਂ ਦੇ ਆਧਾਰ 'ਤੇ ਮਤਲਬ ਜਿਹੜਾ ਅਰੇਂਜਮੈਂਟ ਹੋਣਾ ਚਾਹੀਦਾ ਤਾਂ ਕਿ ਇਹ ਨਾ ਹੋਵੇ ਸਾਡਾ ਨਾਗਰਿਕ ਜਿਹੜਾ ਹੈਗਾ ਮਤਲਬ ਉਹ ਸੀਰੀਅਸ ਹੋਵੇ ਜਾਂ ਉਹਦਾ ਐਡਾ ਨੁਕਸਾਨ ਹੋ ਜੇ, ਕਿਉਂਕਿ ਉਹਦੀ ਕੰਪਨਸੇਸ਼ਨ ਤਾਂ ਕੋਈ ਹੈ ਹੀ ਨਹੀਂ। ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਤੇ ਘਟਨਾਵਾਂ ਬਹੁਤ ਘਟ ਰਹੀਆਂ, ਤੇ ਇਸੇ ਕਰਕੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਰਕਾਰ ਨੂੰ ਵੀ ਇਹਦੇ ਵੱਲ ਹੈਲਥ ਸਹੂਲਤਾਂ ਜਿਹੜੀਆਂ ਹੈਗੀਆਂ, ਇਸ ਤੋਂ ਵੱਡੀ ਨੀਡ ਸਮਾਜ ਦੇ ਵਿੱਚ ਹੋਰ ਕੀ ਹੋ ਸਕਦੀ ਹੈ। ਵੀ ਇਸ ਤੋਂ ਵਾਂਝਾ ਨਾਗਰਿਕ ਨਹੀਂ ਰੁਲਣਾ ਚਾਹੀਦਾ, ਹਰ ਇੱਕ ਨੂੰ ਠੀਕ ਹੋਣ ਦਾ ਮੌਕਾ। ਤੇ ਮੌਕੇ 'ਤੇ ਐਕਸੀਡੈਂਟ ਕੇਸਾਂ ਨੂੰ ਸੰਭਾਲਣ ਲਈ ਮੈਂ ਕਿਹਾ ਇਸ ਦੀ ਡੈਥ ਕਿੱਦਾਂ ਹੋ ਗਈ, ਕਹਿੰਦੇ CT ਸਕੈਨ ਕਰਵਾਉਣਾ ਸੀ। ਮੈਂ ਕਿਹਾ ਕਿਉਂ ਨਹੀਂ ਕਰਵਾਇਆ, ਕਹਿੰਦੇ ਨਾਲ ਹੀ ਨਹੀਂ ਸੀ ਕੋਈ। ਇਹ ਕੋਈ ਜਵਾਬ ਹੈਗਾ ਕਿ ਆਪਣੇ ਦੇਸ਼ ਦਾ ਨਾਗਰਿਕ ਹੋਵੇ, ਹੈ ਨਾ। ਇਹ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਵੀ ਤੁਹਾਡੇ ਥਰੂ ਮੈਂ ਆਪਣੇ ਜਿਹੜੇ ਦੇਸ਼ ਦੇ ਵਾਰਸ ਨੇ, ਸਾਡੇ ਸਰਕਾਰ ਹੈ, ਮੈਂ ਉਹਨੂੰ ਬੇਨਤੀ ਕਰਦਾ ਹਾਂ ਕਿ ਵਿਸ਼ੇਸ਼ ਧਿਆਨ ਦੇ ਕੇ ਇਹਨਾਂ ਸਹੂਲਤਾਂ ਲਈ ਲੋੜੀਂਦਾ ਬਜਟ ਬਣਾਇਆ ਜਾਵੇ, ਮੈਂਟਲ ਹੈਲਥ ਲਈ ਬਜਟ ਬਣਾਇਆ ਜਾਵੇ, ਇਨਫਰਾਸਟ੍ਰਕਚਰ ਬਣਾਇਆ ਜਾਵੇ, ਪਾਲਿਸੀ ਜਿਹੜੀ ਹੈਗੀ ਉਹਨੂੰ ਇਨਕੰਪਲੀਟ ਨਾ ਰੱਖਿਆ ਜਾਵੇ, ਕੰਪਲੀਟ ਰੱਖਿਆ ਜਾਵੇ, ਆਨਸਰੇਬਲ ਬਣਾਇਆ ਜਾਵੇ, ਹੈਲਪਲਾਈਨ ਨੂੰ ਆਨਸਰੇਬਲ ਬਣਾਇਆ ਜਾਵੇ। ਜਿਹੜੀ 112 'ਤੇ ਫੋਨ ਕਰਦੇ ਆ ਤੇ 112 ਜਿਹੜਾ ਹੈਗਾ ਉਹਦਾ ਸੋਲਿਊਸ਼ਨ ਦੇਵੇ। ਤੇ ਲਾਈਕ ਉਹ ਕਹਿੰਦੇ ਆਪਣੇ ਕੰਸਰਨਡ SHO ਨੂੰ ਫੋਨ ਕਰੋ, ਕਿਉਂ SHO ਨੂੰ ਕੌਣ ਫੋਨ ਕਰੇਗਾ? ਜਦੋਂ 112 ਹੈਲਪਲਾਈਨ ਐਮਰਜੈਂਸੀ ਬਣਾਈ ਹੈ ਤੇ ਐਮਰਜੈਂਸੀ ਸਹੂਲਤ ਵਾਸਤੇ ਬਣਾਈ ਹੈ ਤੇ ਤੁਰੰਤ ਉਸ ਨੂੰ ਨਾਗਰਿਕ ਦਾ ਇਨਫੋਰਮੇਸ਼ਨ ਦੇਤੀ ਐਜ਼ ਪਰ ਲਾਅ, ਤਾਂ ਫਿਰ ਉਹ ਆਇਡੈਂਟੀਫਾਈ ਵੀ ਕਰਨੇ ਹੁੰਦੇ ਪੁਲਿਸ ਨੇ। ਪਰ ਪੁਲਿਸ ਦੇ ਕੋਲ ਉਨੀ ਮੈਨ ਪਾਵਰ ਹੋਵੇ ਤੇ ਉੱਦਾਂ ਦੇ ਰਿਸੋਰਸਿਸ ਹੋਣ ਤੇ ਉਹ ਵੀ ਤਾਂ ਹੀ ਕਰ ਸਕਦੀ ਹੈ ਨਾ। ਉਹਨਾਂ ਨੂੰ ਆਨਸਰੇਬਲ ਮਤਲਬ ਬਣਾਇਆ ਹੋਵੇ ਤੇ ਸਹੂਲਤਾਂ ਦਿੱਤੀਆਂ ਹੋਣ, ਤੇ ਹੋਰ ਜਿਹੜੀਆਂ ਕੰਸਰਨਡ ਅਥਾਰਟੀਜ਼ ਹੈਗੀਆਂ ਤੇ ਉਹਨਾਂ ਨੂੰ ਆਨਸਰੇਬਲ ਬਣਾਇਆ ਜਾਵੇ। ਤੇ ਇਸ ਕਰਕੇ ਜਦੋਂ ਅਧਿਕਾਰ ਆਨਸਰੇਬਲ ਬਣਾਓਗੇ ਤਾਂ ਨਾਗਰਿਕ ਸੇਫ ਹੋ ਸਕਦਾ, ਬਚ ਸਕਦਾ ਹੈ। ਜਿੰਨੀ ਦੇਰ ਤੱਕ ਨਹੀਂ ਬਣਾਓਗੇ ਨਾਗਰਿਕ ਦੇ ਲਈ, ਆਪਣੇ ਲਈ ਤਾਂ ਬਣਾਇਆ ਹੀ ਹੋਊਗਾ ਨਾ ਵੀ ਆਨਸਰੇਬਲ ਹੈ, ਨਾਗਰਿਕ ਲਈ, ਨਾਗਰਿਕ ਨੂੰ ਬਚਾਉਣ ਦੇ ਲਈ, ਹੈ ਨਾ, ਕਿਉਂਕਿ ਸੰਵਿਧਾਨਿਕ ਡਿਊਟੀ ਹੈ ਨਾ। ਤੇ ਉਨੀ ਦੇਰ ਤੱਕ ਬਹੁਤ ਵੱਡੇ ਪੱਧਰ 'ਤੇ ਮਤਲਬ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਮੈਂ ਸਮੂਹ ਜਿੰਨੇ ਵੀ ਸਾਡੇ ਸਰੋਤੇ ਹੈਗੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿੰਨੀ ਦੇਰ ਤੱਕ ਸਾਡੇ ਮਤਲਬ ਕਹਿ ਲਓ ਵੀ ਇੱਕ ਅਰੇਂਜਮੈਂਟ ਨਹੀਂ ਹੁੰਦੇ ਇਸ ਦੇਸ਼ ਦੇ ਵਿੱਚ ਇੱਦਾਂ ਦੇ, ਹੈ ਨਾ, ਤੇ ਸਾਨੂੰ ਜ਼ਿਲ੍ਹਾ ਪੱਧਰ 'ਤੇ ਇਹ ਸੈਂਟਰਾਂ ਦੀ ਲੋੜ ਹੈਗੀ ਹੈ। ਐਂਬੂਲੈਂਸ ਸਰਵਿਸ ਦੀ ਕਾਫੀ ਜ਼ਿਆਦਾ ਲੋੜ ਹੈਗੀ। ਆਪਣੇ ਨੈਟਵਰਕ ਜਿਹੜੇ ਹੋ ਗਏ, ਜਿੰਨੀ ਦੇਰ ਤੱਕ ਸਰਕਾਰਾਂ ਵੱਲੋਂ, ਧਾਰਮਿਕ ਕੇਂਦਰਾਂ ਵੱਲੋਂ ਲੋੜੀਂਦੇ ਪ੍ਰਬੰਧ ਨਹੀਂ ਹੁੰਦੇ, ਉਨੀ ਦੇਰ ਤੱਕ ਤਾਂ ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਨਾ, ਇੱਦਾਂ ਦੇ ਵੱਡੇ ਨਗਰ ਬਣਾਉਣ ਦੀ ਲੋੜ ਹੈ। ਤੁਸੀਂ ਸਵਾਲ ਕਰ ਰਹੇ ਸੀ ਨਾ ਵੀ ਉਹਨਾਂ ਦੀ ਫਿਜ਼ੀਕਲ ਤੇ ਮੈਂਟਲ ਕੰਡੀਸ਼ਨ ਮੁਤਾਬਕ ਕੀ ਉਹਨਾਂ ਲਈ ਵਿੰਗ ਨਹੀਂ ਬਣੇ, ਮਤਲਬ ਜਿੰਨੇ ਬਣੇ ਆ ਉਹ ਬਹੁਤ ਘੱਟ ਹੈ। ਅਜੇ ਸਾਡੇ ਕੋਲ ਓਲਡ ਏਜ ਹੋਮ ਵੀ ਸਪੈਸ਼ਲ ਜਿਹੜੇ ਬਜ਼ੁਰਗ ਹੈਗੇ ਨਾ, ਉਹਨਾਂ ਲਈ ਉਹਨਾਂ ਦੀ ਲੋੜ ਮੁਤਾਬਕ ਅਲੱਗ-ਅਲੱਗ ਸਾਡੇ ਕੋਲ ਓਲਡ ਏਜ ਹੋਮ ਵੀ ਅਜੇ ਅਲੱਗ ਨਹੀਂ ਹੈਗਾ। ਉਹੀ ਜਿਹੜੇ ਵਿਚਾਰੇ ਡਿਮੈਂਸ਼ੀਆ, ਡਿਪਰੈਸ਼ਨ ਵਾਲੇ ਆ, ਉਹਨਾਂ ਵਿੱਚ ਸਾਨੂੰ ਇੰਟੈਲੈਕਚੁਅਲ ਡਿਸੇਬਿਲਿਟੀ ਵਾਲੇ ਉਸ ਏਜ ਦੇ ਬੰਦੇ ਨਾਗਰਿਕ ਰੱਖਣੇ ਪੈ ਰਹੇ ਆ। ਜਿਹੜੇ ਕੰਮ ਇੰਨੇ ਇੱਦਾਂ ਕਰਦੇ ਵੀ ਇੱਦਾਂ ਲੱਗਦਾ ਵੀ ਪਹਿਲਾਂ ਇਹ ਸ਼ੁਰੂ ਕਰੀਏ, ਫਿਰ ਲੱਗਦਾ ਨਹੀਂ ਜਿਹੜੇ ਕੰਟੇਜੀਅਸ ਡਿਜ਼ੀਜ਼ ਵਾਲੇ ਉਹਨਾਂ ਨੂੰ ਸ਼ੁਰੂ ਕਰੀਏ, ਫਿਰ ਅੱਗੇ ਡਿਜ਼ੀਜ਼ ਵੀ ਕਈ ਤਰ੍ਹਾਂ ਦੀਆਂ ਵੀ ਉਹਨਾਂ ਲਈ ਸ਼ੁਰੂ ਕਰੀਏ। ਕਈ ਵਾਰ ਇੱਦਾਂ ਲੱਗਦਾ ਵੀ ਸਪੈਸ਼ਲ ਬੱਚਿਆਂ ਲਈ ਬਿਲਕੁਲ ਇਹ ਚੀਜ਼ ਜਿਹੜੀ ਸਪੈਸ਼ਲ ਐਜੂਕੇਸ਼ਨ ਲਈ ਆ ਅਲੱਗ ਸ਼ੁਰੂ ਕਰੀਏ।
ਤੇ ਕਈ ਵਾਰ ਲੱਗਦਾ ਵੀ ਹਸਪੀਟਲ ਜਿਹੜਾ ਹੈਗਾ ਇਹਦੇ ਵਿੱਚ ਲੋੜੀਂਦੇ ਪ੍ਰਬੰਧ ਹੋਰ ਕਰਕੇ ਤੇ ਤਾਂ ਕਿ ਜਿਹੜੇ ਇਦਾਂ ਨਾਗਰਿਕ ਪਹੁੰਚ ਰਹੇ ਉਹਨਾਂ ਦਾ ਤੇ ਲੋੜਵੰਦਾਂ ਦਾ ਜਿਹੜੇ ਹੋਰ ਵੀ ਵਿਚਾਰੇ ਇਲਾਜ ਨਾ ਮਿਲਣ ਕਰਕੇ ਡਿਪਰੈਸ਼ਨ ਜਾਂਦੇ ਆ, ਮੌਤ ਦੇ ਮੂੰਹ 'ਚ ਪੈਂਦੇ ਆ, ਵੀ ਉਹਨਾਂ ਦਾ ਕੰਮ ਕਰੀਏ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਜਿਵੇਂ ਸਾਨੂੰ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਸਮਾਜਦਾਰ ਦੀ ਸੰਗਤ ਜਿਹੜੀ ਹੈਗੀ ਸਾਡੇ ਸਪੋਰਟਰ ਜਿਵੇਂ ਜਿਵੇਂ ਸਹਿਯੋਗ ਪਹੁੰਚਦਾ ਹੈ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਆਪਣੇ ਵੱਲੋਂ ਯਤਨਸ਼ੀਲ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਅਖੀਰਲੇ ਦਮ ਤੱਕ ਅਸੀਂ ਯਤਨਸ਼ੀਲ ਰਹੀਏ ਤੇ ਇਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਫਿਰ ਉਸ ਤੋਂ ਬਾਅਦ ਸਟੇਟ ਪੱਧਰ ਤੇ ਇਸ ਤਰੀਕੇ ਨਾਲ ਅਲੱਗ-ਅਲੱਗ ਸਟੇਟਾਂ ਦੇ ਵਿੱਚ ਲੋੜੀਂਦੇ ਪ੍ਰਬੰਧ ਕਰ ਸਕੀਏ ਤੇ ਐਂਬੂਲੈਂਸ ਸਹੂਲਤਾਂ ਪੈਦਾ ਕਰ ਸਕੀਏ ਤੇ ਸਾਡੀ ਕੋਸ਼ਿਸ਼ ਹੈ। ਇੱਕ ਸਵਾਲ ਮੈਂ ਹੋਰ ਜ਼ਰੂਰ ਕਰੂੰਗੀ ਸਰ, ਆਪਾਂ ਅਕਸਰ ਹੀ ਸੁਣਦੇ ਆ, ਕਹਿੰਦੇ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ, ਚਾਹੇ ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਕਰ ਲਈ, ਚਾਹੇ ਬਾਣੀ ਦੀ ਗੱਲ ਕਰੀਏ, ਅਕਸਰ ਇਸੇ ਗੱਲ ਕਰਦੇ ਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ। ਪਰ ਮੈਨੂੰ ਲੱਗਦਾ ਨਹੀਂ ਉਹ ਚੀਜ਼, ਅਸੀਂ ਧਰਮ ਨੂੰ ਜ਼ਰੂਰ ਮੰਨਦੇ ਹਾਂ ਪਰ ਮੈਨੂੰ ਲੱਗਦਾ ਨਹੀਂ ਸੀ ਉਹ ਚੀਜ਼ ਵੱਲ ਉਹ ਚੀਜ਼ ਨੂੰ ਅਸੀਂ ਕਰ ਰਹੇ ਹਾਂ। ਤੁਹਾਡੇ ਵੱਲੋਂ ਐਡੀ ਵੱਡੀ ਸੇਵਾ ਕੀਤੀ ਜਾ ਰਹੀ ਹੈ, ਇਨਸਾਨੀਅਤ ਦੀ ਸੇਵਾ ਕੀ ਕਰ ਲੈਂਦਾ। ਬਹੁਤ ਸਾਰੇ ਧਾਰਮਿਕ ਕੇਂਦਰ ਬਣੇ ਹੋਣਗੇ, ਸਿੱਖ ਸੰਸਥਾਵਾਂ ਬਣੀਆਂ ਹੋਣਗੀਆਂ, ਪਰ ਉਹਨਾਂ ਵੱਲੋਂ ਵੀ ਹਜੇ ਮੈਨੂੰ ਲੱਗਦਾ ਇਨਸਾਨੀਅਤ ਦੀ ਸੇਵਾ ਲਈ ਅੱਗੇ ਨਹੀਂ ਆਇਆ ਜਾ ਰਿਹਾ। ਦੇਖੋ ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹੋਗੇ ਤੁਸੀਂ ਹੈ ਨਾ, ਕਹਿੰਦੇ ਨੀਚਾਂ ਅੰਦਰ ਨੀਚ। ਜਿਹੜੇ ਲੋਕ ਨਾ ਉਹਨਾਂ ਨੂੰ ਮਤਲਬ ਨੀਚ ਕਹਿ ਦਿੰਦੇ ਸੀ, ਲਾਚਾਰ ਕਹਿ ਦਿੰਦੇ ਸੀ, ਗੁਰੂ ਸਾਹਿਬ ਕਹਿੰਦੇ ਮੈਂ ਆਪਣਾ ਐਡਰੈਸ ਦੱਸਾਂ ਤੁਹਾਨੂੰ, ਮੈਂ ਕਿੱਥੇ ਮਿਲੂੰਗਾ ਤੁਹਾਨੂੰ, ਹੈ ਨਾ। ਕਹਿੰਦੇ ਨੀਚਾਂ ਅੰਦਰ ਨੀਚ ਜਾਤ ਨੀਚਿਓ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ। ਕਿਨ ਕੈ ਸੰਗ ਸਾਥ? ਜਿਨ੍ਹਾਂ ਨੂੰ ਤੁਸੀਂ ਬੰਦੇ ਵੀ ਨਹੀਂ ਸਮਝਦੇ। ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਰੀ, ਜਿੱਥੇ ਨੀ ਸੰਭਾਲੀ ਤਿੱਥੇ ਨਾ ਤੇਰੀ ਬਖਸ਼ਿਸ਼। ਜਿੱਥੇ ਉਹਨਾਂ ਦੀ ਸੰਭਾਲ ਹੋਊਗੀ ਨਿਆਸਰਿਆਂ ਦਾ ਆਸਰਾ ਗੁਰੂ ਹੈ ਨਾ। ਕੋੜੀਆਂ ਨੂੰ ਗੱਲ ਨਾਲ ਲਾਇਆ ਨਾ ਗੁਰੂ ਨਾਨਕ ਦੇਵ ਜੀ ਨੇ। ਮੌਕੇ ਦੀਆਂ ਹਕੂਮਤਾਂ ਨੂੰ ਬਾਬਰ ਨੂੰ ਕਿਹਾ ਵੀ ਤੂੰ ਮਤਲਬ ਪਰਜਾ ਪ੍ਰਤੀ ਤੁਹਾਡੀ ਡਿਊਟੀ ਕੀ ਬਣਦੀ ਹੈ। ਬਾਬਰ ਨੂੰ ਜਾਬਰ ਕਹਿਣਾ ਤੇ ਨਾਲ ਦੀ ਨਾਲ ਸੱਚ ਦਾ ਉਪਦੇਸ਼ ਦੇਣ ਕਰਵਾਉਣਾ ਤੇ ਸਭ ਦੇ ਪ੍ਰਤੀ ਸਮਦ੍ਰਿਸ਼ਟੀ ਦਾ ਪਾਠ ਪੜਾਉਣਾ। ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ, ਹੈ ਨਾ। ਸੱਚ ਕਮਾਵੇ ਸੋਈ ਕਾਜੀ, ਜੋ ਦਿਲ ਸੋਧਿਆ ਸੋਈ ਹਾਜੀ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਦਾ ਕੋੜ ਰੱਖ ਕੇ ਇਲਾਜ ਕਰਦੇ ਰਹੇ। ਗੁਰੂ ਨਾਨਕ ਦੇਵ ਜੀ ਕੋੜੀਆਂ ਕੋਲ ਕਿੰਨੇ ਦਿਨ ਲਾ ਦਿੰਦੇ ਸੀ ਉਹਨਾਂ ਨੂੰ ਠੀਕ ਕਰਨ ਲਈ, ਹੈ ਨਾ। ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੇਖਿਆ ਵੀ ਜਦੋਂ ਜ਼ਿਆਦਾ ਹੀ ਵੱਡੀ ਸਮੱਸਿਆ ਲੈਪਰੋਸੀ ਦੇਖੀ, ਉਹਨਾਂ ਲਈ ਸਿਰ ਤੇ ਛੱਤ, ਉਹਨਾਂ ਲਈ ਸਹਾਰਾ ਜੋ ਵੀ ਚਾਹੀਦਾ ਸੀ, ਕਿੰਨੇ ਵੱਡੇ ਪੱਧਰ ਤਰਨਤਾਰਨ ਸਾਹਿਬ ਦੇ ਵੀ ਸ਼ੈਲਟਰ ਹੋਮ ਬਣਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਤੇ ਉਹਨਾਂ ਫਿਰ ਜਦੋਂ ਪਾਣੀ ਦੀ ਸਮੱਸਿਆ 6 ਹੱਟਾਂ ਖੂਹ 'ਚ ਪਾਈਆਂ, ਪਾਣੀ ਦੀ ਸਮੱਸਿਆ ਕਹਿੰਦੇ ਜਪੋ ਤਾਂ ਇੱਕੋ ਨਾਮਾ ਵਰਨ ਰਫਲ ਖਾਮਾ, ਨਾਲੇ ਸਾਨੂੰ ਇਹ ਦ੍ਰਿੜ ਕਰਵਾ ਰਹੇ ਹੈ। ਇਹਦਾ ਮਤਲਬ ਨਾਮ ਜਪਣ ਤੋਂ ਕੀ ਭਾਵ ਹੈ? ਮਨ ਬਚ ਕਰਮ ਪ੍ਰਵੇਕ ਧਿਆਏ। ਕਹਿੰਦੇ ਜ਼ਬਾਨ ਨਾਲ ਹੀ ਨਹੀਂ ਬੋਲਣਾ, ਮੂੰਹ ਕਾ ਕਹਿੰਦਾ ਵਾਹ ਹੋ ਜਾਣਾ। ਕੰਮਾਂ ਦੁਆਰਾ ਮਨ 'ਚ ਵਿਚਾਰ ਵੀ ਉਹੀ ਹੋਣ, ਜ਼ਬਾਨ 'ਤੇ ਬੋਲ ਵੀ ਉਹੀ ਹੋਣ ਕਿ ਸਾਡਾ ਸਭ ਦਾ ਮਾਲਕ ਇੱਕ ਹੈ। ਇਟ ਮੀਨ ਸਭ ਦਾ ਮਾਲਕ ਇੱਕ ਹੈ, ਸਾਰਾ ਸੰਸਾਰਿਕ ਪਰਿਵਾਰ ਹੈ। ਕਿਉਂਕਿ ਜੇਤੇ ਜੀ ਤੇਤੇ ਸਭ ਤੇਰੇ, ਤੂੰ ਮੇਰਾ ਜੀ ਜਨ ਤੇਰੇ। ਇਟ ਮੀਨ ਸਾਰੇ ਅਸੀਂ ਇੱਕ ਪਰਿਵਾਰ ਹੋ ਗਏ। ਆਪਣੇ ਪਰਿਵਾਰ ਲਈ ਤਾਂ ਸਾਨੂੰ ਸਿਰ 'ਤੇ ਛੱਤ ਵੀ ਚਾਹੀਦੀ ਹੈ, ਆਪਣੇ ਪਰਿਵਾਰ ਨੂੰ ਤਾਂ ਪੇਟ ਭਰ ਕੇ ਰੋਟੀ ਵੀ ਚਾਹੀਦੀ ਹੈ, ਆਪਣੇ ਪਰਿਵਾਰ ਨੂੰ ਇਲਾਜ ਵੀ ਚਾਹੀਦਾ ਹੈ, ਆਪਣੇ ਪਰਿਵਾਰ ਨੂੰ ਸਾਰਾ ਕੁਝ ਚਾਹੀਦਾ ਹੈਗਾ। ਵੀ ਜਿਹੜਾ ਇਹ ਜਗ ਸੱਚੇ ਕੀ ਹੈ ਕੋਠੜੀ ਆਪਾਂ ਨੇ ਪੜ੍ਹਿਆ ਅਤੇ ਗਾਇਆ, ਮਤਲਬ ਪੜ੍ਹ ਵੀ ਲਿਆ, ਗਾ ਵੀ ਲਿਆ ਤੇ ਗਾਵੇ ਸੁਣਿਆ ਤਿੰਨ ਕਾ ਹਰ ਥਾਂ ਪਾਵਾ ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ। ਗੁਰੂ ਸਾਹਿਬ ਨੇ ਫਿਰ ਜਦੋਂ ਵੱਡੀਆਂ ਸਮੱਸਿਆਵਾਂ ਆਈਆਂ, ਲਾਹੌਰ ਦੇ ਵਿੱਚ ਹੱਥੀਂ ਸੰਭਾਲ ਕੀਤੀ। ਉੱਥੇ 9 ਮਹੀਨੇ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਸਿੱਖ ਸੰਗਤਾਂ ਨਾਲ ਤੇ ਹਰਿਮੰਦਰ ਸਾਹਿਬ ਦੀ ਗੋਲਕ ਵੀ ਉੱਥੇ ਲਾਈ ਤੇ ਅੱਜ ਇਹ ਚੀਜ਼ਾਂ ਹੋ ਰਹੀਆਂ। ਗੁਰੂ ਹਰਿਰਾਏ ਪਾਤਸ਼ਾਹ ਦਾ ਵੇਲਾ ਆਇਆ ਤੇ ਗੁਰੂ ਹਰਿਰਾਏ ਪਾਤਸ਼ਾਹ ਦੇ ਦਵਾਖਾਨਿਆਂ ਵਿੱਚ ਰਾਜਿਆਂ ਦੇ ਪਰਿਵਾਰ ਜਿਹੜੇ ਸੀ, ਹੈ ਨਾ, ਸ਼ਾਹਜਹਾਂ ਦਾ ਬੇਟਾ ਦਾਰਾਸ਼ ਕੋ ਦਵਾਈਆਂ ਲੈ ਕੇ ਠੀਕ ਹੋਇਆ। ਤੇ ਅੱਜ ਸਾਡੇ ਦਵਾਖਾਨੇ ਕਿੱਥੇ ਗਏ? ਧਾਰਮਿਕ ਕੇਂਦਰਾਂ ਦੇ। ਠੀਕ ਹੈ, ਮਤਲਬ ਕਿਸੇ ਵੀ ਧਾਰਮਿਕ ਕੇਂਦਰ ਨੂੰ ਦੇਖੋ ਵੀ ਮਤਲਬ ਜਿਹੜੇ ਕਰ ਰਹੇ ਆ ਉਹਨਾਂ ਨੂੰ ਸਲੂਟ ਹੈ ਜੇ ਕਰ ਰਿਹਾ ਕੋਈ, ਪਰ ਵੱਡੇ ਪੱਧਰ ਤੇ ਨਹੀਂ ਹੋ ਰਹੇ। ਰੱਬ ਦੇ ਨਾਂ ਤੇ ਸੋਨੇ ਦੇ ਘਰ ਬਣ ਰਹੇ ਹੈ, ਪਰ ਰੱਬ ਦੇ ਬੰਦੇ ਬੇਵਾਸਤੇ ਨਿਆਸਰੇ ਰੋਲ ਕੇ ਮਰ ਰਹੇ ਹੈ। ਤੇ ਤਾਂ ਹੀ ਤੇ ਸਵਾਲ ਕਰਦੇ ਆ ਜਿਹੜੇ ਸਾਡੇ ਕੋਲ ਪੀੜਤ ਨਾਗਰਿਕ ਆਉਂਦੇ ਆ, ਕਹਿੰਦੇ ਵੀ ਇਹ ਕੈਸਾ ਧਰਮ ਹੈ, ਰੂਹਾਨੀਅਤ ਕੈਸੀ ਹੈ, ਕੈਸੀ ਸਮਾਜ ਸੇਵਾ, ਇਨਸਾਨੀਅਤ ਕੈਸੀ ਹੈ। ਵੀ ਦਇਆ ਵਿੱਚੋਂ ਧਰਮ ਜਨਮ ਲੈਂਦਾ, ਦਇਆ ਦਾ ਤਾਂ ਕਾਲ ਵੱਧਦਾ ਜਾ ਰਿਹਾ। ਵੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਤੇ ਇੱਕ ਲੋਕਤੰਤਰ ਦੇਸ਼ ਦੇ ਵਿੱਚ ਵੀ ਇੱਕ ਨਾਗਰਿਕ ਤਾਂ ਲਿਆ ਨਿਆਸਰਾ ਤਾਂ ਰੋਲ ਕੇ ਮਰਦਾ ਜਾ ਰਿਹਾ। ਇਸ ਕਰਕੇ ਧਰਮ ਦੀ ਡੈਫੀਨੇਸ਼ਨ ਨੂੰ ਸਮਝਣ ਤੋਂ ਬੁਰੀ ਤਰ੍ਹਾਂ ਫੇਲ ਹੋਏ ਹਾਂ ਅਸੀਂ, ਜਿਸ ਕਰਕੇ ਅਸੀਂ ਅੱਜ ਮਤਲਬ ਇਹ ਚੀਜ਼ਾਂ ਵੱਲ ਸਾਡਾ ਧਿਆਨ ਨਹੀਂ ਗਿਆ, ਕਿਉਂਕਿ ਅਸੀਂ ਅਜੇ ਗੁਰੂਆਂ ਦੀ ਗੱਲ ਨੂੰ ਸਮਝੇ ਨਹੀਂ ਹੈਗਾ ਜੋ ਉਹ ਸਮਝਾਉਣਾ ਚਾਹੁੰਦੇ ਆ। ਉਹ ਕਹਿੰਦੇ ਅਕਲੀ ਪੜ੍ਹ ਕੇ ਬੁੱਝੀ ਹੈ, ਉਹ ਕਹਿੰਦੇ ਬੁੱਝੋ ਹੁਕਮ ਬੁੱਝੇ ਸੋ ਸੇਵਕ ਹੀ ਹੈ। ਹੁਕਮ ਨਾ ਜਾਣੇ ਬਪੜੇ ਭੁੱਲੇ ਫਿਰੇ ਗਵਾਰ ਮਨ ਹੱਠ ਕਰਮ ਕਮਾਮ ਦੇ ਨਿਤ ਨਿਤ ਹੋਏ ਖੁਆਰੇ। ਸਮਾਜਿਕ ਸਮੱਸਿਆਵਾਂ ਦੇ ਹੱਲ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਲਗਾ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਪੜ੍ਹ ਲਓ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ ਪੜ੍ਹ ਲਓ। ਚੇਚਕ ਦੀ ਪ੍ਰੋਬਲਮ ਸੀ, ਕਿੱਦਾਂ ਸਾਰਾ ਕੁਛ ਕੁਰਬਾਨ ਕਰ ਦਿੱਤਾ। ਤੇ ਅੱਜ ਇੰਨੀ ਵੱਡੀ ਸਮੱਸਿਆ, ਲੋਕ ਇਲਾਜ ਵੀ ਨਾ ਮਰ ਰਹੇ, ਅੱਜ ਕਿਉਂ ਨਹੀਂ ਗੱਲ ਹੋ ਰਹੀ? ਜਿਹੜੇ ਸਾਡੇ ਸਤਿਕਾਰਯੋਗ ਪ੍ਰਚਾਰਕ ਹੈ ਸਟੇਜਾਂ 'ਤੇ ਕਿਉਂ ਨਹੀਂ ਬੋਲ ਰਹੇ ਹੋ ਵੀ ਆਪਣੇ ਇਲਾਕੇ ਦੇ ਵਿੱਚ ਪਹਿਲਾਂ ਆਪਣੇ ਪਰਿਵਾਰ ਤੋਂ ਲੈ ਕੇ, ਆਪਣੇ ਬਜ਼ੁਰਗਾਂ ਤੋਂ ਲੈ ਕੇ, ਆਪਣੇ ਇਲਾਕੇ, ਆਪਣੇ ਮੁਹੱਲੇ ਦੇ ਵੀ ਜੇ ਕੋਈ ਰੁਲ ਕੇ ਮਰ ਗਿਆ, ਇਲਾਜ ਵੀ ਨਾ ਮਰ ਗਿਆ, ਸੰਭਾਲ ਵੀ ਨਾ ਮਰ ਗਿਆ, ਤੇ ਫਿਰ ਤੁਹਾਡਾ ਗੁਰਦੁਆਰੇ ਮੰਦਿਰ ਮਸਜਿਦ ਜਾਣ ਦਾ ਕੋਈ ਫਾਇਦਾ ਹੈਗਾ?
ਵੀ ਗੁਰੂ ਸਾਹਿਬ ਤਾਂ ਕਹਿੰਦੇ ਸੀ ਮੈਨੂੰ ਤੇਰੇ ਪਦਾਰਥਾਂ ਦੀ ਲੋੜ ਨਹੀਂ, ਪਰ ਜਿਸ ਵੇਲੇ ਮੈਂ ਰਸਤੇ 'ਚ ਤੇਰੇ ਕੋਲੋਂ ਇਹ ਚੀਜ਼ ਮੰਗੀ ਸੀ ਤੂੰ ਮੈਨੂੰ ਨਹੀਂ ਦਿੱਤੀ, ਤੇ ਹੁਣ ਮੈਨੂੰ ਤੇਰੀਆਂ ਚੀਜ਼ਾਂ ਨਹੀਂ ਚਾਹੀਦੀਆਂ। ਇਹ ਸਿਖਾਇਆ ਸਾਨੂੰ ਕੀ ਸੀ ਕਿ ਕਿਸੇ ਵੀ ਨਿਆਸਰੇ ਨੂੰ, ਲਾਚਾਰ ਦੀ, ਲੋੜਵੰਦ ਜਿਹੜੀ ਹੈਲਪ ਕਰਨੀ, ਗੁਰੂ ਸਾਹਿਬ ਨੇ ਉਹੀ ਸਾਨੂੰ ਬਾਰ-ਬਾਰ ਸਮਝਾਇਆ ਵੀ ਮਤਲਬ ਉਹੀ ਚੀਜ਼ ਮੇਰੇ ਤੱਕ ਪਹੁੰਚਦੀ ਹੈਗੀ ਹੈ। ਤੇ ਇਸ ਕਰਕੇ ਉਹ ਤਾਂ ਹੀ ਕਹਿੰਦੇ ਸੀ ਵੀ ਮੈਂ ਉੱਥੇ ਮਿਲੂੰਗਾ ਤੁਹਾਨੂੰ ਜਿੱਥੇ ਨੀ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀ, ਨਾਨਕ ਤਿਨ ਕਾ ਸੰਗ ਸਾਥ ਵੱਡਿਆਂ ਸਿੰਘ ਕਹਿ ਰਹੀ ਸੀ, ਜਿੱਥੇ ਨੀ ਸੰਭਾਲੀਨ ਤੇ ਨਦਰ ਤੇਰੀ ਬਖਸ਼ੀ। ਇਸ ਕਰਕੇ ਮੈਂ ਬੇਨਤੀ ਕਰਦਾ, ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਲੋਕਤੰਤਰ ਦੀ ਪਰਿਭਾਸ਼ਾ ਜਿਹੜੀ ਹੈਗੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ, ਲੋਕਤੰਤਰ ਦਾ ਸਤਿਕਾਰ ਕਰਨਾ ਚਾਹੀਦਾ ਹੈ, ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧਰਮ ਦਇਆ ਕਾ ਪੂਤ ਹੈ, ਦਇਆ ਦੇ ਵਿੱਚੋਂ ਪੈਦਾ ਹੁੰਦਾ ਹੈ। ਇਸ ਕਰਕੇ ਸਾਨੂੰ ਜੇ ਸਾਡੇ ਅੰਦਰ ਦਇਆ ਨਹੀਂ ਹੈਗੀ ਤਾਂ ਅਸੀਂ ਧਰਮੀ ਨਹੀਂ ਬਣ ਸਕਦੇ। ਜੇ +2 ਮੈਡੀਕਲ 'ਚ ਨਹੀਂ ਕੀਤੀ, ਡਾਕਟਰ ਨਹੀਂ ਬਣ ਸਕਦੇ। ਇਸ ਕਰਕੇ ਮਤਲਬ ਇਹ ਕੇਵਲ ਪੜ੍ਹਨਾ, ਗਾਉਣਾ ਤੇ ਸੁਣਨਾ ਇਹ ਧਰਮ ਜੇ ਹੁੰਦਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਭਾਈ ਇਹ ਧਰਮ ਨਹੀਂ ਹੈਗਾ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨਭਉ ਭਾਵਨ ਅੰਦਰ ਸੈ, ਲੋਹਾ ਕੰਚਨ ਹੀਰਨ ਇੱਕ ਐਸੋ ਜੋ ਪਾਰਸੇ ਨਾ ਪਰਸੇ। ਇਹਨੂੰ ਸਮਝੋ, ਇਹਨੂੰ ਬੁੱਝੋ, ਫਿਰ ਜਦੋਂ ਬੁੱਝ ਗਏ ਬਿਨ ਬੁੱਝੇ ਕਰਮ ਕਮਾਉਣੇ ਜਨਮ ਪਦਾਰਥ ਖੁਆਏ। ਇਸ ਕਰਕੇ ਜਿੱਦਣ ਧਰਮ ਨੂੰ ਬੁੱਝ ਲਿਆ ਸੀ ਉਦੋਂ ਸਾਡੇ ਦੇਸ਼ ਦੀ ਹਾਲਤ ਬਦਲ ਜਾਏਗੀ। ਇਸ ਕਰਕੇ ਮੈਂ ਬਾਰ-ਬਾਰ ਇਹੀ ਬੇਨਤੀ ਕਰਦਾ ਵੀ ਧਰਮ ਦੇ ਵਾਸਤਵਿਕ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਧੌਲ ਧਰਮ ਦਇਆ ਕਾ ਪੂਤ ਹੈ, ਇਹਦੇ ਮਤਲਬ ਸਮਝਣ ਦੀ ਕੋਸ਼ਿਸ਼ ਕਰੋ। ਇੱਕੋ ਧਰਮ ਦੇ ਸੱਚ ਕੋਈ, ਇਹਨੂੰ ਵਿਚਾਰਨ ਦੀ ਕੋਸ਼ਿਸ਼ ਕਰੋ ਤਾਂ ਸਾਡੀ ਹਾਲਤ ਵੀ ਬਦਲੇਗੀ, ਸਾਡਾ ਜੀਵਨ ਵੀ ਸੁਖੀ ਹੋਏਗਾ, ਸਮਾਜ ਵੀ ਖੁਸ਼ਹਾਲ ਬਣ ਜਾਏਗਾ। ਸੋ ਇਹ ਸੰਜੀ ਪ੍ਰਭ ਆਸਰਾ ਸੰਸਥਾ ਦੇ ਸੰਸਥਾਪਕ ਸ਼ਮਸ਼ੇਰ ਸਿੰਘ ਜੀ। ਸੋ ਅਸੀਂ ਵੀ ਸਰਕਾਰਾਂ ਨੂੰ ਜਾਂ ਜਿੰਨੇ ਵੀ ਸਾਡੇ ਵਿਦੇਸ਼ਾਂ ਦੇ ਵਿੱਚ ਐਨਆਰਆਈਜ਼ ਬੈਠੇ ਨੇ, ਧਾਰਮਿਕ ਸੰਸਥਾਵਾਂ ਨੂੰ ਜਾਂ ਆਮ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਅਜਿਹੀਆਂ ਸੰਸਥਾਵਾਂ ਦੀ, ਪ੍ਰਭ ਆਸਰਾ ਵਰਗੀਆਂ ਸੰਸਥਾਵਾਂ ਜੋ ਨਿਆਸਰਿਆਂ ਦੇ ਸਹਾਰਾ ਬਣ ਰਹੀਆਂ ਨੇ, ਜੋ ਸੜਕ ਤੇ ਪਏ ਕਿਸੇ ਲਾਚਾਰ ਨੂੰ ਚੱਕ ਕੇ ਇੱਕ ਆਸਰਾ ਦੇ ਰਹੀਆਂ, ਉਹਨਾਂ ਦਾ ਇਲਾਜ ਕਰਾ ਰਹੀਆਂ ਨੇ, ਅਸੀਂ ਉਹਨਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਕਰੀਏ, ਸੇਵਾ ਕਰੀਏ ਤਾਂ ਕਿ ਅਸੀਂ ਮਾਨਵਤਾ ਨੂੰ ਜਿਹੜਾ ਵੱਧ ਤੋਂ ਵੱਧ ਬਚਾ ਸਕੀਏ। ਤੇ ਅਸੀਂ ਅਪੀਲ ਕਰਾਂਗੇ ਜਾਂ ਜਿੰਨੇ ਵੀ ਜਿਹੜੇ ਸਾਡੇ ਐਨਆਰਆਈ ਵੀਰ ਦੇਖ ਰਹੇ ਨੇ ਪ੍ਰੋਗਰਾਮ, ਜੇ ਕੋਈ ਸਹਿਯੋਗ ਦੇਣਾ ਚਾਹੁੰਦੇ ਆ ਤਾਂ ਨੀਚੇ ਜੋ ਨੰਬਰ ਚੱਲ ਰਹੇ ਨੇ ਉਹਨਾਂ ਤੇ ਜ਼ਰੂਰ ਸੰਪਰਕ ਕੀਤਾ ਜਾਵੇ। ਫਿਲਹਾਲ ਕੈਮਰਾਮੈਨ ਸ਼ੈਰੀ ਦੇ ਨਾਲ ਕਮਲਦੀਪ ਕੌਰ ਦੀ ਰਿਪੋਰਟ, ਹਮਦਰਦ।